हाँ जी, हाँ जी विद्यार्थियों किवें हो सारे जी। ये अपनी ਜਿਹੜੇ ਵਿਦਿਆਰਥੀ ਫਸਟ ਗ੍ਰੇਡ ਦੀ ਤਿਆਰੀ ਕਰ ਰਹੇ ਆ ਸਕੂਲ ਲੈਕਚਰਰ ਦੀ, ਉਹਨਾਂ ਵਾਸਤੇ ਪੋਸਟ ਗ੍ਰੈਜੂਏਟ ਪੱਧਰ ਦੇ ਵਿੱਚ ਕੁਝ ਟੌਪਿਕ ਦੇ ਰੱਖੇ ਆ ਜਿਨ੍ਹਾਂ ਬਾਰੇ ਆਪਾਂ ਵਿਚਾਰ ਚਰਚਾ ਕਰਨੀ ਹੈ। ਇੱਕ ਦੇ ਰੱਖਿਆ ਹੈ ਸੋਸਿਊਰ ਦਾ ਸੰਰਚਨਾਤਮਕ ਭਾਸ਼ਾ ਸੰਕਲਪ ਹੈ ਜਿਹੜਾ, ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਉਹਨੇ ਕਿਵੇਂ ਭਾਸ਼ਾ ਨੂੰ ਇੱਕ ਸਿਸਟਮ ਮਤਲਬ ਚਿੰਨ੍ਹਾਂ ਦਾ ਇੱਕ ਪ੍ਰਬੰਧ ਕਿਹਾ ਹੈ, ਤੇ ਉਸ ਤੋਂ ਬਾਅਦ ਉਹਨੇ ਕੁਝ ਜੁੱਟ ਵਿਰੋਧਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਦੇ ਨਾਮ ਤੁਸੀਂ ਪੜ੍ਹੇ ਹੋਣੇ ਆ। ਚਿਹਨਕ ਤੇ ਚਿਹਨਤ, ਲਾਂਗ ਤੇ ਪਰੋਲ, ਇਕਾਲਕ ਤੇ ਦੁਕਾਲਕ, ਕੜੀਦਾਰ ਤੇ ਲੜੀਦਾਰ, ਇਹਨਾਂ ਸੰਬੰਧਾਂ ਦੇ ਬਾਰੇ ਗੱਲ ਕਰਾਂਗੇ। ਇਹ ਹੈ ਕੀ ਹੈ ਬਲਾਵਾਂ, ਇਹ ਸੋਸਿਊਰ ਨੇ ਦਿੱਤੀਆਂ ਜਿਹੜੀਆਂ, ਕਿਉਂਕਿ ਆਧੁਨਿਕ ਭਾਸ਼ਾ ਵਿਗਿਆਨੀ ਹੈ ਸੋਸਿਊਰ ਹੈ ਜਿਹੜਾ, ਇਹ ਆਧੁਨਿਕ ਭਾਸ਼ਾ ਵਿਗਿਆਨੀ ਹੈ। ਇਹ ਇਸ ਤਰ੍ਹਾਂ ਦਾ ਭਾਸ਼ਾ ਵਿਗਿਆਨੀ ਹੈ ਜਿਹਨੇ ਇੱਕ ਭਾਸ਼ਾ ਵਿਗਿਆਨ ਦੇ ਵਿੱਚ ਨਵੀਂ ਤਬਦੀਲੀ ਕਰ ਦਿੱਤੀ ਸੀ। ਭਾਸ਼ਾ ਵਿਗਿਆਨ ਦੇ ਵਿੱਚ ਇਸ ਨੇ ਲੋਕਾਂ ਨੂੰ ਇੱਕ ਨਵੇਂ ਸਿਰੇ ਤੋਂ ਸੋਚਣ ਵਾਸਤੇ ਮਜਬੂਰ ਕੀਤਾ। ਗਾਂਹ ਵਾਲੇ ਬਹੁਤ ਸਾਰੇ ਜਿੰਨੇ ਵੀ ਭਾਸ਼ਾ ਵਿਗਿਆਨੀ, ਭਾਸ਼ਾ ਆਲੋਚਕ ਹੋਏ, ਉਹਨਾਂ ਨੇ ਸੋਸਿਊਰ ਦੇ ਇਸ ਸੰਕਲਪ ਦੇ ਆਧਾਰ 'ਤੇ ਬਹੁਤ ਸਾਰੀਆਂ ਗੱਲਾਂ ਦਾ ਅੱਗੇ ਜ਼ਿਕਰ ਕੀਤਾ ਅਤੇ ਭਾਸ਼ਾ ਵਿਗਿਆਨ ਨੂੰ ਪੜ੍ਹਨ ਦਾ, ਸੋਚਣ ਦਾ, ਵਿਚਾਰਨ ਦਾ ਤਰੀਕਾ ਬਦਲ ਗਿਆ। ਇਹ ਕਾਰਨ, ਇਹ ਤਬਦੀਲੀ ਕਿਹਨੇ ਆਈ? ਇਹ ਆਈ ਜੀ ਸੋਸਿਊਰ ਦੇ ਭਾਸ਼ਾ ਵਿਗਿਆਨ ਦਾ ਕਰਕੇ। ਆਧੁਨਿਕ ਭਾਸ਼ਾ ਵਿਗਿਆਨੀ ਜੇ ਆਪਾਂ ਕਿਸੇ ਨੂੰ ਕਹਿੰਦੇ ਹਾਂ ਤਾਂ ਉਹ ਸੋਸਿਊਰ ਹੈ। ਫਰਦੀਨਾ ਦਾ ਸੋਸਿਊਰ ਪੂਰਾ ਨਾਮ ਹੈ ਇਹਦਾ, ਜਿਹਨੇ ਇੱਕ ਸੰਕਲਪ ਦਿੱਤਾ ਜਿਹਦਾ ਨਾਮ ਹੈ ਸੰਰਚਨਾਤਮਕ ਭਾਸ਼ਾ ਵਿਗਿਆਨ। ਇਹਦੀ ਫੋਟੋ ਥੋੜ੍ਹੀ ਜਿਹੀ ਮੇਰੇ ਤੋਂ ਕਲੀਅਰ ਨਹੀਂ, ਬਾਕੀ ਤਾਂ ਚਲੋ ਬਾਕੀ ਤਾਂ ਠੀਕ ਹੈ ਨਾ। ਚਲੋ ਠੀਕ ਹੈ, ਫਿਰ ਵੀ ਮੈਂ ਪੜ੍ਹ ਕੇ ਸੁਣਾਈ ਦੇਣਾ ਤੁਹਾਨੂੰ, ਕੋਈ ਦਿੱਕਤ ਤਾਂ ਹੈ ਨਹੀਂ ਇੱਥੇ। ਸਭ ਤੋਂ ਪਹਿਲਾਂ ਭਾਸ਼ਾ ਵਿਗਿਆਨੀ ਫਰਦੀਨਾ ਦਾ ਸੋਸਿਊਰ ਦੀ ਕੀ ਗੱਲਾਂ ਲਿਖੀਆਂ ਉਹ ਥੋੜ੍ਹੀਆਂ ਜਿਹੀਆਂ ਦੱਸ ਦਿੰਦਾ ਤੁਹਾਨੂੰ, ਐਡੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਗੀ ਇਹਦੇ 'ਚ। ਫਰਦੀਨਾ ਦਾ ਸੋਸਿਊਰ ਦੀ ਪੁਸਤਕ ਹੈ ਇੱਕ ਕੋਰਸ ਇਨ ਜਨਰਲ ਲਿੰਗੁਇਸਟਿਕ। ਇਸ ਪੁਸਤਕ ਦੇ ਵਿੱਚ ਉਸਨੇ ਭਾਸ਼ਾ ਦੇ ਅਧਿਐਨ ਦੀ ਸਿਸਟਮੀ ਵਿਧੀ ਪ੍ਰਸਤੁਤ ਕੀਤੀ ਹੈ। ਇਹ ਧਿਆਨ ਦੇ ਵਿੱਚ ਰੱਖਣਾ ਤੁਸੀਂ, ਪ੍ਰਸ਼ਨ ਮੰਨ ਲਓ ਬਣੇ ਵੀ ਭਾਸ਼ਾ ਦੇ ਅਧਿਐਨ ਦੀ ਸਿਸਟਮੀ ਵਿਧੀ ਕਿਸ ਨੇ ਪ੍ਰਸਤੁਤ ਕੀਤੀ ਹੈ। ਭਾਸ਼ਾ ਨੂੰ ਸਿਸਟਮ ਕਿਸ ਨੇ ਕਿਹਾ ਹੈ? ਭਾਸ਼ਾ ਨੂੰ ਸਿਸਟਮ ਇੱਕ ਹੁੰਦਾ ਜਿਵੇਂ ਮੰਨ ਲਓ ਪ੍ਰਬੰਧ, ਜਿਹਨੂੰ ਆਪਾਂ ਹਿੰਦੀ ਪੰਜਾਬੀ 'ਚ ਕਹਿੰਦੇ ਹਾਂ। ਹਾਂਜੀ, ਇਹ ਸਿਸਟਮ ਹੈ ਜਿਹੜਾ, ਇਹ ਪ੍ਰਬੰਧ ਹੈ ਜਿਹੜਾ। ਸੋ ਸੋਸਿਊਰ ਹੈ ਜਿਹੜਾ, ਉਹ ਆਪਣੀ ਇੱਕ ਪੁਸਤਕ ਹੈ ਜਿਹੜੀ ਲਿਖਦਾ ਹੈ ਕੋਰਸ ਇਨ ਲਿੰਗੁਇਸਟਿਕ, ਕੋਰਸ ਇਨ ਜਨਰਲ ਲਿੰਗੁਇਸਟਿਕ ਲਿਖਦਾ। ਉਹਦੇ ਵਿੱਚ ਉਹ ਭਾਸ਼ਾ ਦੀ ਇੱਕ ਸਿਸਟਮੀ ਅਧਿਐਨ ਵਿਧੀ ਪ੍ਰਸਤੁਤ ਕਰਦਾ ਹੈ। ਕੁਛ ਵਿਰੋਧੀ ਜੁੱਟ, ਵਿਰੋਧੀ ਜੋੜਿਆਂ ਨੂੰ ਲੈ ਕੇ ਉਹ ਆਪਣੇ ਭਾਸ਼ਾ ਨੂੰ ਜਿਹੜਾ ਕੀ ਹੈ, ਉਹ ਭਾਸ਼ਾ ਦੀ ਜੋ ਉਹ ਗੱਲ ਕਹਿਣਾ ਚਾਹੁੰਦਾ ਉਹਦੇ ਬਾਰੇ ਇਹ ਗੱਲ ਕਰਦਾ। ਅੱਛਾ, ਤੁਸੀਂ ਇੱਕ ਨਾ ਪਰਿਭਾਸ਼ਾ ਸੁਣੀ ਹੋਣੀ ਹੈ ਭਾਸ਼ਾ ਦੀ ਸਭ ਤੋਂ ਪਹਿਲਾਂ, ਵੀ ਭਾਸ਼ਾ ਹੈ ਨਾ ਜਿਹੜੀ ਉਹ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਇੱਕ ਮਾਧਿਅਮ ਹੈ, ਵਿਚਾਰਾਂ ਨੂੰ ਪ੍ਰਗਟ ਕਰਨ ਦਾ ਇੱਕ ਜ਼ਰੀਆ ਹੈ, ਕਾਮਨ ਜੀ ਪਰਿਭਾਸ਼ਾ ਹੈ। ਪਰ ਸੋਸਿਊਰ ਨੇ ਇਹ ਸਾਰੇ ਸੰਕਲਪਾਂ ਨੂੰ ਰੱਦ ਕੀਤਾ ਸੀਗਾ ਅਤੇ ਉਹਨੇ ਇੱਕ ਭਾਸ਼ਾ ਨੂੰ ਇੱਕ ਪ੍ਰਬੰਧ, ਇੱਕ ਵਿਵਸਥਾ, ਇੱਕ ਸਿਸਟਮ ਕਿਹਾ ਸੀਗਾ। ਤਿੰਨ ਸ਼ਬਦ ਤੁਸੀਂ ਚੇਤੇ ਰੱਖਣੇ ਹੈ, ਸਿਸਟਮ, ਪ੍ਰਬੰਧ ਅਤੇ ਵਿਵਸਥਾ। ਇਹ ਸਮਾਨਾਰਥੀ ਸ਼ਬਦ ਹੈ ਇੱਕ ਦੂਜੇ ਦੇ। ਆਓ ਫਿਰ ਸੋਸਿਊਰ ਦੇ ਬਾਰੇ ਗੱਲ ਕਰਦੇ ਹਾਂ। ਅੱਜ ਦਾ ਜਿਹੜਾ ਆਪਣੀ ਹੈਗੀ ਹੈ ਕਲਾਸ, ਇਹ ਸੋਸਿਊਰ ਦੀ ਬਾਰੇ ਹੈ, ਅਤੇ ਜਿਹਨੇ ਇੱਕ ਭਾਸ਼ਾ ਵਿਗਿਆਨ ਦਾ ਜਿਹੜਾ ਸੰਕਲਪ ਦਿੱਤਾ, ਉਸ ਸੰਕਲਪ ਦਾ ਨਾਮ ਕੀ ਹੈ? ਸੰਰਚਨਾਤਮਕ ਭਾਸ਼ਾ ਵਿਗਿਆਨ। ਸੋ ਸੰਰਚਨਾਤਮਕ ਭਾਸ਼ਾ ਵਿਗਿਆਨ ਦੀ ਕਾਢ ਹੈ ਜਿਹੜੀ ਇਹ ਸੋਸਿਊਰ ਨੇ ਕੱਢੀ ਹੈ। ਆਪਣੀ ਬੁੱਕ ਉਹਨੇ ਲਿਖੀ ਸੀਗੀ ਕੋਰਸ ਇਨ ਜਨਰਲ ਲਿੰਗੁਇਸਟਿਕ। ਆਪਣਾ ਮੌਲਿਕ ਸੰਕਲਪ ਜਿਹੜੇ ਉਹਨੇ ਜੁੱਟ ਵਿਰੋਧਾਂ ਦੇ ਆਧਾਰ 'ਤੇ ਪੇਸ਼ ਕੀਤੇ ਹੈ। ਉਹਨੇ ਜੁੱਟ ਵਿਰੋਧ ਹੁੰਦੇ ਆ ਆਪਸ ਦੇ ਵਿੱਚ, ਇਹ ਵਿਰੋਧੀ ਸ਼ਬਦ ਬਣਦੇ ਆ। ਮਤਲਬ ਜੁੱਟ ਹੁੰਦੇ ਆ ਸਮੂਹ ਜਿਨ੍ਹਾਂ ਨੂੰ ਆਪਾਂ ਜੋੜੇ ਕਹਿ ਸਕਦੇ ਹਾਂ। ਵਿਰੋਧ ਮਤਲਬ ਅਪੋਜਿਟ, ਜਿਵੇਂ ਚਿਹਨਕ ਤੇ ਚਿਹਨਤ ਇੱਕ ਦੂਸਰੇ ਦੇ ਵਿਰੋਧੀ ਹੈ, ਲਾਂਗ ਤੇ ਪਰੋਲ ਇੱਕ ਦੂਸਰੇ ਦੇ ਵਿਰੋਧੀ ਹੈ, ਇਕਾਲਕ ਤੇ ਦੁਕਾਲਕ ਇੱਕ ਦੂਸਰੇ ਦੇ ਵਿਰੋਧੀ ਹੈ, ਕੜੀਦਾਰ ਤੇ ਲੜੀਦਾਰ ਇਹ ਇੱਕ ਦੂਸਰੇ ਦੇ ਵਿਰੋਧੀ ਹੈ। ਇਹਨਾਂ ਦੇ ਵਿੱਚੋਂ ਪ੍ਰਸ਼ਨ ਆਊਗਾ, ਹਰ ਹਾਲ ਦੇ ਵਿੱਚ ਆਊਗਾ ਵੀ ਜੋ ਤੁਹਾਡੇ ਸਾਹਮਣੇ ਮੈਂ ਗੱਲਾਂ ਲਿਖਤੀਆਂ ਬਸ ਇਹਦੇ ਵਿੱਚੋਂ ਆਊਗਾ, ਇਸ ਤੋਂ ਬਾਹਰ ਪ੍ਰਸ਼ਨ ਨਹੀਂ ਆਊਗਾ। ਲਓ ਫਿਰ ਗੱਲ ਕਰਦੇ ਇਹਦੇ ਬਾਰੇ, ਕੰਸੈਪਟ ਕਲੀਅਰ ਕਰਨੇ ਆਪਾਂ ਵੀ ਅਸਲ ਦੇ ਵਿੱਚ ਇਹ ਕੀ ਕਹਿਣਾ ਚਾਹੁੰਦਾ ਹੈ ਜੀ। ਵੀ ਜੇ ਮੰਨ ਲਓ ਭਾਸ਼ਾ ਜਿਹੜੀ ਉਹ ਵਿਚਾਰ ਪ੍ਰਗਟ ਕਰਨ ਦਾ ਮਾਧਿਅਮ ਹੈ, ਨਹੀਂ ਹੈ, ਇਸ ਭਾਸ਼ਾ ਨੂੰ ਤਾਂ ਉਹਨੇ ਰੱਦ ਹੀ ਕਰਤਾ। ਉਹਨੇ ਭਾਸ਼ਾ ਕੀ ਇੱਕ ਨਾਵਾਂ ਦਾ ਸਮੂਹ ਹੈ। ਬਈ ਸਾਹਮਣੇ ਆਪਣੇ ਮੋਬਾਈਲ ਪਿਆ, ਆਪਾਂ ਉਹਨੂੰ ਮੋਬਾਈਲ ਕਹਿ ਦਿੰਦੇ ਹਾਂ। ਟਿਊਬਲਾਈਟ ਲੱਗੀ ਹੋਈ ਆ, ਬੋਰਡ ਲੱਗਿਆ ਹੋਇਆ ਆ, ਮੇਰੇ ਹੱਥ ਦੇ ਵਿੱਚ ਆ ਫੜਿਆ ਮਾਰਕਰ, ਇਹ ਨਾਮ ਹੈ, ਬਸ ਇਹਨਾਂ ਨੂੰ ਆਪਾਂ ਭਾਸ਼ਾ ਕਹਿ ਦਈਏ। ਫਿਰ ਉਹਨੇ ਕਿਹਾ ਨਹੀਂ, ਵੀ ਭਾਸ਼ਾ ਇੱਕ ਨਾਵਾਂ ਦਾ ਸੰਗ੍ਰਹਿ ਥੋੜ੍ਹਾ,
ਵੀ ਨਾਮ ਆ ਜੀ ਬਹੁਤ ਸਾਰੇ, ਬਸ ਉਹਨਾਂ ਦਾ ਇੱਕ ਸੰਗ੍ਰਹਿ ਕਰ ਲਓ ਤੇ ਉਹ ਭਾਸ਼ਾ ਹੋ ਗਈ। ਨਾ ਜੀ, ਬਿਲਕੁਲ ਨਹੀਂ। ਉਹ ਕਹਿੰਦਾ ਭਾਸ਼ਾ ਇੱਕ ਚਿੰਨ੍ਹ, ਇੱਕ ਵਿਵਸਥਾ ਹੈ, ਕਹਿੰਦਾ ਇੱਕ ਸਿਸਟਮ ਹੈ, ਕਹਿੰਦਾ ਹੈ ਇੱਕ ਪ੍ਰਬੰਧ ਹੈ। ਉਹ ਕਿਸ ਪ੍ਰਕਾਰ ਦਾ ਸਿਸਟਮ ਹੈ, ਉਹਨੂੰ ਉਸ ਚੀਜ਼ ਨੂੰ ਉਹ ਡੈਫੀਨੇਸ਼ਨ, ਉਸ ਚੀਜ਼ ਦੀ ਡੈਫੀਨੇਸ਼ਨ ਉਹ ਕਿਵੇਂ ਦਿੰਦਾ ਹੈ। ਉਹ 4 ਤਰੀਕੇ ਦੇ ਜੁੱਟ ਵਿਰੋਧਾਂ ਨੂੰ ਜੁੱਟ ਵਿਰੋਧ ਹੈ ਜਿਹੜੇ, ਉਹਨਾਂ ਨੂੰ ਉਹ ਸਾਡੇ ਸਾਹਮਣੇ ਲਿਆਉਂਦਾ। ਇੱਕ ਚਿੰਨ੍ਹਕ ਤੇ ਚਿੰਨ੍ਹਤ, ਇੱਕ ਲਾਂਘ ਤੇ ਪਰੋਲ, ਇਕਾਲਕ ਤੇ ਦੁਕਾਲਕ, ਕੜੀਦਾਰ ਤੇ ਲੜੀਦਾਰ। ਇਹ ਮੈਂ ਰਿਪੀਟ ਤਾਂ ਕੀਤੇ ਵੀ ਤੁਹਾਡੇ ਮਾਈਂਡ ਦੇ ਵਿੱਚ ਨਾ ਇਹ ਬੈਠ ਜਾਣ, ਥੋੜ੍ਹੇ ਜਿਹੇ ਮਾਈਂਡ ਦੇ ਵਿੱਚ ਤੁਹਾਡੇ ਸੈੱਟ ਹੋਣ ਇਹ ਵੀ ਇਹ ਗੱਲਾਂ ਜਿਹੜੀਆਂ, ਇਹ ਸ਼ਬਦ ਹੈ ਜਿਹੜੇ ਹੈ ਤਾਂ ਭੈੜੇ ਜਿਹੇ, ਪਰ ਚਲੋ ਕੋਈ ਨਹੀਂ। ਲਓ ਮੈਂ ਨੋਟ ਲਾ ਕੇ ਨਾ ਕੁਛ ਗੱਲਾਂ ਲਿਖੀਆਂ ਵੀ ਸ਼ੋਸ਼ੀਓਰ ਦਾ ਭਾਸ਼ਾ ਦੇ ਬਾਰੇ ਕੀ ਵਿਚਾਰ ਹੈ, ਕਿਹੜੀ ਗੱਲ ਕਹਿਣੀ ਹੈ, ਇੱਕ ਇੱਕ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਸ਼ੋਸ਼ੀਓਰ ਕਹਿੰਦਾ ਵੀ ਭਾਸ਼ਾ ਸਿਰਫ ਨਾਵਾਂ ਦਾ ਸੰਗ੍ਰਹਿ ਨਹੀਂ ਹੈ। ਭਾਸ਼ਾ ਨੂੰ ਨਾਵਾਂ ਦਾ ਸੰਗ੍ਰਹਿ ਕਹਿਣਾ, ਜਿਵੇਂ ਹਰ ਵਸਤੂ ਦਾ ਇੱਕ ਨਾਮ ਹੈ, ਉਹਨੂੰ ਸੰਗ੍ਰਹਿ, ਉਹਦਾ ਇਕੱਠ ਕਰਕੇ ਆਪਾਂ ਕਹੀਏ ਲਓ ਜੀ ਆਹ ਭਾਸ਼ਾ ਹੈ ਜੀ। ਅੰਗਰੇਜ਼ੀ ਭਾਸ਼ਾ ਦੇ ਆਪਾਂ ਕੋਈ 2500, ਕੋਈ 2000 ਜਾਂ ਕੋਈ 4000, ਕੋਈ 5000, ਕੋਈ 10000 ਸ਼ਬਦ ਇਕੱਠੇ ਕਰਕੇ ਤੇ ਆਪਾਂ ਕਹੀਏ ਲਓ ਜੀ ਆਹ ਜੀ ਅੰਗਰੇਜ਼ੀ ਭਾਸ਼ਾ ਹੈ। ਸ਼ੋਸ਼ੀਓਰ ਕਹਿੰਦਾ ਨਹੀਂ ਜੀ, ਭਾਸ਼ਾ ਇੱਕ ਨਾਵਾਂ ਦਾ ਸੰਗ੍ਰਹਿ ਨਹੀਂ ਗੀ। ਭਾਸ਼ਾ ਦੀ ਵਸਤੂਵਾਦੀ ਹੋਂਦ ਨੂੰ ਉਸਨੇ ਖਾਰਿਜ ਕਰ ਦਿੱਤਾ। ਵਸਤੂਵਾਦੀ ਹੋਂਦ ਕਿਹਾ ਜਾਂਦਾ ਕਿਸੇ ਚੀਜ਼ ਦੇ ਨਾਵਾਂ ਦਾ ਇਕੱਠ ਕਰਨਾ, ਉਹਨੂੰ ਭਾਸ਼ਾ ਵਿਗਿਆਨ ਦੀ ਭਾਸ਼ਾ ਦੇ ਵਿੱਚ ਵਸਤੂਵਾਦੀ ਹੋਂਦ ਕਿਹਾ ਜਾਂਦਾ। ਇਹਨੂੰ ਵਸਤੂਵਾਦੀ ਹੋਂਦ ਨੂੰ ਜੇ ਡਿਫਾਈ ਕਰਨਾ ਹੋਵੇ, ਜੇ ਮੰਨ ਲਓ ਇਹਨੂੰ ਆਪਾਂ ਇਹਦੀ ਪਰਿਭਾਸ਼ਾ ਕੀ ਹੈ, ਵਸਤੂਵਾਦੀ ਸ਼ਬਦ ਦਾ ਅਰਥ ਕੀ ਹੈ, ਤਾਂ ਉਹ ਹੈਗਾ ਨਾਵਾਂ ਦਾ ਸੰਗ੍ਰਹਿ। ਥੱਲੇ ਲਿਖ ਰੱਖਿਆ ਮੈਂ ਵਸਤੂਵਾਦੀ ਹੋਂਦ। ਭਾਸ਼ਾ ਸਿਰਫ ਕਹਿੰਦਾ ਨਾਵਾਂ ਦਾ ਸੰਗ੍ਰਹਿ ਨਹੀਂ ਗਾ, ਸਗੋਂ ਚਿੰਨ੍ਹਾਂ ਦਾ ਪ੍ਰਬੰਧ ਹੈ। ਭਾਸ਼ਾ ਕੀ ਹੈ ਜੀ? ਚਿੰਨ੍ਹਾਂ ਦਾ ਪ੍ਰਬੰਧ, ਚਿੰਨ੍ਹਾਂ ਦੀ ਵਿਵਸਥਾ, ਚਿੰਨ੍ਹਾਂ ਦਾ ਇੱਕ ਸਿਸਟਮ ਹੈ। ਇਹ ਗੱਲ ਕਿਹਨੇ ਆਖੀ ਹੈ? ਸ਼ੋਸ਼ੀਓਰ ਨੇ। ਗੱਲ ਚੇਤੇ ਰੱਖਣੀ ਹੈ ਅਗਰ ਪ੍ਰਸ਼ਨ ਪਵੇ ਤਾਂ। ਹਾਲਾਂਕਿ ਬਹੁਤ ਸੌਖਾ ਪ੍ਰਸ਼ਨ ਆ, ਪ੍ਰਸ਼ਨ ਪੈਂਦਾ ਨਹੀਂ ਐਵੇਂ ਦਾ ਵੀ ਚਿੰਨ੍ਹਾਂ ਦਾ ਪ੍ਰਬੰਧ, ਭਾਸ਼ਾ ਨੂੰ ਚਿੰਨ੍ਹਾਂ ਦਾ ਪ੍ਰਬੰਧ ਕਿਹਨੇ ਕਿਹਾ ਹੈ? ਬਣਦਾ ਵੀ ਹੈ, ਨਹੀਂ ਵੀ ਬਣਦਾ, ਸੌਖਾ ਪ੍ਰਸ਼ਨ ਹੈ। ਉੱਤਰ ਇਹਦਾ ਹੈਗਾ ਸ਼ੋਸ਼ੀਓਰ। ਦੂਸਰੀ ਗੱਲ ਉਹ ਕਹਿੰਦਾ ਵੀ ਭਾਸ਼ਾ ਇੱਕ ਸਮਕਾਲੀਨ ਸਜੀਵ ਵਸਤੂ ਹੈ, ਸਿਰਫ ਇਤਿਹਾਸਿਕ ਅਤੇ ਕਾਲ ਕ੍ਰਮਿਕ ਵਿਕਾਸ ਦੀ ਪ੍ਰਕਿਰਿਆ ਨਹੀਂ ਹੈ। ਸ਼ੋਸ਼ੀਓਰ ਤੋਂ ਪਹਿਲਾਂ ਸਾਡੇ ਭਾਸ਼ਾ ਵਿਗਿਆਨੀ ਕੀ ਕਰਦੇ ਹੁੰਦੇ ਸੀਗੇ? ਭਾਸ਼ਾ ਦੇ ਵਿਕਾਸ ਨੂੰ ਜਾਣਨ ਵਾਸਤੇ ਉਹ ਸ਼ੁਰੂ ਤੋਂ ਲੱਗਦੇ ਹੁੰਦੇ ਸੀਗੇ, BC ਬਿਫੋਰ ਕ੍ਰਾਈਸਟ ਤੋਂ। ਮਤਲਬ ਕੀ ਆ ਵੀ ਜਿਹੜਾ ਆਹ ਕੈਲੰਡਰ ਜਿਹੜਾ ਚੱਲਦਾ, ਜਿਹੜਾ ਸਾਡਾ ਈਸਵੀ ਵਾਲਾ, ਉਸ ਤੋਂ ਵੀ ਪਹਿਲਾਂ ਈਸਾ ਪੂਰਵ 'ਚ ਜਾ ਕੇ ਉਹਨਾਂ ਨੇ ਦੇਖਣਾ ਵੀ ਸਾਡੀ ਭਾਸ਼ਾ ਜੀ ਕਿੰਨੀ ਕੁ ਪੁਰਾਣੀ ਹੈ। ਉਦੋਂ ਤੋਂ ਹੀ ਇਹ ਚੱਲਿਆ ਆ ਰਿਹਾ ਸੀਗਾ। ਭਾਸ਼ਾ ਦੇ ਵਿਕਾਸ ਵਾਸਤੇ ਕੀ ਹੈ? ਭਾਸ਼ਾ ਦੇ ਇਤਿਹਾਸਕ ਜਿਹੜਾ ਵਿਕਾਸ ਸੀ ਉਹਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਸੀਗਾ, ਇਤਿਹਾਸਕ ਕ੍ਰਮ ਦੇ ਵਿਕਾਸ ਨੂੰ। ਦੇ ਦੂਸਰੇ ਸ਼ਬਦਾਂ ਵਿੱਚ ਇਸ ਦੇ ਕਾਲ ਕ੍ਰਮਿਕ ਵਿਕਾਸ ਨੂੰ। ਇਤਿਹਾਸਕ ਅਤੇ ਕਾਲ ਕ੍ਰਮਿਕ। ਕਾਲ ਕ੍ਰਮ ਮਤਲਬ ਕ੍ਰਮਾਂ ਅਨੁਸਾਰ ਕਾਲ, ਹੈ ਨਾ, ਜਿਵੇਂ ਪਹਿਲਾਂ ਆਦਿ ਕਾਲ ਦੀ ਗੱਲ ਕਰ ਲੈਣੀ, ਫਿਰ ਮੱਧ ਕਾਲ ਦੀ, ਫਿਰ ਆਧੁਨਿਕ ਕਾਲ ਦੀ। ਸ਼ੋਸ਼ੀਓਰ ਕਹਿੰਦਾ ਨਹੀਂ, ਜੇ ਮੰਨ ਲਓ ਤੁਸੀਂ ਇਤਿਹਾਸਿਕ ਭਾਸ਼ਾ ਵਿਗਿਆਨ ਦੀ ਗੱਲ ਕਰ ਲਓ, ਕਾਲ ਕ੍ਰਮਿਕ ਦੀ ਗੱਲ ਕਰ ਲਓ, ਤਾਂ ਤੁਸੀਂ ਆਧੁਨਿਕ ਕਾਲ ਦੇ ਵਿੱਚ ਜਿਹੜੀ ਭਾਸ਼ਾ ਹੈ ਉਹਦੇ ਬਾਰੇ, ਸਥਿਤੀ ਬਾਰੇ ਨਹੀਂ ਜਾਣ ਸਕਦੇ ਤੁਸੀਂ। ਉਹ ਕਹਿੰਦਾ ਕਿਉਂਕਿ ਮੰਨ ਲਓ ਪਾਸਟ ਦੇ ਵਿੱਚ ਭਾਸ਼ਾ ਹੋਰ ਬੋਲੀ ਜਾਂਦੀ ਸੀ, ਹੁਣ ਹੋਰ ਬੋਲੀ ਜਾਂਦੀ ਹੈ। ਆਪਣਾ ਮਤਲਬ ਕੀ ਆ? ਉਹ ਕਹਿੰਦਾ, ਸ਼ੋਸ਼ੀਓਰ ਕਹਿੰਦਾ ਆਪਾਂ ਨੂੰ ਮਤਲਬ ਹੋਣਾ ਚਾਹੀਦਾ ਸਮਕਾਲੀਨ 'ਤੇ। ਆਪਾਂ ਵਰਤਮਾਨ ਕਾਲ ਦੇ ਵਿੱਚ ਆਪਾਂ ਵੇਖਣਾ ਵੀ ਭਾਸ਼ਾ ਦੀ ਸਥਿਤੀ ਕੀ ਹੈ। ਬਸ ਕਹਿੰਦਾ ਗੱਲ ਤਾਂ ਇੰਨੀ ਹੈ। ਕਹਿੰਦਾ ਸਾਡੇ ਲੋਕ ਕਹਿੰਦਾ ਇਤਿਹਾਸਕ ਭਾਸ਼ਾ ਵਿਗਿਆਨ ਨੂੰ ਵੇਖਣ ਲੱਗ ਜਾਂਦੇ ਆ, ਪਹਿਲਾਂ ਜੀ ਇੰਨੀਆਂ ਧੁਨੀਆਂ ਹੁੰਦੀਆਂ ਸੀ, ਪਹਿਲਾਂ ਜੀ ਆਹ ਧੁਨੀ ਨਹੀਂ ਬੋਲੀ ਜਾਂਦੀ ਸੀ, ਹੁਣ ਆਹ ਬੋਲੀ ਜਾਂਦੀ। ਉਸ ਚੀਜ਼ ਦਾ ਕੋਈ ਮਤਲਬ ਨਹੀਂ। ਉਹ ਕਹਿੰਦਾ ਸ਼ੋਸ਼ੀਓਰ ਨੇ ਇਸ ਚੀਜ਼ ਨੂੰ ਖਾਰਜ ਕੀਤਾ। ਹਾਲਾਂਕਿ ਉਹਨੇ ਐਵੇਂ ਕਿਹਾ ਵੀ ਇਤਿਹਾਸਕ ਅਤੇ ਕਾਲ ਕ੍ਰਮਿਕ ਵਿਕਾਸ ਪ੍ਰਕਿਰਿਆ ਨੂੰ ਜੇ ਤੁਸੀਂ ਪੜ੍ਹ ਲਓ ਤਾਂ ਤੁਸੀਂ ਭਾਸ਼ਾ ਵਿਗਿਆਨੀ ਨਹੀਂ ਬਣ ਜਾਂਦੇ। ਉਹ ਕਹਿੰਦਾ ਵੀ ਭਾਸ਼ਾ ਇੱਕ ਸਮਕਾਲੀਨ ਸਜੀਵ ਵਸਤੂ ਵੀ ਤਾਂ ਹੈ, ਕਿਉਂਕਿ ਭਾਸ਼ਾ ਵਰਤਮਾਨ ਦੇ ਵਿੱਚ ਹੈ। ਭਾਸ਼ਾ ਇੱਕ ਸਜੀਵ ਵਸਤੂ ਹੈ ਤਾਂ ਆਪਾਂ ਪੜ੍ਹਦੇ ਹਾਂ ਵੀ ਭਾਸ਼ਾ ਇੱਕ ਵੀ ਜਿਉਂਦੀ ਜਾਗਦੀ ਚੀਜ਼ ਹੈ, ਇੱਕ ਸਾਡੇ ਸਾਹਮਣੇ, ਹੈ ਨਾ। ਸਜੀਵ ਵਸਤੂ ਤਾਂ ਹੈ, ਪਰ ਉਹ ਕਹਿੰਦਾ ਕਿਹੜੀ ਸਜੀਵ ਵਸਤੂ? ਕੀ ਇਤਿਹਾਸਕ ਸਜੀਵ ਵਸਤੂ ਹੈ ਕਿ ਕਾਲ ਕ੍ਰਮਿਕ ਸਜੀਵ ਵਸਤੂ ਹੈ? ਉਹ ਕਹਿੰਦਾ ਜੀ ਸਮਕਾਲੀਨ। ਕਹਿਣ ਦਾ ਮਤਲਬ ਜੇ ਤੁਸੀਂ ਭਾਸ਼ਾ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਸ ਨੂੰ ਸਮਕਾਲੀਨ ਸਥਿਤੀ ਵਿੱਚ ਰੱਖ ਕੇ ਦੇਖਣਾ ਤੁਸੀਂ, ਨਾ ਕਿ ਇਤਿਹਾਸਕ ਜਾਂ ਕੋਈ ਕਾਲ ਕ੍ਰਮਿਕ ਸਥਿਤੀ ਵਿੱਚ ਰੱਖ ਕੇ ਵੇਖਣ ਦੀ ਲੋੜ ਨਹੀਂ ਗੀ। ਬਸ ਸਮਕਾਲੀਨ, ਕਿਉਂਕਿ ਭਾਸ਼ਾ ਸਜੀਵ ਵਸਤੂ ਹੈ। ਅਤੇ ਜੀਂਦਾ ਕੌਣ ਹੈ ਬੇਟਾ ਜੀ? ਜੋ ਸਮਕਾਲੀਨ ਹੈ। ਸਾਡੇ ਪਾਸਟ ਦੇ ਵਿੱਚ ਆ ਜਿਹੜਾ, ਉਹ ਤਾਂ ਮਰ ਚੁੱਕਿਆ ਹੈ ਨਾ। ਹਾਂਜੀ, ਅਗਲੀ ਗੱਲ ਆਪਾਂ ਕਰਦੇ ਹਾਂ। ਤੀਸਰੀ ਗੱਲ ਕੀ ਹੈ? ਉਹ ਕਹਿੰਦਾ ਵੀ ਭਾਸ਼ਾ ਦਾ ਅਧਿਐਨ ਪ੍ਰਮੁੱਖ ਤੌਰ 'ਤੇ ਮੌਖਿਕ ਭਾਸ਼ਾ ਦਾ ਅਧਿਐਨ ਹੈ। ਮੌਖਿਕ ਭਾਸ਼ਾ ਨੂੰ ਇਹਨੇ ਪੈਰੋਲ ਨਾਮ ਦਿੱਤਾ ਹੈ। ਪੈਰੋਲ ਨਾਮ ਪਿੱਛੇ ਆ ਗਿਆ ਸੀ ਨਾ, ਲਾਂਗ ਅਤੇ ਪੈਰੋਲ। ਇਹਦੇ ਬਾਰੇ ਜਦੋਂ ਗੱਲ ਕਰਾਂਗੇ ਉਦੋਂ ਪੂਰੀ ਗੱਲ ਤੁਹਾਨੂੰ ਦੱਸੂਗਾ ਵੀ ਪੈਰੋਲ ਹੈ ਕੀ ਬੜਾ ਹੈ। ਇੱਥੇ ਕੀ ਆ? ਮੌਖਿਕ ਭਾਸ਼ਾ ਦਾ ਨਾਮ ਇਹਨੇ ਪੈਰੋਲ ਦਿੱਤਾ। ਧਿਆਨ ਵਿੱਚ ਰੱਖਣਾ ਤੁਸੀਂ ਵੀ ਸ਼ੋਸ਼ੀਓਰ ਨੇ ਮੌਖਿਕ ਭਾਸ਼ਾ ਨੂੰ ਪੈਰੋਲ ਕਿਹਾ ਹੈ। ਠੀਕ ਹੈ, ਗੱਲ ਕਲੀਅਰ ਹੋ ਗਈ। ਹੁਣ ਉਹ ਕਹਿੰਦਾ ਵੀ ਭਾਸ਼ਾ ਦਾ ਜੇ ਤੁਸੀਂ ਅਧਿਐਨ ਕਰਨਾ ਚਾਹੁੰਦੇ ਆ, ਪ੍ਰਮੁੱਖ ਤੌਰ 'ਤੇ ਮੌਖਿਕ ਭਾਸ਼ਾ ਦਾ ਅਧਿਐਨ ਹੈ, ਲਿਖਤੀ ਪਾਠ ਦਾ ਨਹੀਂਗਾ। ਉਹ ਕਹਿੰਦਾ
ਉਸ ਤੋਂ ਪਹਿਲਾਂ ਕੀ ਕੀਤਾ ਜਾਂਦਾ ਸੀ, ਭਾਸ਼ਾ ਵਿਗਿਆਨ ਬਾਰੇ ਜਾਣਨ ਵਾਸਤੇ ਉਹਦੇ ਵਿਆਕਰਣ ਤੇ ਜਾਂ ਉਹਦੇ ਲਿਖਤੀ ਪਾਠ ਤੇ ਹੀ ਅਧਿਐਨ ਕੀਤਾ ਜਾਂਦਾ ਸੀਗਾ। ਪਰ ਉਹ ਕਹਿੰਦਾ ਵੀ ਭਾਸ਼ਾ ਹੈ ਜਿਹੜੀ, ਉਹ ਭਾਸ਼ਾ ਜਦੋਂ ਪੈਦਾ ਹੋਈ ਹੈ, ਭਾਸ਼ਾ ਦੀ ਪੈਦਾਵਾਰ ਮੌਖਿਕ ਰੂਪ ਦੇ ਵਿੱਚ ਹੋਈ ਹੈ, ਨਾ ਕਿ ਲਿਖਿਤ ਰੂਪ ਦੇ ਵਿੱਚ। ਕਿਉਂਕਿ ਭਾਸ਼ਾ ਦੀ ਜਿਹੜੀ ਮੌਖਿਕ ਰੂਪ ਤਾਂ ਸਭ ਤੋਂ ਪਹਿਲਾਂ ਆਇਆ, ਇਹਦਾ ਲਿਖਿਤ ਰੂਪ ਤਾਂ ਬਹੁਤ ਬਾਅਦ ਵਿੱਚ ਹੈ। ਲਿਪੀ ਦੀ ਕਾਢ ਤਾਂ ਬੰਦੇ ਨੇ ਬਹੁਤ ਬਾਅਦ 'ਚ ਕੱਢੀ ਹੈ। ਬੋਲਣਾ ਤਾਂ ਬੰਦੇ ਨੇ ਪਹਿਲਾਂ ਤੋਂ ਹੀ ਸ਼ੁਰੂ ਕਰਤਾ ਸੀ, ਹੂੰ ਹਾਂ ਆ ਉਹ ਕਰਨੀ ਤਾਂ ਪਹਿਲਾਂ ਹੀ ਸ਼ੁਰੂ ਕਰਤੀ ਹੋਣੀ ਹੈ ਨਾ। ਅਤੇ ਇਸ ਕਰਕੇ ਕੀ ਹੈ ਵੀ ਇਹਦਾ ਲਿਖਤੀ ਰੂਪ ਬਾਅਦ 'ਚ ਆਇਆ, ਲਿਪੀ ਤਾਂ ਲਿਪੀ ਦੀ ਕਾਢ ਤਾਂ ਬਹੁਤ ਬਾਅਦ ਦੇ ਵਿੱਚ ਹੋਈ ਹੈ। ਇਸ ਕਰਕੇ ਉਹ ਕਹਿੰਦਾ ਵੀ ਜੇ ਤੁਸੀਂ ਭਾਸ਼ਾ ਦਾ ਅਧਿਐਨ ਕਰਨਾ ਹੈ, ਸ਼ੋਸ਼ਿਊਰ ਤੋਂ ਪਹਿਲਾਂ ਭਾਸ਼ਾ ਦੇ ਲਿਖਤੀ ਪਾਠ ਦਾ ਅਧਿਐਨ ਕੀਤਾ ਜਾਂਦਾ ਸੀਗਾ। ਮੌਖਿਕ ਭਾਸ਼ਾ ਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀਗਾ। ਲਿਖਤੀ ਭਾਸ਼ਾ ਜਿਹੜੀ ਪੂਰੀ ਸਾਹਿਤਕ ਭਾਸ਼ਾ ਦਾ ਅਧਿਐਨ ਹੁੰਦਾ ਸੀਗਾ। ਮੌਖਿਕ ਭਾਸ਼ਾ ਜਿਹੜੀ ਆਪਾਂ ਆਮ ਬੋਲਚਾਲ ਦੀ ਭਾਸ਼ਾ ਨੂੰ ਕਹਿੰਦੇ ਹਾਂ। ਪਰ ਸ਼ੋਸ਼ਿਊਰ ਕਹਿੰਦਾ ਨਹੀਂ ਜੀ, ਕਹਿੰਦਾ ਜੇ ਤੁਸੀਂ ਭਾਸ਼ਾ ਦਾ ਅਧਿਐਨ ਕਰਨਾ ਤਾਂ ਭਾਸ਼ਾ ਦੇ ਬੋਲਚਾਲ ਵਾਲੀ ਭਾਸ਼ਾ ਦਾ ਅਧਿਐਨ ਕਰੋ। ਜਿਹੜਾ ਭਾਸ਼ਾ ਦਾ ਮੌਖਿਕ ਰੂਪ ਹੈ ਤੁਸੀਂ ਉਹਦਾ ਅਧਿਐਨ ਕਰੋ, ਕਹਿੰਦਾ ਲਿਖਤੀ ਪਾਠ ਦਾ ਨਹੀਂ। ਇਸ ਕਰਕੇ ਉਹਨੇ ਭਾਸ਼ਾ ਦੇ ਲਿਖਤੀ ਪਾਠ ਨੂੰ ਦੂਜੇ ਨੰਬਰ 'ਤੇ ਰੱਖਤਾ ਅਤੇ ਭਾਸ਼ਾ ਦੇ ਮੌਖਿਕ ਅਧਿਐਨ ਨੂੰ, ਭਾਸ਼ਾ ਦੇ ਜਿਹੜਾ ਮਤਲਬ ਕੀ ਆ ਉਚਾਰ ਵਾਲਾ ਅਧਿਐਨ ਹੁੰਦਾ, ਜਿਹੜਾ ਮੌਖਿਕ ਭਾਸ਼ਾ ਜਿਹੜੀ ਬੋਲਚਾਲ ਵਾਲੀ ਭਾਸ਼ਾ, ਉਹਨੂੰ ਉਹਨੇ ਪਹਿਲੇ ਨੰਬਰ 'ਤੇ ਪ੍ਰਮੁੱਖ ਤੌਰ 'ਤੇ ਰੱਖ ਦਿੱਤਾ। ਜ਼ਿਆਦਾ ਤਵੱਜੋ ਉਹਨੇ ਮਹੱਤਵ ਕਿਹਨੂੰ ਦਿੱਤਾ, ਲਿਖਤੀ ਭਾਸ਼ਾ ਨੂੰ ਨਹੀਂ ਦਿੱਤਾ, ਮੌਖਿਕ ਭਾਸ਼ਾ ਨੂੰ ਦਿੱਤਾ। ਕਹਿੰਦਾ ਭਾਸ਼ਾ ਦਾ ਅਧਿਐਨ ਜੇ ਤੁਸੀਂ ਕਰਨਾ ਹੈ ਤਾਂ ਉਸ ਭਾਸ਼ਾ ਦੇ ਮੌਖਿਕ ਰੂਪ ਦਾ ਅਧਿਐਨ ਕਰਨਾ ਹੈ। ਤੁਸੀਂ ਬੋਲਚਾਲ ਦੇ ਵਿੱਚ ਕਿਹੜੀ ਭਾਸ਼ਾ ਵਰਤੀ ਜਾਂਦੀ ਹੈ, ਜਿਵੇਂ ਮੰਨ ਲਓ ਪੰਜਾਬੀ ਭਾਸ਼ਾ ਦੀ ਤੁਸੀਂ ਅਧਿਐਨ ਕਰਨਾ ਤਾਂ ਆਮ ਲੋਕੀ ਕਿਹੜੀ ਬੋਲਚਾਲ ਦੀ ਭਾਸ਼ਾ ਬੋਲਦੇ ਆ, ਜਿਹੜੇ ਬੋਲਚਾਲ ਦੇ ਵਿੱਚ ਪੰਜਾਬੀ ਦੇ ਕਿਹੜੇ ਸ਼ਬਦ ਬੋਲਦੇ ਆ, ਤੁਸੀਂ ਉਹਨਾਂ ਦਾ ਅਧਿਐਨ ਕਰਨਾ ਹੈ। ਉਹਦੇ ਲਿਖਤੀ ਪਾਠ ਦਾ ਕੋਈ ਅਧਿਐਨ ਕਰਨ ਦਾ ਮਤਲਬ ਨਹੀਂ ਤੁਹਾਡਾ। ਇਹ ਗੱਲ ਕੌਣ ਕਹਿੰਦਾ, ਇਹ ਸ਼ੋਸ਼ਿਊਰ ਕਹਿੰਦਾ। ਅਗਲੀ ਗੱਲ ਦੇਖੋ, ਭਾਸ਼ਾ ਦੇ ਸੰਗਠਿਤ ਰੂਪ ਦਾ ਵਰਣਨ ਕਰਨ ਲਈ ਇਸ ਦੀ ਅੰਦਰੂਨੀ ਵਿਵਸਥਾ ਦਾ ਉਹਦਾ ਅਧਿਐਨ ਜ਼ਰੂਰੀ ਹੈ। ਦੇਖੋ ਜੀ, ਭਾਸ਼ਾ ਦੀਆਂ ਦੋ ਵਿਵਸਥਾਵਾਂ ਹੁੰਦੀਆਂ, ਇੱਕ ਅੰਦਰੂਨੀ ਅਤੇ ਇੱਕ ਬਾਹਰੀ। ਪਹਿਲਾਂ ਕੀ ਹੁੰਦਾ ਸੀਗਾ, ਭਾਸ਼ਾ ਦੀ ਬਾਹਰੀ ਡਕਾਰ ਆਈ ਜਾਂਦੇ ਆ ਸਾਰਿਆਂ ਨੂੰ। ਭਾਸ਼ਾ ਦੀ ਬਾਹਰੀ ਅਵਸਥਾ ਜਿਹੜੀ ਹੁੰਦੀ ਹੈ ਸਿਰਫ ਉਸੇ ਦਾ ਅਧਿਐਨ ਕੀਤਾ ਜਾਂਦਾ ਸੀਗਾ। ਭਾਸ਼ਾ ਦੀ ਬਾਹਰੀ ਅਵਸਥਾ ਦਾ ਅਧਿਐਨ ਕੀਤਾ, ਚਲੋ ਜੀ ਭਾਸ਼ਾ ਦਾ ਅਧਿਐਨ ਹੋ ਗਿਆ। ਪਰ ਉਹ ਕਹਿੰਦਾ ਵੀ ਕਿਉਂਕਿ ਭਾਸ਼ਾ ਇੱਕ ਅੰਦਰੂਨੀ ਹੈ, ਉਹ ਕਹਿੰਦਾ ਅੰਦਰੂਨੀ ਅਵਸਥਾ ਦਾ ਅਧਿਐਨ ਕਰਨਾ ਹੈ। ਕਿਉਂਕਿ ਭਾਸ਼ਾ ਇੱਕ ਪ੍ਰਬੰਧ ਹੈ, ਇੱਕ ਸਿਸਟਮ ਹੈ, ਅਤੇ ਸਿਸਟਮ ਹੈ ਜਿਹੜਾ ਉਹ ਅੰਦਰੂਨੀ ਅਵਸਥਾ ਦੇ ਨਾਲ ਜੁੜਿਆ ਹੁੰਦਾ, ਨਾ ਕਿ ਬਾਹਰੀ ਅਵਸਥਾ ਦੇ ਨਾਲ, ਹੈ ਨਾ। ਆਪਾਂ ਹੁਣ ਜਿਵੇਂ ਕਹੇ ਵੀ ਫਲਾਣੇ ਦੇ ਸਰੀਰ ਦਾ ਸਿਸਟਮ ਕੀ ਹੈ, ਸਰੀਰ ਦਾ ਬੋਡੀ ਦਾ ਸਿਸਟਮ ਤਾਂ ਬਾਹਰੀ ਬੋਡੀ ਥੋੜ੍ਹਾ ਹੈ ਵੀ ਆ ਕੱਪੜੇ ਹੈ ਕੋਈ ਜਾਂ ਕੁਛ ਵੀ ਪਾਇਆ ਹੈ ਨਾ, ਬਈ ਬਾਹਰੀ ਕੋਈ ਵਸਤਰ ਪਹਿਨਿਆ ਹੋਇਆ ਜਾਂ ਬਾਹਰੀ ਮਾਸ ਚਮੜੀ ਗੋਰੇ ਦੀ ਰੰਗ ਦੀ ਕਾਲੇ ਰੰਗ ਦੀ, ਇਹ ਕੋਈ ਸਿਸਟਮ ਥੋੜ੍ਹਾ, ਇਹ ਨਹੀਂ ਗਾ। ਸਿਸਟਮ ਦਾ ਮਤਲਬ ਹੈ ਅੰਦਰੂਨੀ ਵਿਵਸਥਾ ਹੈ, ਜਿਹੜੀ ਅੰਦਰੂਨੀ ਅੰਦਰ ਜਿਹੜਾ ਹੈ ਜੋ ਵੀ। ਹਾਂ, ਭਾਸ਼ਾ ਦੇ ਕਹਿੰਦਾ ਸੰਗਠਿਤ ਰੂਪ ਦਾ ਜੇ ਤੁਸੀਂ ਵਰਣਨ ਕਰਨਾ ਹੈ, ਉਹਦੇ ਵਾਸਤੇ ਇਸ ਦੀ ਅੰਦਰੂਨੀ ਵਿਵਸਥਾ ਦਾ ਅਧਿਐਨ ਜ਼ਰੂਰੀ ਹੈ, ਬਾਹਰੀ ਅਵਸਥਾ ਦਾ ਨਹੀਂ। ਅਗਲੀ ਗੱਲ ਉਹ ਇੱਕ ਹੋਰ ਕਹਿੰਦਾ, 5 ਨੰਬਰ ਲਾਸਟ ਨੰਬਰ ਗੱਲ ਕੀ ਕਹਿੰਦਾ, ਉਹ ਕਹਿੰਦਾ ਭਾਸ਼ਾ ਇੱਕ ਸਮਾਜਿਕ ਵਰਤਾਰਾ ਹੈ। ਵਰਤਾਰਾ ਸ਼ਬਦ ਬਹੁਤ ਵਾਰੀ ਆਉਂਦਾ ਹੁੰਦਾ ਅਤੇ ਇਹਦਾ ਮੈਂ ਅਰਥ ਲਿਖਤਾ ਸਲੂਕ ਜਾਂ ਵਿਵਹਾਰ ਨੂੰ ਕਹਿੰਦੇ ਹੈ ਨਾ। ਆਪਾਂ ਕਹੀ ਦਿੰਦੇ ਉਹਨੇ ਮੇਰੇ ਨਾਲ ਬੜਾ ਭੈੜਾ ਸਲੂਕ ਕੀਤਾ, ਬੜਾ ਭੈੜਾ ਵਿਵਹਾਰ ਕੀਤਾ, ਹੈ ਨਾ। ਹਾਂ, ਉਹਨੂੰ ਵਰਤਾਰਾ ਕਿਹਾ ਜਾਂਦਾ। ਸੋ ਭਾਸ਼ਾ ਇੱਕ ਕਹਿੰਦਾ ਵੀ ਸਮਾਜਿਕ ਵਿਵਹਾਰ ਹੈ। ਇਸ ਕਰਕੇ ਇਸ ਨੂੰ ਕੇਵਲ ਭੌਤਿਕ ਲੱਛਣਾਂ ਦਾ ਸਮੁੱਚ ਜਾਂ ਸਮੂਹ ਨਾ ਮੰਨ ਕੇ ਸਮਾਜਿਕ ਪਿਛੋਕੜ ਵਿੱਚ ਵੀ ਦੇਖਣਾ ਚਾਹੀਦਾ ਹੈ। ਪਿਛੋਕੜ ਦਾ ਮਤਲਬ ਤੁਹਾਨੂੰ ਪਤਾ ਹੀ ਹੈ, ਬੈਕਗਰਾਊਂਡ ਹੁੰਦਾ ਹੈ ਨਾ ਅੰਗਰੇਜ਼ੀ ਦੇ ਵਿੱਚ, ਜਿਹਨੂੰ ਆਪਾਂ ਕਹਿ ਦਿੰਦੇ ਪਿਛੋਕੜ। ਅੱਛਾ, ਹੁਣ ਇਸ ਗੱਲ ਨੂੰ ਸਮਝੋ ਵੀ ਉਹਨੇ ਕਿਹਾ ਵੀ ਭਾਸ਼ਾ ਇੱਕ ਸਮਾਜਿਕ ਵਰਤਾਰਾ ਹੈ, ਸਮਾਜਿਕ ਸਲੂਕ ਹੈ। ਕਿਉਂਕਿ ਭਾਸ਼ਾ ਹੈ ਜਿਹੜੀ, ਭਾਸ਼ਾ ਦੇ ਭੌਤਿਕ ਲੱਛਣਾਂ ਦੇ ਉੱਪਰ ਜ਼ਿਆਦਾ ਪਹਿਲਾਂ ਅਧਿਐਨ ਕੀਤਾ ਜਾਂਦਾ ਸੀ, ਸ਼ੋਸ਼ਿਊਰ ਤੋਂ ਪਹਿਲਾਂ ਭਾਸ਼ਾ ਦੇ ਭੌਤਿਕ ਲੱਛਣਾਂ 'ਤੇ ਜ਼ਿਆਦਾ ਧਿਆਨ ਦਿੱਤਾ। ਪਰ ਉਹ ਕਹਿੰਦਾ ਵੀ ਭਾਸ਼ਾ ਨੂੰ ਸਮਾਜ ਦੀ ਦ੍ਰਿਸ਼ਟੀ ਤੋਂ ਵੇਖਣਾ ਬੜਾ ਜ਼ਰੂਰੀ ਹੈ। ਭਾਸ਼ਾ ਸਮਾਜਿਕ ਵਰਤਾਰਾ ਹੈ ਇੱਕ। ਭਾਸ਼ਾ ਨੂੰ ਵਰਤਦੇ ਕੌਣ ਹੈ, ਸਮਾਜ ਦੇ ਲੋਕ ਹੈ, ਸਮਾਜ ਵਰਤਦਾ ਹੈ। ਇਸ ਕਰਕੇ ਉਸ ਨੂੰ ਸਮਾਜਿਕ ਸੰਦਰਭ ਦੇ ਵਿੱਚ ਅਧਿਐਨ ਕਰਨ ਦੀ ਲੋੜ ਹੈ। ਸਮਾਜਿਕ ਵਰਤਾਰਾ ਹੈ, ਸਮਾਜਿਕ ਸਲੂਕ ਹੈ, ਇੱਕ ਸਮਾਜਿਕ ਵਿਵਹਾਰ ਹੈ ਭਾਸ਼ਾ ਇੱਕ। ਇਹ ਵੀ ਗੱਲ ਤੁਸੀਂ ਚੇਤੇ ਰੱਖਣੀ ਹੈ। ਬਹੁਤ ਹੀ ਇੰਪੋਰਟੈਂਟ ਗੱਲਾਂ ਮੈਂ ਕੱਟ ਕੇ ਲਿਖੀਆਂ। ਲਓ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜੇ ਨੇ ਜੁੱਟ ਵਿਰੋਧ ਦਿੱਤੇ ਆ ਨਾ ਉੱਪਰ, ਆ ਜਿਹੜੇ ਇਹਨਾਂ ਦੇ ਵਿੱਚੋਂ ਪ੍ਰਸ਼ਨ ਆਊਗਾ। ਇੱਕ ਚਿਹਨਕ ਤੇ ਚਿਹਨਤ, ਲਾਂਗ ਤੇ ਪਰੋਲ, ਇਕਾਲਕ ਤੇ ਦੁਕਾਲਕ, ਕੜੀਦਾਰ ਤੇ ਲੜੀਦਾਰ। ਲਓ ਆਜੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਚਿਹਨਕ ਤੇ ਚਿਹਨਤ, ਸਿਗਨੀਫਾਇਰ ਤੇ ਸਿਗਨੀਫਾਈਡ। ਇਹ ਦੋਨੇ ਹੈ ਕੀ ਬਲਾਵਾਂ, ਇਹਨਾਂ ਬਾਰੇ ਆਪਾਂ ਚਰਚਾ ਕਰਦੇ ਹਾਂ। ਆਜੋ ਜੀ, ਚਿਹਨਕ ਤੇ ਚਿਹਨਤ। ਸ਼ੋਸ਼ਿਊਰ ਨੇ ਪਰਿਭਾਸ਼ਾ ਦਿੱਤੀ ਆ, ਉਹ ਕਹਿੰਦਾ ਵੀ ਭਾਸ਼ਾ ਚਿੰਨ੍ਹਾਂ ਦਾ ਇੱਕ ਵਿਉਂਤਬੰਦ ਪ੍ਰਬੰਧ ਹੈ। ਉੱਪਰ ਲਿਖ ਰੱਖੀ ਹੈ, ਭਾਸ਼ਾ ਚਿੰਨ੍ਹਾਂ ਦਾ ਵਿਉਂਤਬੰਦ ਪ੍ਰਬੰਧ ਹੈ, ਭਾਸ਼ਾ ਚਿੰਨ੍ਹਾਂ ਦੀ ਵਿਉਂਤਬੰਦ ਵਿਵਸਥਾ ਹੈ, ਭਾਸ਼ਾ ਚਿੰਨ੍ਹਾਂ ਦਾ ਵਿਉਂਤਬੰਦ ਸਿਸਟਮ ਹੈ।
ਜਿਵੇਂ ਮਰਜ਼ੀ ਕਹਿ ਦੇਵੇ, ਉਹ ਪ੍ਰਬੰਧ ਨੂੰ ਸਿਸਟਮ ਲਿਖ ਸਕਦਾ ਹੈ, ਵਿਵਸਥਾ ਲਿਖ ਸਕਦਾ ਹੈ, ਉਹਦੀ ਮਰਜ਼ੀ ਹੈ ਐਗਜ਼ਾਮੀਨਰ ਦੀ। ਇਹ ਪਰਿਭਾਸ਼ਾ ਸ਼ੋਸ਼ੀਓਰ ਨੇ ਦਿੱਤੀ। ਤੁਹਾਨੂੰ ਦੱਸਿਆ ਵੀ ਪਹਿਲਾਂ ਤੁਸੀਂ ਪਰਿਭਾਸ਼ਾਵਾਂ ਬਹੁਤ ਪੜ੍ਹਦੇ ਰਹੇ ਹੋ, ਪਰ ਜਦੋਂ ਚਿੰਨ੍ਹਾਂ ਦੀ ਗੱਲ ਆਊਗੀ, ਜਦੋਂ ਵਿਵਸਥਾ ਦੀ ਗੱਲ ਆਊਗੀ, ਉਦੋਂ ਸਾਡੇ ਸਾਹਮਣੇ ਚਿਹਰਾ ਇੱਕ ਹੀ ਆਊਗਾ, ਉਹ ਹੈਗਾ ਫਰਦੀਨਾ ਦਾ ਸ਼ੋਸ਼ੀਓਰ। ਉਹਨੇ ਕੀ ਕੀਤਾ, ਉਹਨੇ ਕੀ ਕੀਤਾ, ਚਿੰਨ੍ਹ ਆ ਜਿਹੜੇ, ਚਿੰਨ੍ਹ ਸਾਈਨ, ਕਿਉਂਕਿ ਭਾਸ਼ਾ ਜਿਹੜੀ ਉਹ ਚਿੰਨ੍ਹਾਂ ਦਾ ਸਮੂਹ ਵੀ ਹੈ। ਭਾਸ਼ਾ ਚਿੰਨ੍ਹਾਂ ਦਾ ਸਮੂਹ ਆਪਾਂ ਪੜ੍ਹਦੇ ਹਾਂ, ਹੈ ਨਾ। ਮਤਲਬ ਕੀ ਹੈ ਵੀ ਚਿੰਨ੍ਹ ਹੁੰਦੇ ਆ ਆਪਣੇ ਮੁੱਖ ਦੇ ਵਿੱਚੋਂ ਜਿਹੜੀਆਂ ਧੁਨੀਆਂ ਨਿਕਲਦੀਆਂ, ਆਪਾਂ ਜਦੋਂ ਉਹਨਾਂ ਨੂੰ ਅੰਕਿਤ ਕਰਦੇ ਹਾਂ, ਉਹਨਾਂ ਨੂੰ ਅੰਕਿਤ ਕਰਨ ਵਾਸਤੇ ਜੋ ਵੀ ਆਪਾਂ ਕੋਈ ਰੇਖਾ ਲਾਈਨ ਖਿੱਚਦੇ ਹਾਂ, ਉਹਨੂੰ ਆਪਾਂ ਚਿੰਨ੍ਹ ਕਹਿੰਦੇ ਹਾਂ। ਇਹੀ ਗੱਲ ਕਹਿੰਦੇ ਹਾਂ ਨਾ। ਜਿਵੇਂ ਮੰਨ ਲਓ ਕੈ ਸ਼ਬਦ ਮੈਂ ਬੋਲਿਆ, ਕੈ ਅੱਖਰ ਬੋਲਿਆ, ਕੈ ਬੋਲਤਾ ਮੈਂ, ਇਹ ਤਾਂ ਹੈਗਾ ਮੌਖਿਕ ਰੂਪ। ਜਦੋਂ ਮੈਂ ਬੋਲਿਆ ਕੈ, ਇਹ ਤਾਂ ਹੈਗਾ ਧੁਨੀ, ਬੋਲਣ ਦੇ ਵਿੱਚ ਤਾਂ ਆ ਗਈ ਧੁਨੀ। ਜਦੋਂ ਮੈਂ ਇਹਨੂੰ ਇੱਥੇ ਲਿਖਤਾ, ਆ ਚੱਕੋ ਲਿਖਤਾ, ਇਹ ਹੋ ਗਿਆ ਚਿੰਨ੍ਹ। ਸਮਝ ਗਏ ਗੱਲ ਨੂੰ? ਲਓ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਚਿੰਨ੍ਹ ਕਿਹਨੂੰ ਕਹਿੰਦੇ ਆ। ਚਿੰਨ੍ਹ ਸਾਈਨ ਜਿਹਨੂੰ ਅੰਗਰੇਜ਼ੀ 'ਚ ਕਹਿ ਦਿੰਦੇ। ਉਹਨੇ ਕੀ ਕੀਤਾ, ਚਿੰਨ੍ਹਾਂ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ। ਇੱਕ ਉਹਨੇ ਕਿਹਾ ਚਿਹਨਕ, ਇੱਕ ਹੈਗਾ ਚਿਹਨਤ। ਚਿੰਨ੍ਹਾਂ ਨੂੰ ਸਮਝਣ ਵਾਸਤੇ ਤੁਸੀਂ ਇੱਕ ਪਰਿਭਾਸ਼ਾ ਯਾਦ ਰੱਖਣੀ ਹੈ। ਕਿਹਾ ਜਾਂਦਾ ਹੈ ਵੀ ਭਾਸ਼ਾ ਜਿਹੜਾ ਉਹ ਚਿੰਨ੍ਹਾਂ ਦਾ ਸਮੂਹ ਹੈ। ਠੀਕ ਹੈ, ਗੱਲ ਚੇਤੇ ਰੱਖਣੀ ਹੈ ਤੁਸੀਂ। ਭਾਸ਼ਾ ਚਿੰਨ੍ਹਾਂ ਦਾ ਸਮੂਹ ਹੈ, ਕਿਹਾ ਜਾਂਦਾ ਵੀ ਚਿੰਨ੍ਹਾਂ ਦਾ ਸਮੂਹ ਹੈ ਇੱਕ। ਪਰ ਉਹ ਅੱਗੇ ਕਹਿੰਦਾ ਵੀ ਨਹੀਂ, ਚਿੰਨ੍ਹ ਨਹੀਂ, ਚਿੰਨ੍ਹਾਂ ਨੂੰ ਅੱਗੇ ਉਹਨੇ ਕੁਛ ਹੋਰ ਬਣਾਇਆ। ਇੱਕ ਤਾਂ ਉਹਨੇ ਕਰਤਾ ਚਿਹਨਕ, ਇੱਕ ਉਹਨੇ ਕਰਤਾ ਚਿਹਨਤ। ਚਿਹਨਕ ਨੂੰ ਆਪਾਂ ਇੰਗਲਿਸ਼ 'ਚ ਕਹਿ ਦਾਂਗੇ ਸਿਗਨੀਫਾਇਰ, ਚਿਹਨਤ ਨੂੰ ਆਪਾਂ ਕਹਿ ਦਾਂਗੇ ਸਿਗਨੀਫਾਈਡ। ਸਾਈਨ ਤੋਂ ਅੱਗੇ ਬਣਾਇਆ ਸਿਗਨੀਫਾਇਰ ਤੇ ਸਿਗਨੀਫਾਈਡ। ਚਿਹਨਕ ਦਾ ਨਾਮ ਉਹਨੇ ਦਿੱਤਾ ਧੁਨੀ ਬਿੰਬ। ਠੀਕ ਹੈ, ਨਾਮ ਚੇਤੇ ਰੱਖਣੀ ਹੈ। ਚਿਹਨਕ ਦਾ ਨਾਮ ਧੁਨੀ ਬਿੰਬ, ਚਿਹਨਕ ਦਾ ਨਾਮ ਧੁਨੀ ਬਿੰਬ। ਚਿਹਨਤ ਦਾ ਨਾਮ ਸੰਕਲਪ ਜਾਂ ਅਰਥ ਸੰਕਲਪ। ਚਿਹਨਤ ਦਾ ਨਾਮ ਅਰਥ ਜਾਂ ਸੰਕਲਪ ਜਾਂ ਅਰਥ ਸੰਕਲਪ। ਯਾਦ ਰੱਖ ਲਓਗੇ, ਦੋਨਾਂ ਦੇ ਅੱਡ ਅੱਡ ਨਾਮ ਚੇਤੇ ਰੱਖਣੇ ਹੈ। ਠੀਕ ਹੈ, ਜ਼ਰੂਰੀ ਨਹੀਂਗਾ ਵੀ ਉਹ ਚਿਹਨਕ ਹੀ ਲਿਖੇ, ਧੁਨੀ ਬਿੰਬ ਵੀ ਲਿਖ ਸਕਦਾ ਹੈ। ਜ਼ਰੂਰੀ ਨਹੀਂ ਵੀ ਉਹ ਚਿਹਨਤ ਹੀ ਲਿਖੇ, ਸੰਕਲਪ ਵੀ ਲਿਖ ਸਕਦਾ ਹੈ, ਅਰਥ ਸੰਕਲਪ ਵੀ ਲਿਖ ਸਕਦਾ ਹੈ। ਹੁਣ ਉਹ ਕਹਿੰਦਾ ਵੀ ਜਿਹੜਾ ਤਾਂ ਚਿਹਨਕ ਹੈ ਉਹ ਤਾਂ ਹੈਗਾ ਸੂਚਨਾ ਦਾ ਵਾਹਕ, ਸੂਚਨਾ ਨੂੰ ਵਾਹਨ ਕਰਨ ਵਾਲਾ, ਸੂਚਨਾ ਦਾ ਵਾਹਕ ਹੈ, ਉਹ ਤਾਂ ਹੈਗਾ ਚਿਹਨਕ। ਤੇ ਚਿਹਨਤ ਕੀ ਹੈ? ਚਿਹਨਤ ਹੈਗਾ ਸੰਕਲਪ ਜਾਂ ਸੂਚਨਾ ਹੈ। ਠੀਕ ਹੈ, ਸੰਕਲਪ ਜਾਂ ਸੂਚਨਾ। ਸੂਚਨਾ ਉਹਨੇ ਕਿਹਾ ਚਿਹਨਤ ਨੂੰ, ਸੰਕਲਪ ਜਾਂ ਅਰਥ ਸੰਕਲਪ ਜਾਂ ਚਿਹਨਤ ਉਹਨੇ ਕਿਹਨੂੰ ਕਿਹਾ? ਸੂਚਨਾ ਨੂੰ। ਤੇ ਚਿਹਨਕ ਜਾਂ ਧੁਨੀ ਬਿੰਬ ਉਹ ਕਿਹਨੂੰ ਕਹਿੰਦਾ ਹੈ? ਸੂਚਨਾ ਦੇ ਵਾਹਕ ਨੂੰ। ਠੀਕ ਹੈ, ਹੁਣ ਤੁਸੀਂ ਇਹਨੂੰ ਅਰਥ ਸਮਝੋ। ਮੈਂ ਇੱਥੇ ਘੋੜੇ ਸ਼ਬਦ ਦਾ ਉਦਾਹਰਣ ਦਿੱਤਾ। ਅੱਛਾ ਹੁਣ ਦੇਖੋ, ਉੱਪਰ ਥੋੜ੍ਹੀ ਜਿਹੀ ਗੱਲ ਇੱਕ ਲਿਖੀ ਹੋਈ ਹੈ ਵੀ ਜਿਵੇਂ ਚਿੰਨ੍ਹ ਆ ਜਿਹੜਾ ਉਹ ਧੁਨੀ ਬਿੰਬ, ਧੁਨੀ ਬਿੰਬ ਦੀ ਮੈਂ ਇੰਗਲਿਸ਼ ਵੀ ਲਿਖਤੀ ਹੈ, ਸਾਊਂਡ ਇਮੇਜ ਕਿਹਾ ਜਾਂਦਾ। ਧੁਨੀ ਬਿੰਬ ਨੂੰ ਸਾਊਂਡ ਇਮੇਜ। ਅਤੇ ਅਰਥ ਸੰਕਲਪ, ਅਰਥ ਸੰਕਲਪ ਦੀ ਅੰਗਰੇਜ਼ੀ ਬਣਦੀ ਹੈ ਕੰਸੈਪਟ। ਆਪਾਂ ਨੂੰ ਪਤਾ ਹੀ ਹੈ, ਮੈਂ ਵਾਰੀ ਕਹਿੰਦਾ ਹੁੰਦਾ ਵੀ ਕੰਸੈਪਟ ਕਲੀਅਰ ਕਰੋ। ਅਰਥ ਸੰਕਲਪ ਦਾ ਸੰਯੋਜਨ ਹੈ। ਉਹ ਕਹਿੰਦਾ ਵੀ ਚਿਹਨਕ ਤੇ ਚਿਹਨਤ ਦੀ ਜਦੋਂ ਉਹ ਪਰਿਭਾਸ਼ਾ ਦੱਸਦਾ ਹੈ ਨਾ, ਤਾਂ ਉਹ ਸਭ ਤੋਂ ਪਹਿਲੀ ਗੱਲ ਸ਼ੋਸ਼ੀਓਰ ਇਹ ਲਿਖਦਾ, ਉਹ ਕਹਿੰਦਾ ਵੀ ਚਿੰਨ੍ਹ ਹੈ ਜਿਹੜਾ ਉਹ ਚਿਹਨਕ ਤੇ ਚਿਹਨਤ ਦੋਨਾਂ ਦਾ ਸੰਯੋਜਨ ਹੈ। ਚਿਹਨਕ ਦਾ ਨਾਮ ਧੁਨੀ ਬਿੰਬ ਜਾਂ ਸਾਊਂਡ ਇਮੇਜ, ਚਿਹਨਕ ਦਾ ਨਾਮ। ਤੇ ਦੂਸਰਾ ਚਿਹਨਤ ਦਾ ਨਾਮ ਸੰਕਲਪ ਜਾਂ ਅਰਥ ਸੰਕਲਪ। ਇਹਨਾਂ ਦੋਵਾਂ ਦਾ ਸੰਯੋਜਨ ਜੋੜ ਹੈ। ਅਗਲੀ ਗੱਲ ਮੈਂ ਪੜ੍ਹ ਦਿੰਦਾ ਇੱਕ ਵਾਰੀ। ਜਦੋਂ ਕੋਈ ਸ਼ਬਦ ਬੋਲਿਆ ਜਾਂਦਾ ਹੈ ਤਾਂ ਇਹ ਵਸਤੂ ਨਹੀਂ ਹੁੰਦਾ, ਜਦ ਕਿ ਭਾਸ਼ਿਕ ਚਿੰਨ੍ਹ ਹੁੰਦਾ ਹੈ, ਤੇ ਭਾਸ਼ਿਕ ਚਿੰਨ੍ਹਾਂ ਦੇ ਸਮੂਹ ਨੂੰ ਹੀ ਭਾਸ਼ਾ ਆਖਦੇ ਹਨ। ਚਿੰਨ੍ਹ ਹੈ ਜਿਹੜਾ ਉਹ ਧੁਨੀ ਬਿੰਬ ਤੇ ਸੰਕਲਪ ਦੇ ਨਾਲ ਬਣਦਾ ਹੈ। ਅੱਛਾ ਇਹ ਗੱਲ ਤਾਂ ਆਪਣੀ ਹੈ ਨਾ, ਇੱਥੇ ਰਿਪੀਟ ਹੋ ਗਈ ਵੀ ਆਪਾਂ ਜਿਹੜਾ ਚਿੰਨ੍ਹ ਹੈ ਜਿਹੜਾ ਧੁਨੀ ਬਿੰਬ ਤੇ ਸੰਕਲਪ ਦੇ ਜੋੜ ਨਾਲ ਬਣਦਾ। ਉੱਪਰ ਉਹੀ ਗੱਲ ਦਿੱਤੀ ਹੈ, ਧੁਨੀ ਬਿੰਬ ਅਤੇ ਸੰਕਲਪ ਦਾ ਸੰਯੋਜਨ ਹੈ, ਜੋੜ ਹੈ। ਉੱਪਰ ਵਾਲੀ ਗੱਲ ਥੱਲੇ ਘੁਮਾ ਕੇ ਲਿਖਤੀ ਗੱਲ ਹੈ ਨਾ ਮੈਂ। ਦੋਨੇ ਗੱਲਾਂ ਜ਼ਰੂਰੀ ਹੈ ਤੁਹਾਡੇ ਵਾਸਤੇ, ਸੇਮ ਹੀ ਹੈ ਅਰਥ ਦੋਨਾਂ ਦਾ। ਆਹ ਜਿਹੜੀ ਗੱਲ ਨਾ, ਆਹ ਜਿਹੜੀ ਗੱਲ ਹੈ ਜਿਹੜੀ ਲਿਖੀ ਹੋਈ ਮੈਂ, ਤੇ ਜਿਹੜੀ ਆ ਲਿਖੀ ਹੈ, ਇਹਨਾਂ ਦਾ ਅਰਥ ਤਾਂ ਇੱਕ ਹੀ ਬਣਦਾ ਹੈ ਨਾ। ਧਿਆਨ ਨਾਲ ਪੜ੍ਹ ਲਿਓ ਇਹਨਾਂ ਚੀਜ਼ਾਂ ਨੂੰ, ਵਾਰੀ ਪੜ੍ਹਦੇ ਰਹੋ। ਵੀਡੀਓ ਤੁਸੀਂ ਕੋਸ਼ਿਸ਼ ਕਰਿਓ ਵਾਰੀ ਦੇਖ ਸਕੋ। ਅੱਛਾ ਅਗਲੀ ਗੱਲ ਮੈਂ ਤੁਹਾਡੇ ਨਾਲ ਕਰਦਾ ਵੀ ਉਹ ਕਹਿੰਦਾ ਵੀ ਜਦੋਂ ਕੋਈ ਆਪਾਂ ਸ਼ਬਦ ਬੋਲਦੇ ਹਾਂ, ਜਿਵੇਂ ਮੰਨ ਲਓ ਮੈਂ ਸ਼ਬਦ ਬੋਲਿਆ ਘੋੜਾ, ਹੈ ਨਾ। ਘੋੜਾ ਮੈਂ ਮਤਲਬ ਇੱਕ ਪਸ਼ੂ ਵਾਸਤੇ ਬੋਲਿਆ, ਘੋੜਾ ਇੱਕ ਜਾਨਵਰ ਵਾਸਤੇ ਬੋਲਿਆ ਮੈਂ ਸ਼ਬਦ ਬੋਲਿਆ, ਤਾਂ ਇਹ ਵਸਤੂ ਨਹੀਂ ਹੁੰਦਾ, ਜਦ ਕਿ ਭਾਸ਼ਿਕ ਚਿੰਨ੍ਹ ਹੁੰਦਾ ਹੈ। ਘੋੜਾ ਹੈ ਜਿਹੜਾ ਉਹ ਵਸਤੂ ਨਹੀਂਗਾ, ਉਹ ਅਸਲੀ ਜਿਹੜੀ ਚੀਜ਼ ਹੈ ਜਿਹੜੀ ਉਹ ਨਹੀਂਗੀ। ਉਹ ਕਹਿੰਦਾ ਘੋੜਾ ਤਾਂ ਚਿੰਨ੍ਹ ਮਾਤਰ ਹੈ, ਇੱਕ ਕਹਿੰਦਾ ਚਿੰਨ੍ਹ ਹੈ। ਇਸ ਕਰਕੇ ਉਹਨੇ ਭਾਸ਼ਾ ਨੂੰ ਕੀ ਕਿਹਾ ਹੈ? ਉਸ ਨੇ ਕਿਹਾ ਵੀ ਇਹ ਭਾਸ਼ਾ ਚਿੰਨ੍ਹ ਹੈ ਜਿਹੜੇ ਉਹਨਾਂ ਦੇ ਸਮੂਹ ਨੂੰ ਹੀ ਭਾਸ਼ਾ ਆਖਿਆ ਹੈ। ਅੱਛਾ ਤੁਸੀਂ ਹਜੇ ਵੀ ਨਹੀਂ ਸਮਝੇ ਹੋਣੇ ਗੱਲ ਨੂੰ, ਮੈਨੂੰ ਪੱਕਾ ਪਤਾ ਹੈ। ਹੋਰ ਸੁਣੋ ਮੇਰੀ ਗੱਲ ਧਿਆਨ ਨਾਲ। ਉਹ ਕੀ ਕਹਿੰਦਾ ਵੀ ਜਿਹੜਾ ਮੰਨ ਲਓ ਆਪਾਂ ਕੋਈ ਸ਼ਬਦ ਬੋਲਦੇ ਹਾਂ ਕਿਸੇ ਚੀਜ਼ ਨੂੰ ਪ੍ਰਗਟ ਕਰਨ ਵਾਸਤੇ, ਮੋਬਾਈਲ ਫੋਨ ਹੈ ਜਿਹੜਾ,
ਉਹ ਵਸਤੂ ਦਾ ਨਾਮ ਨਹੀਂਗਾ ਮੋਬਾਈਲ। ਮੋਬਾਈਲ ਤਾਂ ਇੱਕ ਕੀ ਹੈ, ਇੱਕ ਭਾਸ਼ਕ ਚਿੰਨ੍ਹ ਹੈ। ਉਹ ਕਹਿੰਦਾ ਇੱਕ ਚਿੰਨ੍ਹ ਹੈ ਵੈਸੇ, ਉਹ ਕਹਿੰਦਾ ਠੀਕ ਹੈ। ਹਾਂ, ਅਸਲੀ ਵਸਤੂ ਹੈ ਜਿਹੜੀ, ਉਹ ਕਹਿੰਦਾ ਵੀ ਉਹ ਹੈਗੀ ਹੈ ਸਾਡੀ ਆਪਣੇ ਚਿਹਨਤ ਜਾਂ ਸੰਕਲਪ ਹੈ ਜਾਂ ਅਰਥ ਸੰਕਲਪ ਹੈ। ਦੋਨਾਂ ਚੀਜ਼ਾਂ ਨੂੰ ਉਹਨੇ ਅੱਡ ਅੱਡ ਕੀਤਾ। ਇਸ ਚੀਜ਼ ਨੂੰ ਮੈਂ ਦੁਬਾਰੇ ਸਮਝਾਉਣਾ, ਤੁਹਾਨੂੰ ਵਧੀਆ ਢੰਗ ਨਾਲ ਸਮਝਾਉਣਾ। ਆ ਲਓ ਇੱਥੇ ਆ ਜਾਓ। ਹਾਂ, ਮੈਂ ਸ਼ਬਦ ਬੋਲਿਆ ਸੀ ਘੋੜਾ। ਹਟ ਜਾਓ ਇੱਕ ਮਿੰਟ, ਇਹਦਾ ਮੈਂ ਵਧੀਆ ਰੰਗ ਲਵਾਂ ਇੱਕ, ਰੈਡ ਹੀ ਠੀਕ ਰਹੂਗਾ। ਹਾਂ, ਸ਼ਬਦ ਮੈਂ ਬੋਲਿਆ ਸੀ ਬੇਟਾ ਜੀ ਘੋੜਾ। ਹਾਂ, ਵੈਸੇ ਤਾਂ ਘੋੜਾ ਇੱਕ ਪਸ਼ੂ ਹੈ, ਆਪਾਂ ਨੂੰ ਪਤਾ ਹੈ। ਜਦੋਂ ਆਪਾਂ ਬੋਲਦੇ ਹਾਂ ਘੋੜਾ ਸ਼ਬਦ, ਆਪਣੇ ਸਾਹਮਣੇ ਇੱਕ 4 ਪੈਰਾਂ ਵਾਲਾ ਅਤੇ ਇੱਕ ਪੂਛ ਲੱਗੀ ਵੀ ਅਤੇ ਸੋਹਣਾ ਸੁਨੱਖਾ ਜਿਹਾ ਜਾਨਵਰ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਨਾ। ਘੋੜਾ ਸ਼ਬਦ ਬੋਲਦੇ ਹਾਂ ਸਾਰੀ ਸਾਡੇ ਦਿਮਾਗ ਦੇ ਵਿੱਚ ਇੱਕ ਚਿੰਨ੍ਹ ਆਉਂਦਾ। ਉਹ ਕੀ ਹੁੰਦਾ? ਘੋੜੇ ਦੀ ਫੋਟੋ, ਘੋੜੇ ਦੀ ਤਸਵੀਰ ਆਉਂਦੀ ਹੈ। ਉਹ ਕਹਿੰਦਾ ਵੀ ਜਦੋਂ ਤੁਸੀਂ ਕੋਈ ਸ਼ਬਦ ਬੋਲਦੇ ਹੋ, ਕਹਿੰਦਾ ਵੀ ਉਹ ਕੋਈ ਵੀ ਭਾਸ਼ਾ ਕੋਈ ਵਸਤੂਆਂ ਦੇ ਨਾਮ ਥੋੜ੍ਹਾ ਹੈ। ਉਹ ਕਹਿੰਦਾ ਇਸ ਗੱਲ ਨੂੰ ਤਾਂ ਉਹਨੇ ਖਾਰਜ ਕਰਤਾ ਵੀ ਭਾਸ਼ਾ ਵਸਤੂਆਂ ਦੇ ਨਾਮ ਨਹੀਂ ਗੇ, ਹੈ ਨਾ। ਇਹਦਾ ਮਤਲਬ ਇਹ ਆ ਵੀ ਘੋੜਾ ਸ਼ਬਦ ਹੈ ਜਿਹੜਾ, ਇਹ ਕੋਈ ਭਾਸ਼ਾ ਨਹੀਂ ਗੀ। ਕਹਿਣ ਦਾ ਮਤਲਬ ਇਹ ਹੈ ਇਹਦਾ ਵੀ ਭਾਸ਼ਾ ਵਸਤੂਆਂ ਦੇ ਨਾਮ ਹੁੰਦੇ ਤਾਂ ਫਿਰ ਉਹ ਕਹਿੰਦਾ ਵੀ ਸਾਰੀ ਦੁਨੀਆ 'ਤੇ ਜਿੰਨੇ ਵੀ ਘੋੜੇ ਆ ਸਾਰਿਆਂ ਵਾਸਤੇ ਘੋੜਾ ਸ਼ਬਦ ਹੀ ਇਸਤੇਮਾਲ ਹੋਣਾ ਸੀਗਾ। ਅੰਗਰੇਜ਼ਾਂ ਨੇ ਉਹਨੂੰ ਹਾਰਸ ਕਹਿਣਾ ਹੀ ਨਹੀਂ ਸੀਗਾ। ਕਹਿੰਦਾ ਅੰਗਰੇਜ਼ਾਂ ਨੇ ਉਹਨੂੰ ਹਾਰਸ ਕਹਿਣਾ ਹੀ ਨਹੀਂ ਸੀ ਕਿਸੇ ਵੀ ਹਾਲਤ ਦੇ ਵਿੱਚ। ਉਹਦਾ ਕਹਿਣ ਦਾ ਮਤਲਬ ਇਹ ਹੈ ਵੀ ਅਸਲੀ ਵਸਤੂ ਹੈ ਜਿਹੜੀ, ਮਤਲਬ ਅਸਲੀ ਜਾਨਵਰ ਹੈ ਜਿਹੜਾ, ਉਹਨੂੰ ਉਹਨੇ ਨਾਮ ਦਿੱਤਾ ਸਿਗਨੀਫਾਈਡ ਦਾ। ਉਹਨੂੰ ਉਹਨੇ ਨਾਮ ਦਿੱਤਾ ਚਿਹਨਤ ਦਾ, ਚਿਹਨਤ। ਅਤੇ ਜਿਹੜੀ ਸੀਗੀ ਆਪਾਂ ਸ਼ਬਦ ਬੋਲਦੇ ਹਾਂ ਘੋੜਾ, ਉਹਨੂੰ ਉਹਨੇ ਨਾਮ ਦਿੱਤਾ ਚਿਹਨਕ ਦਾ, ਚਿਹਨਕ। ਉਹ ਕਹਿੰਦਾ ਵੀ ਆਹ ਭਾਸ਼ਾ ਹੈ ਜਿਹੜੀ, ਇਹਨਾਂ ਧੁਨੀ ਬਿੰਬ, ਚਿਹਨਕ ਮਤਲਬ ਧੁਨੀ ਬਿੰਬ, ਭਾਸ਼ਾ ਹੈ ਜਿਹੜੀ ਉਹ ਧੁਨੀ ਬਿੰਬਾਂ ਦਾ ਇੱਕ ਸਮੂਹ ਹੈ, ਨਾ ਕਿ ਵਸਤੂਆਂ ਦੇ ਨਾਮ ਹੈ। ਉਹ ਕਹਿੰਦਾ ਵਸਤੂਆਂ ਦੇ ਨਾਮ ਨਹੀਂ ਗੇ। ਉਹ ਕਹਿੰਦਾ ਕਿਉਂਕਿ ਵਸਤੂਆਂ ਦੇ ਜੇ ਨਾਮ ਹੁੰਦੇ, ਕਹਿੰਦਾ ਮੰਨ ਲਓ ਭਾਸ਼ਾ ਸਿਰਫ ਇੱਕ ਵਸਤੂਆਂ ਦਾ ਹੀ ਨਾਮ ਹੁੰਦੇ ਤਾਂ ਫਿਰ ਕਹਿੰਦਾ ਵੀ ਦੁਨੀਆ ਦੇ ਜਿੰਨੇ ਵੀ ਘੋੜੇ ਹੈ ਉਹਨਾਂ ਵਾਸਤੇ ਇੱਕ ਹੀ ਸ਼ਬਦ ਹੋਣਾ ਸੀ, ਘੋੜਾ। ਵੀ ਘੋੜਾ ਸ਼ਬਦ ਸਾਰੀ ਦੁਨੀਆ ਦੇ ਵਿੱਚ ਇੱਕੋ ਹੀ ਹੋਣਾ ਸੀ। ਮੋਬਾਈਲ ਫੋਨ ਵਾਸਤੇ ਮੋਬਾਈਲ ਫੋਨ ਵਾਸਤੇ ਫੋਨ ਸ਼ਬਦ ਹੈ ਜਿਹੜਾ, ਉਹ ਸਾਰੀ ਦੁਨੀਆ ਦੇ ਵਿੱਚ ਫੋਨ ਸ਼ਬਦ ਹੀ ਹੋਣਾ ਸੀਗਾ। ਆਪਾਂ ਆਪਣੇ ਹਿਸਾਬ ਨਾਲ ਉਹਦੇ ਨਾਮ ਰੱਖੇ ਫੋਨ ਦੇ, ਹੈ ਨਾ। ਕੁਛ ਵੀ ਹੈ, ਕੋਈ ਵੀ ਚੀਜ਼ ਹੈ, ਮੈਨੂੰ ਜਿਵੇਂ ਮੰਨ ਲਓ ਜਿਵੇਂ ਮੇਰੇ ਹੱਥ 'ਚ ਪੈੱਨ, ਇਹਦਾ ਹਿੰਦੀ ਦੇ ਵਿੱਚ ਆਪਾਂ ਕਲਮ ਲਿਖਦੇ ਹਾਂ ਪੈੱਨ ਨੂੰ, ਇੰਗਲਿਸ਼ ਦੇ ਵਿੱਚ ਪੈੱਨ ਕਹਿੰਦੇ ਹਾਂ। ਸੋ ਇਹ ਚਿਹਨਕ ਆ ਜਿਹੜੇ, ਇਹ ਬਦਲਦੇ ਰਹਿੰਦੇ ਆ। ਬਸ ਵਾਸਤਵਿਕ ਚੀਜ਼ ਨਹੀਂ ਬਦਲਦੀ ਗੀ, ਵਾਸਤਵਿਕ ਅਸਲੀ ਚੀਜ਼ ਤਾਂ ਉਹੀ ਹੈ ਨਾ। ਜਿਵੇਂ ਮੰਨ ਲਓ ਕੁੱਤਾ ਨੂੰ ਆਪਾਂ ਹਿੰਦੀ ਅਤੇ ਪੰਜਾਬੀ ਦੇ ਵਿੱਚ ਕੁੱਤਾ, ਸੰਸਕ੍ਰਿਤ ਦੇ ਵਿੱਚ ਕੂਕਰ, ਅੰਗਰੇਜ਼ੀ ਦੇ ਵਿੱਚ ਡੌਗ ਕਹਿ ਦਿੰਦੇ ਆ, ਹੈ ਨਾ। ਤੋ ਇਹ ਹੈ ਜਿਹੜੇ ਇਹ ਚਿਹਨਕ ਆ ਜਿਹੜੇ ਮੈਂ ਬੋਲੇ ਆ, ਇਹ ਕਿਸੇ ਵਸਤੂ ਦਾ ਨਾਮ ਨਹੀਂ ਬੋਲਿਆ ਮੈਂ, ਚਿਹਨਕ ਆ ਜੋ ਹਰ ਭਾਸ਼ਾ ਦੇ ਵਿੱਚ ਅੱਡ ਬਦਲਦੇ ਰਹਿੰਦੇ ਹੈ। ਹੁਣ ਅੰਗਰੇਜ਼ ਬੰਦਾ ਕੁੱਤਾ ਬੋਲੂਗਾ, ਉਹਦੇ ਦਿਮਾਗ ਦੇ ਵਿੱਚ ਕੁੱਤੇ ਦੀ ਤਸਵੀਰ ਆਉਣੀ ਨਹੀਂ। ਅੰਗਰੇਜ਼ ਨੂੰ ਤੁਸੀਂ ਕਹੋ ਬੋਲ ਕੁੱਤਾ, ਅਤੇ ਆਪਾਂ ਜੇ ਕਿਸੇ ਮੰਨ ਲਓ ਰਾਹ ਜਾਂਦੇ ਨੂੰ ਕਿਸੇ ਨੂੰ ਇੱਥੇ ਤੁਸੀਂ ਕਹਿ ਕੇ ਵੇਖ ਲਓ ਬੇਟਾ ਬੋਲ ਕੁੱਤਾ, ਤਾਂ ਉਹ ਉਦੋਂ ਹੀ ਕਹੂਗਾ ਤੂੰ ਕੁੱਤਾ, ਹੈ ਨਾ। ਸਮਝੇ ਕਿ ਨਹੀਂ ਗੱਲ ਨੂੰ। ਇਸ ਕਰਕੇ ਜਦੋਂ ਅੰਗਰੇਜ਼ ਤਾਂ ਉਦੋਂ ਅੰਗਰੇਜ਼ ਦੇ ਮਨ ਦੇ ਵਿੱਚ, ਅੰਗਰੇਜ਼ ਦੇ ਮਾਈਂਡ ਦੇ ਵਿੱਚ ਕੁੱਤੇ ਦੀ ਤਸਵੀਰ ਕਦੋਂ ਆਊਗੀ? ਜਦੋਂ ਆਪਾਂ ਉਹਨੂੰ ਕਹਾਂਗੇ ਡੌਗ, ਫਿਰ ਉਹਦੇ ਦਿਮਾਗ ਦੇ ਵਿੱਚ ਆਊਗੀ। ਫਿਰ ਉਹਦੇ ਦਿਮਾਗ ਦੇ ਵਿੱਚ 4 ਲੱਤਾਂ ਵਾਲਾ ਭੌਂ ਕਰਦਾ ਕੁੱਤਾ ਸਾਹਮਣੇ ਆਊਗਾ ਉਹਦੇ ਦਿਮਾਗ ਦੇ ਵਿੱਚ, ਹੈ ਨਾ। ਦਿਮਾਗ ਦੇ ਵਿੱਚ ਤਸਵੀਰ ਬਣੀ ਕਦੋਂ? ਕੁੱਤਾ ਸ਼ਬਦ ਸੁਣ ਕੇ। ਇਸ ਕਰਕੇ ਕੁੱਤਾ ਸ਼ਬਦ ਹੈ ਜਿਹੜਾ, ਉਹ ਵਾਸਤਵਿਕ ਪਸ਼ੂ ਦੇ ਨਾਲ ਰਿਲੇਟਡ ਨਹੀਂ ਗਾ। ਮੰਨ ਲਓ ਜੇ ਵਾਸਤਵਿਕ ਪਸ਼ੂ ਦੁਨੀਆ ਦੇ ਉੱਪਰ ਸਾਰੇ ਕੁੱਤੇ, ਹੈ ਨਾ, ਦੁਨੀਆ ਦੇ ਉੱਪਰ ਜਿੰਨੇ ਵੀ ਕੁੱਤੇ ਆ ਉਹਨਾਂ ਦਾ ਨਾਮ ਸਿਰਫ ਕੁੱਤਾ ਹੀ ਹੋਣਾ ਸੀ। ਫਿਰ ਜੇ ਭਾਸ਼ਾ ਸਿਰਫ ਵਸਤੂਆਂ ਦੇ ਨਾਮ ਹੀ ਹੁੰਦੀ ਤਾਂ ਦੁਨੀਆ ਦੇ ਸਾਰੇ ਕੁੱਤਿਆਂ ਨੂੰ ਕੁੱਤਾ ਕਹਿ ਕੇ ਹੀ ਪੁਕਾਰਿਆ ਜਾਣਾ ਸੀ। ਸੰਸਕ੍ਰਿਤ ਦੇ ਲੋਕਾਂ ਨੇ ਕੁੱਕਰ ਨਹੀਂ ਸੀ ਕਹਿਣਾ ਉਹਨੂੰ, ਉਹਨਾਂ ਨੇ ਵੀ ਕੁੱਤਾ ਕਿਹਾ ਕਰਨਾ ਸੀ। ਅੰਗਰੇਜ਼ਾਂ ਨੇ ਉਹਨੂੰ ਡੌਗ ਕਿਉਂ ਕਹਿਣਾ ਸੀ? ਅੰਗਰੇਜ਼ਾਂ ਨੇ ਡੌਗ ਸ਼ਬਦ ਦੀ ਕਿਉਂ ਵਰਤੋਂ ਕਰਨੀ ਸੀ? ਫਿਰ ਅੰਗਰੇਜ਼ਾਂ ਨੇ ਵੀ ਕੁੱਤਾ ਹੀ ਕਹਿਣਾ ਸੀ ਉਹਨੂੰ, ਹੈ ਨਾ। ਇਸ ਕਰਕੇ ਭਾਸ਼ਾ ਹੈ ਜਿਹੜੀ, ਉਹ ਇੱਕ ਚਿੰਨ੍ਹਾਂ ਦਾ ਪ੍ਰਬੰਧ ਹੈ। ਆ ਜਾਓ ਫਿਰ ਇੱਕ ਵਾਰੀ ਫਿਰ ਦੱਸਦਾ ਤੁਹਾਨੂੰ ਗੱਲ ਨੂੰ, ਬੜੀ ਇੰਟਰਸਟਿੰਗ ਗੱਲ ਹੈ, ਬੜੀ ਨਜ਼ਾਰੇ ਦੀ ਚੀਜ਼ ਆ। ਉਵੇਂ ਤਾਂ ਤੁਸੀਂ ਭਾਵੇਂ ਕਿੰਨਾ ਮਰਜ਼ੀ ਜ਼ੋਰ ਲਾ ਲਿਓ, ਪਰ ਜਦੋਂ ਤੁਹਾਨੂੰ ਸਿਮਰਨਜੀਤ ਸਰ ਦੱਸਣਗੇ ਨਾ ਬੇਟਾ ਜੀ, ਉਦੋਂ ਹੀ ਸਮਝ ਆਉਣੀ ਗੱਲ ਇਹ। ਹਾਂ, ਦੁਬਾਰੇ ਫਿਰ ਪੜ੍ਹਦੇ ਹਾਂ ਆਪਾਂ। ਚਿਹਨਕ ਅਤੇ ਚਿਹਨਤ। ਸਭ ਤੋਂ ਪਹਿਲੀ ਗੱਲ ਤੁਸੀਂ ਧਿਆਨ ਰੱਖਣੀ ਆ, ਉਹਨੇ ਚਿੰਨ੍ਹਾਂ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ। ਚਿੰਨ੍ਹ, ਹੈ ਨਾ, ਭਾਸ਼ਾ ਜਿਹੜੀ ਉਹ ਚਿੰਨ੍ਹਾਂ ਦਾ ਸਮੂਹ ਹੈ। ਪਰ ਉਹ ਕਹਿੰਦਾ ਕਿਹੜੇ ਚਿੰਨ੍ਹ ਆ, ਕੋਈ ਪਤਾ ਤਾਂ ਲੱਗੇ ਇਸ ਗੱਲ ਦਾ ਵੀ ਕਿਹੜੇ ਚਿੰਨ੍ਹ। ਫਿਰ ਉਹਨੇ 2 ਭਾਗਾਂ 'ਚ ਵੰਡ ਲਿਆ ਉਹਨੂੰ। ਇੱਕ ਨੂੰ ਉਹਨੇ ਚਿਹਨਕ ਕਹਿਤਾ, ਇੱਕ ਨੂੰ ਉਹਨੇ ਚਿਹਨਤ ਕਹਿਤਾ। ਚਿਹਨਕ ਨੂੰ ਅੰਗਰੇਜ਼ੀ 'ਚ ਕਹਿੰਦੇ ਆਪਾਂ ਸਿਗਨੀਫਾਇਰ, ਚਿਹਨਤ ਨੂੰ ਆਪਾਂ ਕਹਿ ਦਿੰਦੇ ਹਾਂ ਚਿਹਨਤ। ਅਰੇ ਸਮਝ ਤਾਂ ਲੱਗ ਰਹੀ ਹੈ, ਕਾ ਅਤੇ ਤੈ ਦੇ ਵਿੱਚ
ਦੋਨੇ ਅੱਡ ਅੱਡ ਕਿ ਨਹੀਂ। ਖੜ ਜਾਓ, ਇੰਨਾ ਕੁ ਤਾਂ ਕਰ ਹੀ ਦਈਏ ਤੁਹਾਡੇ ਵਾਸਤੇ। ਆਹ ਕੈ ਨਾਲ ਲਿਖਿਆ ਚਿਹਨਕ, ਠੀਕ ਹੈ। ਮੈਂ ਕਿਹਾ ਚਲੋ ਆ ਵੀ ਸਹੀ ਹੈ ਗੱਲ। ਚਿਹਨਕ ਆਹ ਹੈਗਾ ਚਿਹਨਤ, ਆਹ ਕੈ ਕਬੂਤਰ ਨਾਲ ਤੇ ਆਹ ਤੈ ਤਖਤੀ ਨਾਲ, ਠੀਕ ਹੈ। ਇੰਨਾ ਕੁ ਤਾਂ ਪਤਾ ਲੱਗੀ ਜਾਂਦਾ। ਸ਼ੁਕਰ ਹੈ ਰੱਬ ਦਾ ਪਤਾ ਲੱਗ ਰਿਹਾ। ਚਿਹਨਕ ਨੂੰ ਆਪਾਂ ਕਹਿ ਦਿੰਦੇ ਹਾਂ ਧੁਨੀ ਬਿੰਬ। ਜਿਵੇਂ ਘੋੜਾ ਸ਼ਬਦ ਆਪਾਂ ਬੋਲਦੇ ਹਾਂ ਤਾਂ ਇਹ ਇੱਕ ਚਿਹਨਕ ਹੈ। ਘੋੜਾ ਘੋੜੇ ਜਾਨਵਰ ਦਾ ਨਾਮ ਨਹੀਂ ਗਾ, ਵਾਸਤਵਿਕ ਪਸ਼ੂ ਨਹੀਂ ਗਾ ਘੋੜਾ। ਘੋੜਾ ਹੈ ਜਿਹੜਾ ਉਹ ਇੱਕ ਚਿੰਨ੍ਹ ਹੈ ਜੋ ਵਾਸਤਵਿਕ ਪਸ਼ੂ ਨੂੰ ਪ੍ਰਦਰਸ਼ਿਤ ਕਰਦਾ ਹੈ, ਜੋ ਅਸਲੀ ਘੋੜੇ ਨੂੰ ਪ੍ਰਦਰਸ਼ਿਤ ਕਰਦਾ ਹੈ ਨਾ। ਮੰਨ ਲਓ ਵੀ ਇਹੀ ਮੰਨ ਲਓ ਜਿਵੇਂ ਘੋੜਾ, ਮੰਨ ਲਓ ਵੀ ਘੋੜਾ ਸ਼ਬਦ ਹੀ ਮੰਨ ਲਓ ਜੇ ਤੁਸੀਂ ਕਹੋ ਵੀ ਸਰ ਜੀ ਇਹ ਵੀ ਮੰਨ ਲਓ ਚਿਹਨਕ ਆ ਜਿਹੜੇ, ਤਾਂ ਇਹ ਇੱਕ ਤਰ੍ਹਾਂ ਦਾ ਘੋੜਾ ਨਾਮ ਹੀ ਹੈ ਇੱਕ ਪਸ਼ੂ ਦਾ, ਹੈ ਨਾ। ਜੇ ਮੰਨ ਲਓ ਭਾਸ਼ਾ ਇੱਕ ਚੀਜ਼ਾਂ ਦੇ ਨਾਮ ਹੀ ਹੁੰਦੀ ਤਾਂ ਮੈਂ ਤੁਹਾਨੂੰ ਫੇਰ ਗੱਲ ਕਹਿ ਦਿੰਦਾ ਵੀ ਦੁਨੀਆ 'ਤੇ ਜਿੰਨੇ ਵੀ ਘੋੜੇ ਹੈ ਉਹਨਾਂ ਸਾਰਿਆਂ ਨੂੰ ਘੋੜਾ ਹੀ ਕਿਹਾ ਜਾਣਾ ਸੀਗਾ। ਉਹਨਾਂ ਨੂੰ ਕੀ ਲੋੜ ਸੀ ਕਹਿਣ ਦੀ ਅੰਗਰੇਜ਼ਾਂ ਨੂੰ ਹਾਰਸ ਨੂੰ, ਫਿਰ ਉਹਨਾਂ ਨੇ ਵੀ ਘੋੜਾ ਸ਼ਬਦ ਹੀ ਚੱਕ ਲੈਣਾ ਸੀਗਾ। ਫਿਰ ਇਹ ਸੰਚਾਰ ਦੀ ਸਮੱਸਿਆ ਆਉਣੀ ਨਹੀਂ ਸੀ ਫਿਰ ਤਾਂ, ਹੈ ਨਾ। ਚਿਹਨਕ ਜਾਂ ਧੁਨੀ ਬਿੰਬ ਆ। ਜਿਵੇਂ ਆਪਾਂ ਘੋੜਾ ਸ਼ਬਦ ਬੋਲਦੇ ਹਾਂ ਤਾਂ ਇਹ ਇੱਕ ਸੂਚਨਾ ਦਾ ਵਾਹਕ ਹੈ। ਘੋੜਾ ਸ਼ਬਦ ਸਿਰਫ ਸੂਚਨਾ ਦਾ ਵਾਹਕ ਹੈ, ਇੱਕ ਹੋਰ ਕੁਛ ਨਹੀਂ ਗਾ। ਅੱਗੇ ਸਿਗਨੀਫਾਇਰ ਧੁਨੀ ਬਿੰਬ। ਚਿਹਨਕ ਜਾਂ ਸੰਕਲਪ ਹੈ ਜਿਹੜਾ, ਜਾਂ ਅਰਥ ਸੰਕਲਪ ਹੈ, ਉਹ ਹੈਗਾ ਜੀ ਵਾਸਤਵਿਕ ਪਸ਼ੂ। ਜਿਹੜਾ ਵਾਸਤਵਿਕ ਜੋ ਚੀਜ਼ ਹੈ, ਵਾਸਤਵਿਕ ਪਸ਼ੂ ਜਾਂ ਵਾਸਤਵਿਕ ਚੀਜ਼, ਵਾਸਤਵਿਕ ਵਸਤੂ, ਜੋ ਵੀ ਆਪਾਂ ਜਿਹਦਾ ਵੀ ਨਾਮ ਲਿਆ ਹੈ ਨਾ, ਉਹ ਹੈ ਇਹ। ਥੋੜ੍ਹੀਆਂ ਜਿਹੀਆਂ ਗੱਲਾਂ ਤੁਸੀਂ ਦੋ ਧਿਆਨ ਦੇ ਵਿੱਚ ਰੱਖਣੀਆਂ। ਅਗਲੀ ਗੱਲ ਨਾ ਮੈਂ ਇੱਕ ਨੋਟ ਪਾ ਕੇ ਲਿਖੀ ਹੈ, ਬੜੀ ਕੰਮ ਦੀ ਗੱਲ। ਉਹ ਕਹਿੰਦਾ ਭਾਸ਼ਾ ਚਿੰਨ੍ਹਾਂ ਦੀ ਪ੍ਰਕਿਰਤੀ ਆਪ ਹੁਦਰੀ ਹੁੰਦੀ ਹੈ। ਆਪ ਹੁਦਰੀ ਦਾ ਮਤਲਬ ਹੁੰਦਾ ਮਨਮਾਨੀ ਜਾਂ ਆਰਬਿਟਰੇਰੀ, ਇੰਗਲਿਸ਼ ਦੇ ਵਿੱਚ ਆਪਾਂ ਜਿਹਨੂੰ ਕਹਿ ਦਿੰਦੇ ਹਾਂ, ਹੈ ਨਾ। ਉਹ ਕਹਿੰਦਾ ਵੀ ਚਿਹਨਕ ਅਤੇ ਚਿਹਨਤ ਵਿੱਚ ਕੋਈ ਕੁਦਰਤੀ ਜਾਂ ਜ਼ਰੂਰੀ ਸੰਬੰਧ ਨਹੀਂ ਹੁੰਦਾ। ਅਗਲੀ ਗੱਲ ਸੁਣੋ, ਇਹ ਇੱਕ ਸਮਾਜ ਵਿੱਚ ਰਹਿਣ ਵਾਲੇ ਲੋਕਾਂ ਦੇ ਆਪਸੀ ਸਮਝੌਤੇ ਦੇ ਫਲਸਰੂਪ ਹੋਣ ਦੇ ਵਿੱਚ ਆਇਆ ਹੈ। ਭਾਸ਼ਾ ਨਾਮਕਰਨ ਪ੍ਰਣਾਲੀ ਨਹੀਂ ਹੈ। ਭਾਸ਼ਾ ਹੈ ਜਿਹੜੀ ਉਹ ਇੱਕ ਨਾਮਕਰਨ ਪ੍ਰਣਾਲੀ ਨਹੀਂ ਗੀ। ਭਾਸ਼ਾ ਇੱਕ ਵਸਤੂਆਂ ਦੇ ਨਾਮ ਨਹੀਂ ਗੀ। ਉਹ ਕਹਿੰਦਾ ਵੀ ਭਾਸ਼ਾ ਚਿੰਨ੍ਹਾਂ ਦੀ ਪ੍ਰਕਿਰਤੀ ਹੈ ਜਿਹੜੀ ਉਹ ਆਪ ਹੁਦਰੀ ਹੈ, ਮਨਮਾਨੀ ਹੈ। ਮਤਲਬ ਭਾਸ਼ਾ ਚਿੰਨ੍ਹਾਂ ਦਾ ਆਪਸੀ ਸੰਬੰਧ, ਚਿਹਨਕ ਤੇ ਚਿਹਨਤ ਦੋਨਾਂ ਦਾ ਆਪਸੀ ਸੰਬੰਧ ਹੈ, ਉਹ ਮਨਮਾਨਾ ਹੈ, ਆਪ ਹੁਦਰਾ ਹੈ, ਮਨਮਰਜ਼ੀ ਦੇ ਨਾਲ ਬਣਿਆ ਹੋਇਆ ਹੈ। ਮਨਮਰਜ਼ੀ ਦੇ ਨਾਲ ਬਣਿਆ ਹੋਇਆ, ਜਿਹਨੂੰ ਆਪਾਂ ਕਹਿ ਦਿੰਦੇ ਆਪ ਹੁਦਰਾ ਜਾਂ ਮਨਮਾਨਾ। ਇਹਦਾ ਸ਼ਾਬਦਿਕ ਅਰਥ ਬਣਦਾ ਹੈ ਮਨਮਰਜ਼ੀ ਵਾਲਾ। ਮਨਮਰਜ਼ੀ ਦੇ ਨਾਲ ਬਣਿਆ ਹੋਇਆ। ਇਹ ਚਿੰਨ੍ਹ ਕੋਈ ਕੁਦਰਤੀ ਜਾਂ ਜ਼ਰੂਰੀ ਸੰਬੰਧ ਨਹੀਂ ਹੁੰਦਾ ਗਾ। ਜਿਵੇਂ ਸਮਾਜ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਆਪਸੀ ਸਮਝੌਤੇ ਦੇ ਵਿੱਚ, ਸਾਡੀ ਜਮਾਤ ਦੇ, ਮਤਲਬ ਸਾਡੇ ਸਮਾਜ ਦੇ ਵਿੱਚ ਰਹਿਣ ਵਾਲੇ ਲੋਕ ਹੈ ਜਿਹੜੇ, ਉਹਨਾਂ ਨੇ ਸਮਝੌਤੇ ਦੇ ਤਹਿਤ ਇੱਕ ਘੋੜੇ ਨੂੰ ਘੋੜਾ ਕਹਿਣਾ ਸ਼ੁਰੂ ਕਰ ਦਿੱਤਾ। ਉਹ ਮਤਲਬ ਕੀ ਹੈ ਵੀ ਉਹ ਜ਼ਰੂਰੀ ਨਹੀਂ ਗਾ, ਵੀ ਉਹ ਜ਼ਰੂਰੀ ਥੋੜ੍ਹਾ ਸੀ ਵੀ ਲੋਕਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਘੋੜਾ ਹੀ ਆਖੋ, ਘੋੜਾ ਹੀ। ਆਪਾਂ ਨੂੰ ਕਿਸੇ ਨੇ ਦੱਸਿਆ ਕਦੇ ਵੀ ਇਸ ਨੂੰ ਐਂ ਕਹਿਣਾ, ਇਹਨੂੰ ਐਂ ਕਹਿਣਾ? ਨਹੀਂ, ਆਪਾਂ ਹੌਲੀ ਹੌਲੀ ਸਿੱਖਦੇ ਹਾਂ, ਹੈ ਨਾ, ਇਸ ਚੀਜ਼ ਨੂੰ, ਹੈ ਨਾ। ਅਤੇ ਉਵੇਂ ਹੀ ਸਮਾਜ ਦੇ ਲੋਕਾਂ ਨੇ ਉਸ ਚੀਜ਼ ਨੂੰ ਐਕਸੈਪਟ ਕਰ ਲਿਆ ਵੀ ਘੋੜਾ ਨੂੰ ਘੋੜਾ ਹੀ ਕਹਿਣਾ ਹੈ। ਜਿਹੜਾ ਜਾਨਵਰ ਘੋੜਾ, ਉਹਨੂੰ ਘੋੜਾ ਕਹਿਣ ਦਾ ਇੱਕ ਮਤਲਬ ਉਹਨਾਂ ਨੇ ਆਪਸੀ ਸਮਝੌਤੇ ਦੇ ਤਹਿਤ ਆਏ। ਭਾਰਤ ਦੇ ਵਿੱਚ ਆਪਸੀ ਸਮਝੌਤੇ ਦੇ ਤਹਿਤ ਇਸ ਨੂੰ ਘੋੜੇ ਨੂੰ ਘੋੜਾ ਕਿਹਾ ਜਾਂਦਾ ਹੈ। ਸਮਾਜ ਦੇ ਲੋਕਾਂ ਦਾ ਆਪਸੀ ਸਮਝੌਤਾ ਹੈ। ਸਮਾਜ ਦੇ ਲੋਕ ਉਸ ਚੀਜ਼ ਨੂੰ ਐਕਸੈਪਟ ਕਰਦੇ ਆ। ਘੋੜੇ ਨੂੰ ਕੁੱਤਾ ਨਹੀਂ ਕਹਿਣਗੇ, ਕੁੱਤੇ ਨੂੰ ਘੋੜਾ ਨਹੀਂ ਕਹਿਣਗੇ, ਹੈ ਨਾ। ਇੰਨੀ ਕੁ ਤਾਂ ਸੈਂਸ ਹੈ। ਕਾਰਨ ਇਹਦੇ ਪਿੱਛੇ ਕਿਉਂਕਿ ਉਹ ਉਹਨਾਂ ਦਾ ਆਪਸੀ ਸਮਝੌਤੇ ਦੇ ਤਹਿਤ ਆ ਵੀ ਇਹ ਸ਼ਬਦ ਨੂੰ ਪਹਿਲਾਂ ਵੀ ਸਾਡੇ ਪੂਰਵਜ ਵੀ ਇਸ ਜਾਨਵਰ ਨੂੰ ਘੋੜਾ ਬੋਲਦੇ ਆਏ, ਅਸੀਂ ਵੀ ਬੋਲਣਾ। ਉਵੇਂ ਹੀ ਅੰਗਰੇਜ਼ ਆ ਜਿਹੜੇ, ਅੰਗਰੇਜ਼ਾਂ ਦੇ ਪੂਰਵਜ ਵੀ ਇਹਨੂੰ ਹਾਰਸ ਹੀ ਕਹਿੰਦੇ ਆਏ ਅਤੇ ਉਹ ਵੀ ਅੱਗੇ ਹਾਰਸ ਹੀ ਕਹਿੰਦੇ ਆ ਉਹਨੂੰ। ਸਮਝੇ ਗੱਲ ਨੂੰ? ਮੈਂ ਦੋ ਭਾਸ਼ਾਵਾਂ ਦੀ ਤੁਲਨਾ ਦੇ ਨਾਲ ਦੱਸ ਰਿਹਾ ਤੁਹਾਨੂੰ, ਚਿਹਨਕ ਅਤੇ ਚਿਹਨਤ ਕੀ ਚੀਜ਼ ਹੈ। ਉਹ ਕਹਿੰਦਾ ਵੀ ਇਹ ਇੱਕ ਸਮਾਜ ਵਿੱਚ ਰਹਿਣ ਵਾਲੇ ਲੋਕਾਂ ਦੇ ਆਪਸੀ ਸਮਝੌਤੇ ਦੇ ਫਲਸਰੂਪ ਦੋਨਾਂ ਦਾ ਸੰਬੰਧ ਹੈ। ਜਿਹੜਾ ਭਾਸ਼ਾ ਚਿੰਨ੍ਹ ਹੈ ਜਿਹੜੇ, ਮਤਲਬ ਚਿਹਨਕ ਅਤੇ ਚਿਹਨਤ ਵਿੱਚ ਕੋਈ ਕੁਦਰਤੀ ਜਾਂ ਜ਼ਰੂਰੀ ਸੰਬੰਧ ਨਹੀਂ ਹੁੰਦਾ। ਕਹਿੰਦਾ ਕੁਦਰਤੀ ਸੰਬੰਧ ਨਹੀਂ ਹੁੰਦਾ। ਕਹਿੰਦਾ ਕੁਦਰਤੀ ਜਾਂ ਜ਼ਰੂਰੀ ਸੰਬੰਧ ਹੁੰਦਾ ਫਿਰ ਤਾਂ ਉਹ ਕਹਿੰਦਾ ਵੀ ਘੋੜਾ ਸ਼ਬਦ ਹੈ ਜਿਹੜਾ, ਜਾਂ ਕੁੱਤਾ ਮੰਨ ਲਓ, ਕੁੱਤਾ ਸ਼ਬਦ ਹੈ, ਉਹਨੂੰ ਦੁਨੀਆ ਦੇ ਉੱਪਰ ਜਿੰਨੇ ਵੀ ਸੰਸਾਰ ਦੇ ਜਿੰਨੇ ਵੀ ਕੁੱਤੇ ਆ ਉਹਨਾਂ ਨੂੰ ਕੁੱਤੇ ਸ਼ਬਦ ਨਾਲ ਹੀ ਸੰਬੋਧਨ ਕੀਤਾ ਜਾਣਾ ਸੀਗਾ। ਫਿਰ ਤਾਂ ਉਹਨਾਂ ਵਾਸਤੇ ਅੰਗਰੇਜ਼ਾਂ ਨੇ ਡੌਗ ਸ਼ਬਦ ਦਾ ਇਸਤੇਮਾਲ ਹੀ ਨਹੀਂ ਸੀ ਕਰਨਾ। ਇਹ ਹੈ ਜਿਹੜਾ, ਇਹ ਮਨਮਾਨਾ ਹੁੰਦਾ, ਆਪ ਹੁਦਰਾ ਹੁੰਦਾ। ਮਨਮਾਨਾ, ਮਨਮਰਜ਼ੀ ਦੇ ਨਾਲ ਬਣਾਇਆ ਹੋਇਆ ਸਮਾਜ ਦੇ ਲੋਕਾਂ ਵੱਲੋਂ। ਇਹ ਕੋਈ ਕੁਦਰਤੀ ਨਹੀਂ ਬਣਿਆ ਹੁੰਦਾ, ਜਾਂ ਕੋਈ ਜ਼ਰੂਰੀ ਸੰਬੰਧ ਵੀ ਨਹੀਂ ਹੁੰਦਾ। ਜੇ ਜ਼ਰੂਰੀ ਹੁੰਦਾ ਤਾਂ ਫਿਰ ਇੱਕ ਹੀ ਨਿਯਮ ਲਾਗੂ ਹੋਣਾ ਸੀਗਾ ਵੀ ਦੁਨੀਆ ਦੇ ਸਾਰੇ ਕੁੱਤਿਆਂ ਨੂੰ ਕੁੱਤਾ ਹੀ ਕਹਿਣਾ ਵੀ ਤੁਸੀਂ, ਹੈ ਨਾ। ਸਮਝੇ ਗੱਲ ਨੂੰ? ਇਸ ਗੱਲਾਂ ਨੂੰ ਧਿਆਨ ਨਾਲ ਸਮਝਣਾ। ਵੀਡੀਓ 2-3 ਵਾਰੀ ਵੇਖਣੀ ਹੈ ਤੁਸੀਂ ਇਹ। ਔਰ ਰੋਲਾਂ ਬਾਰਤ ਪ੍ਰਸਿੱਧ ਭਾਸ਼ਾ ਵਿਗਿਆਨੀ ਹੈ ਰੋਲਾਂ ਬਾਰਤ। ਕਿਤੇ ਨਾ ਇਹ ਬਾਈ ਮਿਸਟੇਕ ਰੋਲਾਂ ਬਰਾਤ ਲਿਖਿਆ ਹੁੰਦਾ। ਰੋਲਾਂ ਬਰਾਤ, ਮੈਂ ਕਿਹਾ ਬਰਾਤ ਤਾਂ ਸਾਡੇ ਵਿਆਹ ਵਾਲਿਆਂ ਨੂੰ, ਵਿਆਹ ਦੇ ਵਿੱਚ ਜਿਹੜੇ ਹੁੰਦੇ ਆ
ਇਕੱਠੇ ਲੋਕ ਸਾਡੇ ਉਹਨਾਂ ਨੂੰ ਕਹਿ ਦਿੰਦੇ ਆ ਬਰਾਤ, ਕੁੜੀ ਨੂੰ ਵਿਆਹੁਣ ਜਾਂਦੇ ਜਿਹੜੇ ਜੰਨ ਜਾਂਦੀ ਆ ਬਰਾਤ ਕਹਿ ਦਿੰਦੇ ਆ। ਰੋਲਾਂ ਬਾਰਤ, ਰੋਲਾਂ ਬਾਰਤ ਨੇ ਚਿਹਨਕ ਤੇ ਚਿਹਨਤ ਨੂੰ ਇੱਕ ਕਾਗਜ਼ ਦੇ ਦੋ ਪਾਸੇ ਆਖਿਆ ਹੈ। ਸਮਝ ਗਏ ਨਾ? ਇੱਕ ਮੰਨ ਲਓ ਪੇਜ ਹੋਵੇ, ਉਹਦੇ ਦੋ ਪਾਸੇ ਹੁੰਦੇ ਆ ਜਿਹੜੇ, ਹੈ ਨਾ। ਇਹ ਆਹ ਪੇਜ ਹੈ, ਆਹ ਪੇਜ ਹੈ ਜਿਹੜਾ ਮੇਰਾ ਹੱਥ, ਆਹ ਪਾਸਾ ਤੇ ਆਹ ਪਾਸਾ। ਰੋਲਾਂ ਬਾਰਤ ਕਹਿੰਦਾ ਵੀ ਆਹ ਚਿਹਨਕ ਹੈ, ਆਹ ਚਿਹਨਤ ਹੈ, ਇਹ ਅੱਡ ਅੱਡ ਨਹੀਂ ਹੋ ਸਕਦੇ ਇੱਕ ਦੂਜੇ ਤੋਂ। ਇਹ ਗੱਲ ਰੋਲਾਂ ਬਾਰਤ ਨੇ ਆਖੀ ਆ। ਰੋਲਾਂ ਬਾਰਤ ਆਪਾਂ ਪੜ੍ਹਨਾ ਨਹੀਂ ਗਾ ਹਾਲਾਂਕਿ, ਪਰ ਇਹਨੇ ਕੀ ਕੀਤਾ ਹੈ, ਰੋਲਾਂ ਬਾਰਤ ਨੇ ਸ਼ਸ਼ਿਊਰ ਦੀ ਗੱਲ ਨੂੰ ਅੱਗੇ ਹੋਰ ਮਤਲਬ ਉਹਦਾ ਵਿਸ਼ਲੇਸ਼ਣ ਕੀਤਾ ਹੈ। ਠੀਕ ਹੈ, ਗੱਲ ਚੇਤੇ ਰੱਖਣੀ ਹੈ। ਮੰਨ ਲਓ ਪ੍ਰਸ਼ਨ ਆ ਜੇ, ਹੈ ਨਾ, ਵੀ ਇਹਨਾਂ ਦੀ ਚਿਹਨਕ ਤੇ ਚਿਹਨਤ ਦੀ ਤੁਲਨਾ ਇੱਕ ਕਾਗਜ਼ ਦੇ ਦੋ ਪਾਸਿਆਂ ਨਾਲ ਕਿਹਨੇ ਕੀਤੀ ਹੈ, ਤਾਂ ਉੱਤਰ ਹੋਊਗਾ ਜੀ ਰੋਲਾਂ ਬਾਰਤ। ਠੀਕ ਹੈ ਬੇਟਾ ਜੀ। ਅਗਲੀ ਗੱਲ ਕਰਦੇ ਉਹਨੇ, ਲਾਂਘ ਅਤੇ ਪੈਰੋਲ। ਚਿਹਨਕ ਤੇ ਚਿਹਨਤ ਤੁਹਾਡੇ ਕਲੀਅਰ ਹੋ ਗਏ। ਹੁਣ ਉਹਨੇ ਕੀ ਕੀਤਾ, ਲਾਂਘ ਅਤੇ ਪੈਰੋਲ। ਸ਼ਸ਼ਿਊਰ ਨੇ ਭਾਸ਼ਾ ਦੀ ਸਮੁੱਚੀ, ਸਮੁੱਚੇ ਦਾ ਮਤਲਬ ਹੁੰਦਾ ਹੈ ਸਾਰੇ ਦਾ ਸਾਰਾ। ਸਮੁੱਚੇ ਦਾ ਸ਼ਾਬਦਿਕ ਅਰਥ ਸਾਰੇ ਦਾ ਸਾਰਾ। ਸਮੁੱਚਾ ਸ਼ਬਦ ਤੁਹਾਡੇ ਸਾਹਮਣੇ ਆਉਂਦਾ ਹੀ ਰਹਿੰਦਾ ਹੋਣਾ, ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਪਤਾ ਨਹੀਂ ਹੋਣਾ, ਪਰ ਸਮੁੱਚੇ ਦਾ ਮਤਲਬ ਹੁੰਦਾ ਹੋਲ, ਸਾਰੇ ਦਾ ਸਾਰਾ ਜਿਹੜਾ ਹੁੰਦਾ। ਹਾਂਜੀ, ਸ਼ਸ਼ਿਊਰ ਨੇ ਭਾਸ਼ਾ ਦੀ ਸਮੁੱਚੀ ਬਣਤਰ ਨੂੰ ਲਾ ਲੰਗੇ ਦਾ ਨਾਮ ਦਿੱਤਾ ਹੈ। ਇਹ ਗੱਲ ਤੁਸੀਂ ਚੇਤੇ ਰੱਖਣੀ ਹੈ। ਮੰਨ ਲਓ ਪ੍ਰਸ਼ਨ ਆ ਜੇ ਵੀ ਸ਼ਸ਼ਿਊਰ ਨੇ ਭਾਸ਼ਾ ਦੀ ਸਮੁੱਚੀ ਬਣਤਰ ਨੂੰ ਕਿਹਦਾ ਨਾਮ ਦਿੱਤਾ ਜੀ, ਲਾ ਲੰਗੇ ਕਿਹਾ ਉਹਨੇ। ਇਹ ਭਾਸ਼ਾ, ਉਹਦੀ ਭਾਸ਼ਾ ਜਿਹੜੀ 'ਚ ਲਿਖਦਾ ਉਹ ਭਾਸ਼ਾ ਹੈ, ਉਹਦੀ ਹੋਰ ਕੁਛ ਨਹੀਂ ਕੀ ਭਾਸ਼ਾ ਹੈ। ਲਾ ਲੰਗੇ ਅੱਗੇ ਆ ਜਾਊਗਾ ਵੀ ਲਾਂਘ ਤੇ ਪੈਰੋਲ ਉਹਨੇ ਕਿਹੜੀਆਂ ਚੀਜ਼ਾਂ ਨੂੰ ਕਿਹਾ ਹੈ। ਲਾਂਘ ਦਾ ਮਤਲਬ ਹੈ ਭਾਸ਼ਾ ਤੇ ਪੈਰੋਲ ਦਾ ਮਤਲਬ ਹੈ ਉਚਾਰ। ਸਮਝ ਗਏ? ਪਰ ਲਾਂਘ ਦਾ ਮਤਲਬ ਭਾਸ਼ਾ ਤੇ ਪੈਰੋਲ ਦਾ ਮਤਲਬ ਉਸ ਭਾਸ਼ਾ ਦਾ ਉਚਾਰ। ਭਾਸ਼ਾ ਜਿਹੜੀ ਹੁੰਦੀ ਹੈ ਅਸਲੀ, ਉਹਦਾ ਉਹ ਇੱਕ ਤਾਂ ਹੁੰਦੀ ਹੈ ਭਾਸ਼ਾ, ਇੱਕ ਹੁੰਦਾ ਉਹਦਾ ਉਚਾਰਨ। ਦੋਨੇ ਚੀਜ਼ਾਂ ਅਲੱਗ-ਅਲੱਗ ਹੈ, ਦੋਨੋਂ ਇੱਕ ਦੂਜੇ ਦੇ ਵਿਰੋਧੀ ਜੁੱਟ ਹੈ। ਕਿਵੇਂ ਹੈ ਦੇਖੋ, ਅਸਲੀ ਭਾਸ਼ਾ ਕੁਝ ਹੋਰ ਹੁੰਦੀ ਹੈ, ਪਰ ਉਸ ਦਾ ਉਚਾਰਨ ਆਪਾਂ ਹੋਰ ਤਰੀਕੇ ਨਾਲ ਕਰ ਦਿੰਦੇ ਹਾਂ। ਜਿਵੇਂ ਮੰਨ ਲਓ ਆਪਾਂ ਵਾਰਤਕ ਦੇ ਵਿੱਚ ਆਪਾਂ ਗੱਲਾਂ, ਮੰਨ ਲਓ ਗੱਲ ਕਰਦੇ ਹਾਂ ਜਿਵੇਂ ਆਪਸ ਵਿੱਚ, ਭਾਸ਼ਾ ਤਾਂ ਕਹਿੰਦੀ ਆ ਵੀ ਕਰਤਾ ਪਲਸ ਕਰਮ ਪਲਸ ਕਿਰਿਆ, ਭਾਸ਼ਾ ਦੇ ਨਿਯਮ, ਵਿਆਕਰਣ ਨਿਯਮ ਕਹਿੰਦੇ ਆ। ਪਰ ਆਪਾਂ ਕਿੰਨੇ ਨਿਯਮਾਂ ਨੂੰ ਯੂਜ ਕਰਦੇ ਹਾਂ, ਆਪਾਂ ਕਿਰਿਆ ਦਾ ਕਿੰਨਾ ਕੁ ਯੂਜ ਕਰਦੇ ਹਾਂ, ਹੈ ਨਾ। ਆਪਾਂ ਕਿੰਨਾ ਕੁ ਪੂਰਾ ਵਿਆਕਰਣ ਦੇ ਅਨੁਸਾਰ, ਭਾਸ਼ਾ ਦੇ ਨਿਯਮਾਂ ਦੇ ਅਨੁਸਾਰ ਕਿੰਨਾ ਕੁ ਸ਼ੁੱਧ ਬੋਲਦੇ ਹਾਂ, ਹੈ ਨਾ। ਸੋ ਉਹਨੇ ਕੀ ਕਿਹਾ, ਭਾਸ਼ਾ ਦੇ ਜਿਹੜੇ ਨਿਯਮ ਆ, ਭਾਸ਼ਾ ਜਾਂ ਭਾਸ਼ਾ ਦੇ ਨਿਯਮਾਂ ਨੂੰ ਉਹਨੇ ਲਾਂਘ ਕਿਹਾ, ਅਤੇ ਉਹਦੇ ਉਚਾਰ ਨੂੰ, ਉਹਦੀ ਅਸਲੀ ਮਤਲਬ, ਉਹਦਾ ਅਸਲੀ ਪ੍ਰਯੋਗ, ਅਸਲੀ ਵਰਤੋਂ ਜਿਹੜੀ ਲੋਕ ਕਰਦੇ ਆ, ਉਹਦਾ ਉਚਾਰ, ਉਸ ਨੂੰ ਬੋਲਣ ਦਾ ਜਿਹੜਾ ਹੈਗਾ, ਉਹਨੂੰ ਉਹਨੇ ਪੈਰੋਲ ਕਿਹਾ। ਠੀਕ ਹੈ। ਹੁਣ ਅਗਲੀ ਦੋਨਾਂ ਦੇ ਵਿੱਚ ਮੈਂ ਅੱਡ ਅੱਡ ਅੰਤਰ ਕਰ ਦਿੱਤਾ ਅਤੇ ਬਸ ਇਹਦੇ ਵਿੱਚੋਂ ਪ੍ਰਸ਼ਨ ਆਊਗਾ ਜੀ, ਆਊਗਾ ਲਾਂਘ ਅਤੇ ਪੈਰੋਲ 'ਚੋਂ। ਆ ਚੱਕੋ, ਜਿਹੜਾ ਤਾਂ ਲਾਂਘ ਹੈ ਉਹ ਹੈਗਾ ਭਾਸ਼ਾ ਦਾ ਸਿਸਟਮ, ਭਾਸ਼ਾ ਦੇ ਨਿਯਮ ਕਹਿ ਲਓ ਤੁਸੀਂ, ਭਾਸ਼ਾ ਦੀ ਵਿਵਸਥਾ ਨੂੰ ਉਹਨੇ ਲਾਂਘ ਕਹਿਤਾ। ਪੈਰੋਲ ਹੈਗਾ ਭਾਸ਼ਾ ਦੀ ਵਾਸਤਵਿਕ ਵਰਤੋਂ, ਭਾਸ਼ਾ ਦੇ ਰੂਪਾਂ ਦਾ ਸਿਸਟਮ। ਲਾਂਘ ਭਾਸ਼ਾ ਦਾ ਸਿਸਟਮ, ਪੈਰੋਲ ਭਾਸ਼ਾ ਦੇ ਰੂਪਾਂ ਦਾ ਸਿਸਟਮ। ਲਾਂਘ ਭਾਸ਼ਾ ਦਾ ਸਿਸਟਮ, ਪੈਰੋਲ ਭਾਸ਼ਾ ਦੇ ਰੂਪਾਂ ਦਾ ਸਿਸਟਮ। ਭਾਸ਼ਾ ਦਾ ਸਿਸਟਮ, ਭਾਸ਼ਾ ਦੇ ਰੂਪਾਂ ਦਾ ਸਿਸਟਮ। ਮਾਤ ਨਹੀਂ ਖਾਓਗੇ, ਧਿਆਨ ਰੱਖਿਓ, ਬਹੁਤ ਖਤਰਨਾਕ ਪ੍ਰਸ਼ਨ ਬਣਦਾ ਇੱਥੇ। ਜੇ ਮੰਨ ਲਓ ਪੈਰੋਲ ਹੀ ਪੁੱਛ ਲਿਓ, ਉਹ ਪੈਰੋਲ ਕੀ ਹੈ, ਭਾਸ਼ਾ ਦਾ ਸਿਸਟਮ ਉਹਨੇ ਪਹਿਲਾਂ ਹੀ ਦੇ ਦੇਣਾ, ਉਹਨੇ ਪਹਿਲਾ ਆਪਸ਼ਨ ਹੀ, ਅਤੇ ਭਾਸ਼ਾ ਦੇ ਰੂਪਾਂ ਦਾ ਸਿਸਟਮ ਉਹਨੇ 4 ਨੰਬਰ 'ਤੇ ਆਪਸ਼ਨ ਪਾਊਗਾ। ਇਹ ਬਹੁਤ ਖਤਰਨਾਕ ਕੰਮ ਹੈ, ਇਸ ਕਰਕੇ ਥੋੜ੍ਹਾ ਜਿਹਾ ਧਿਆਨ ਨਾਲ ਜਿਹੜੀ ਗੱਲ ਮੈਂ ਪੜ੍ਹੀ ਹੈ ਚੇਤੇ ਰੱਖਿਓ। ਅੱਗੇ ਲਾਂਘ ਕੀ ਹੈ, ਲਾਂਘ ਹੈਗੇ ਆ ਭਾਸ਼ਾ ਦੇ ਸਿਧਾਂਤਕ ਨਿਯਮ ਹੈ। ਪੈਰੋਲ ਹੈਗਾ ਆਪਣੇ ਨਿਯਮ, ਨਿੱਜੀ ਅਮਲ, ਕਿਉਂਕਿ ਸਿਧਾਂਤਕ ਨਿਯਮ ਤਾਂ ਕੁਝ ਹੋਰ ਹੁੰਦੇ ਆ, ਸਿਧਾਂਤ ਦੇ ਵਿੱਚ, ਕਿਤਾਬਾਂ ਦੇ ਵਿੱਚ ਕੁਝ ਹੋਰ ਹੁੰਦੇ ਆ, ਪਰ ਆਪਾਂ ਜਦੋਂ ਬੋਲਦੇ ਹਾਂ ਆਪਾਂ ਆਪਣੇ ਨਿਯਮ ਬਣਾਏ ਹੁੰਦੇ ਆ ਬੋਲਣ ਵੇਲੇ। ਜਦੋਂ ਆਪਾਂ ਆਪ ਬੋਲਦੇ ਆ ਤਾਂ ਉਹਨੂੰ ਉਹਨੇ ਪੈਰੋਲ ਕਿਹਾ, ਆਪਣੇ ਨਿਯਮ, ਉਸ ਦੇ ਉੱਪਰ ਨਿੱਜੀ ਅਮਲ ਕਰਨਾ, ਨਿੱਜੀ ਅਮਲ ਹੈ ਇਹ। ਤਾਂ ਇਹ ਕੀ ਹੈ, ਇਹ ਹੈਗਾ ਭਾਸ਼ਾ ਦੇ ਸਿਧਾਂਤਕ ਨਿਯਮ। ਇਹਦਾ ਮਤਲਬ ਇਹ ਕੀ ਹੈ, ਇਹ ਭਾਸ਼ਾ ਦੀ ਵਿਵਹਾਰਿਕ ਵਰਤੋਂ ਹੈ ਨਾ। ਇਹ ਸਿਧਾਂਤਕ ਨਿਯਮ ਹੈ, ਇਹ ਵਿਵਹਾਰਿਕ ਵਰਤੋਂ ਹੈ, ਜਿਹਨੂੰ ਆਪਾਂ ਨਿੱਜੀ ਅਮਲ ਵੀ ਕਹਿ ਦਿੰਦੇ ਹਾਂ, ਆਪਣੇ ਨਿਯਮ ਬਣਾਏ ਹੋਏ ਹੈ ਨਾ, ਆਪਾਂ ਬੋਲਦੇ ਹਾਂ ਜਦੋਂ। ਅੱਗੇ ਅਗਲੀ ਗੱਲ ਹੈਗਾ ਜੀ, ਇਹ ਤਾਂ ਭਾਸ਼ਾ ਤਾਂ ਹੈ, ਲਾਂਘ ਤਾਂ ਹੈ ਮਨੁੱਖ ਦੀ ਯੋਗਤਾ, ਐਬਿਲਿਟੀ, ਪਰ ਪੈਰੋਲ ਹੈ ਉਸ ਯੋਗਤਾ ਦੀ ਅਭਿਆਸ ਕਿਰਿਆ। ਮਨੁੱਖ ਦੀ ਯੋਗਤਾ ਹੈ ਵੀ ਉਹ ਸਿਧਾਂਤਿਕ ਭਾਸ਼ਾ ਬੋਲ ਸਕਦਾ ਹੈ, ਪਰ ਉਹ ਜਦੋਂ ਉਸ ਯੋਗਤਾ ਦੀ ਅਭਿਆਸ ਕਿਰਿਆ ਕਰਦਾ ਹੈ ਤਾਂ ਉਦੋਂ ਉਹਦੇ ਵਿੱਚ ਫਰਕ ਪਾ ਦਿੰਦਾ ਹੈ। ਇਸ ਕਰਕੇ ਉਹਨੇ ਫਰਕ ਨਾਲ ਦੱਸੀਆਂ ਦੋਨੇ ਭਾਸ਼ਾਵਾਂ। ਦੇਖੋ ਭਾਸ਼ਾ ਹੈ ਤਾਂ ਚੀਜ਼ ਇੱਕ ਹੀ ਹੈ, ਵੀ ਭਾਸ਼ਾ ਜਿਵੇਂ ਮੰਨ ਲਓ ਭਾਸ਼ਾ ਦੇ ਨਿਯਮ ਆ ਜਿਹੜੇ ਸਾਡੇ ਭਾਸ਼ਾ ਵਿਗਿਆਨੀਆਂ ਨੇ ਨਿਰਧਾਰਿਤ ਕੀਤੇ ਆ, ਉਹਨੂੰ ਤਾਂ ਉਹਨੇ ਲਾਂਘ ਕਿਹਾ, ਜਿਹੜੇ ਨਿਯਮ, ਪਰ ਉਹਨਾਂ ਨਿਯਮਾਂ ਦੀ ਵਰਤੋਂ ਜਿਹੜੀ ਕਰਦੇ ਆ ਲੋਕ ਸਮਾਜ ਦੇ ਵਿੱਚ, ਆਪਾਂ ਨਿਯਮਾਂ ਦੀ ਕਿੰਨੀ ਕੁ ਵਰਤੋਂ ਕਰਦੇ, ਆਪਾਂ ਆਪਣੇ ਨਿਯਮ ਬਣਾਏ ਹੁੰਦੇ ਆ, ਉਹਨੂੰ ਉਹਨੇ ਪੈਰੋਲ ਕਿਹਾ। ਯਾਦ ਰੱਖੋਗੇ ਨਾ ਗੱਲ ਨੂੰ, ਪ੍ਰੋਮਿਸ ਕਰੋ ਮੇਰੇ ਨਾਲ। ਹਾਂਜੀ, ਅੱਗੇ
ਐਂ ਹੀ ਹੈ, याद रखने ਤੁਸੀਂ ਬਿਲਕੁਲ रट लियो ਭਾਵੇਂ ਇਹਨੂੰ। ਭਾਸ਼ਾ ਦਾ ਸਮਾਜਿਕ ਤੇ ਸਰਬ ਸਾਂਝਾ ਪੱਖ ਹੈ ਇਹ ਲਾਂਗ, ਜੋ ਕਿ ਸਾਰਿਆਂ ਵਿੱਚ ਸਮਾਨ ਰੂਪ ਵਿੱਚ ਪਾਇਆ ਜਾਂਦਾ ਹੈ। ਮਤਲਬ ਕੀ ਹੈ, ਲਾਂਗ ਹੈ ਇੱਕ ਸਮਾਜਿਕ ਸਮੂਹਿਕ ਹੈ, ਸਮਾਜਿਕ ਹੈ ਜਾਂ ਸਮੂਹਿਕ ਹੈ। ਮੰਨ ਲਓ ਅੱਜ ਵੀ ਲਾਂਗ ਕੀ ਹੈ ਵੀ ਸਮਾਜਿਕ ਹੈ ਜਾਂ ਸਮਾਜਿਕ ਸਮੂਹਿਕ ਤਾਂ ਇੱਕੋ ਹੀ ਗੱਲ ਹੋ ਗਈ। ਪਰ ਪੈਰੋਲ ਹੈ ਜਿਹੜਾ ਉਹ ਵਿਅਕਤੀਗਤ ਹੈ, ਕਿਉਂਕਿ ਭਾਸ਼ਾ ਦਾ ਉਚਾਰਨ ਪੱਧਰ ਤੇ ਵਿਅਕਤੀਗਤ ਪ੍ਰਗਟਾ ਹੈ। ਇਹ ਹੈ ਜਿਹੜਾ ਇਹ ਸਮੂਹਿਕ ਪ੍ਰਗਟਾ ਹੈ, ਇਹ ਵਿਅਕਤੀਗਤ ਪ੍ਰਗਟਾ ਹੈ। ਜਿਵੇਂ ਮੰਨ ਲਓ ਭਾਸ਼ਾ ਦੇ ਨਿਯਮ ਹੁੰਦੇ ਆ, ਭਾਸ਼ਾ ਦੇ ਨਿਯਮ ਤਾਂ ਸਾਰੇ ਸਮਾਜ ਤੇ ਸਾਰੇ ਸਮਾਜ ਦੇ ਉੱਪਰ ਸਰਬ ਸਾਂਝੇ ਰੂਪ ਵਿੱਚ ਲਾਗੂ ਕੀਤੇ ਜਾਂਦੇ ਹੈ। ਪਰ ਉਹ ਨਿਯਮ ਆ ਜਿਹੜੇ ਉਹਨਾਂ ਨੂੰ ਲੋਕ ਆਪਣੇ ਹਿਸਾਬ ਨਾਲ ਨਿਯਮ ਜਿਹੜੇ ਬਣਾਉਂਦੇ ਆ, ਉਹ ਲੋਕ ਅਲੱਗ-ਅਲੱਗ ਬਣਾਉਂਦੇ ਆ, ਹੈ ਨਾ। ਜਿਵੇਂ ਮੰਨ ਲਓ ਮੈਂ ਤੇ ਮੇਰੇ ਨਾਲ ਦਾ ਕੋਈ ਪੰਜਾਬੀ ਵਾਲਾ ਕੋਈ ਵਿਦਵਾਨ ਸਾਥੀ ਹੋਵੇ, ਸਾਡੇ ਦੋਵਾਂ ਦੇ ਉੱਪਰ ਪੰਜਾਬੀ ਭਾਸ਼ਾ ਦੇ ਨਿਯਮ ਇੱਕੋ ਪ੍ਰਕਾਰ ਨਾਲ ਲਾਗੂ ਹੁੰਦੇ ਆ ਸਾਂਝੇ ਰੂਪ ਨਾਲ, ਕਿਉਂਕਿ ਅਸੀਂ ਸਮਾਜ ਦੇ ਨਾਲ ਜੁੜੇ ਹੋਏ ਹਾਂ। ਅਸੀਂ ਸਮਾਜਿਕ ਪ੍ਰਾਣੀ ਹਾਂ, ਦੋਨੋਂ ਸਮਾਜਿਕ ਪ੍ਰਾਣੀ ਹਾਂ। ਸਾਡੇ ਉੱਪਰ ਭਾਸ਼ਾ ਦੇ ਨਿਯਮ ਆ ਜਿਹੜੇ ਸਮਾਨ ਰੂਪ ਵਿੱਚ ਲਾਗੂ ਹੁੰਦੇ ਆ। ਪਰ ਭਾਸ਼ਾ ਬੋਲਣ ਦਾ ਉਸ ਵਿਦਵਾਨ ਦਾ ਤਰੀਕਾ ਹੋਰ ਹੈ ਤੇ ਮੇਰਾ ਨਿਮਾਣੇ ਜੀ ਦਾ ਤਰੀਕਾ ਹੋਰ ਹੈ। ਇਹਨੂੰ ਕਿਹਾ ਜਾਂਦਾ, ਇਹਨੂੰ ਕੀ ਕਿਹਾ ਜਾਂਦਾ? ਇਹਨੂੰ ਕਿਹਾ ਜਾਂਦਾ ਵਿਅਕਤੀਗਤ ਪ੍ਰਗਟਾ। ਇਹ ਹੈ ਜਿਹੜਾ ਇਹ ਇੱਕ ਸਮਾਜਿਕ ਹੈ, ਸਮਾਜਿਕ ਸਿਧਾਂਤ ਹੈ। ਸਮਝ ਗਏ ਨਾ ਗੱਲ ਨੂੰ, ਜਿਹੜੀ ਮੈਂ ਉਦਾਹਰਣ ਦਿੱਤੀ ਹੈ ਵੀ ਸਿਧਾਂਤ ਤਾਂ ਸਾਡੇ ਦੋਵਾਂ ਦੇ ਉੱਪਰ ਇੱਕ ਸਮਾਨ ਲਾਗੂ ਹੋਏ, ਜਾਂ ਜਿੰਨੇ ਵੀ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕ ਆ ਉਹਨਾਂ ਦੇ ਉੱਪਰ ਸਿਧਾਂਤ ਪੰਜਾਬੀ ਭਾਸ਼ਾ ਦੇ ਇੱਕ ਸਮਾਨ 'ਚ ਲਾਗੂ ਹੁੰਦੇ ਆ। ਪਰ ਬੋਲਣ ਦਾ ਤਰੀਕਾ, ਪ੍ਰਗਟਾ ਕਰਨ ਦਾ ਤਰੀਕਾ ਸਾਰਿਆਂ ਦਾ ਅੱਡ-ਅੱਡ ਹੈ। ਜਿਹੜੇ ਤਾਂ ਨਿਯਮ ਆ ਜਿਹੜੇ ਸਾਡੇ ਸਾਰਿਆਂ 'ਤੇ ਸਰਬ ਸਾਂਝੇ ਰੂਪ ਵਿੱਚ ਲਾਗੂ ਹੋਏ, ਉਹਨਾਂ ਨੂੰ ਤਾਂ ਲਾਂਗ ਕਿਹਾ ਜਾਂਦਾ ਹੈ। ਅਤੇ ਅਸੀਂ ਅੱਡ-ਅੱਡ ਤਰੀਕੇ ਨਾਲ ਅਸੀਂ ਵਿਚਾਰਾਂ ਨੂੰ ਪ੍ਰਗਟਾ ਕਰਦੇ ਹਾਂ, ਤਾਂ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਪੈਰੋਲ, ਉਚਾਰ। ਆਹ ਧਿਆਨ ਰੱਖਿਓ, ਲਾਂਗ ਭਾਸ਼ਾ ਨੂੰ ਕਿਹਾ ਜਾਂਦਾ, ਪੈਰੋਲ ਉਸ ਭਾਸ਼ਾ ਦੇ ਉਚਾਰ ਨੂੰ ਕਿਹਾ ਜਾਂਦਾ। ਆਹ ਚੇਤੇ ਰੱਖਣੀ ਹੈ ਗੱਲ ਤੁਸੀਂ। ਲਾਂਗ ਹੈ ਜਿਹੜਾ ਉਹ ਸਮਾਜਿਕ ਹੈ, ਸਮੂਹਿਕ ਹੈ, ਪਤਾ ਲੱਗ ਗਿਆ ਵੀ ਨਿਯਮ ਆ ਜਿਹੜੇ ਸਾਡੇ ਸਾਰਿਆਂ 'ਤੇ ਇੱਕ ਸਮਾਨ ਹੁੰਦੇ ਆ ਲਾਗੂ। ਪਰ ਪੈਰੋਲ ਵਿਅਕਤੀਗਤ ਹੈ, ਮਤਲਬ ਉਸ ਭਾਸ਼ਾ ਦਾ ਪ੍ਰਗਟਾ ਤਾਂ ਵਿਅਕਤੀਗਤ ਹੀ ਹੋਊਗਾ, ਸਮਾਜਿਕ ਥੋੜ੍ਹਾ ਹੋ ਸਕਦਾ। ਨਿਯਮ ਸਮਾਜਿਕ ਹੈ, ਪਰ ਉਸ ਭਾਸ਼ਾ ਨੂੰ ਪ੍ਰਗਟਾ ਕਰਨ ਦਾ ਹਰ ਇੱਕ ਬੰਦੇ ਦਾ ਆਪਣਾ ਤਰੀਕਾ ਪਰਸਨਲ ਹੈ, ਵਿਅਕਤੀਗਤ ਹੈ। ਅਗਲੀ ਮੈਂ ਨੋਟ ਲਾ ਕੇ ਗੱਲ ਲਿਖੀ ਹੈ, ਭਾਸ਼ਾਈ ਪਰਿਵਰਤਨ ਪਹਿਲਾਂ ਉਚਾਰ ਵਿੱਚ ਵਾਪਰਦਾ ਹੈ। ਆਹ ਗੱਲ ਤੁਸੀਂ ਚੇਤੇ ਰੱਖਣੀ ਹੈ, ਬਹੁਤ ਹੀ ਖਤਰਨਾਕ, ਬਹੁਤ ਹੀ ਸ਼ਾਨਦਾਰ ਗੱਲ ਹੈ ਇਹ। ਕਾਰਨ ਕੀ ਹੈ ਇਹਦੇ ਪਿੱਛੇ? ਵੀ ਭਾਸ਼ਾ ਦੇ ਵਿੱਚ ਦੇਖੋ, ਪਹਿਲਾਂ ਭਾਸ਼ਾ ਹੋਰ ਤਰ੍ਹਾਂ ਬੋਲੀ ਜਾਂਦੀ ਸੀ, ਹੌਲੀ ਹੌਲੀ ਭਾਸ਼ਾ ਦੇ ਵਿੱਚ ਵਿਕਾਸ ਹੁੰਦਾ ਗਿਆ। ਉਹ ਕਹਿੰਦਾ ਵੀ ਭਾਸ਼ਾ ਦਾ ਵਿਕਾਸ ਹੈ ਜਿਹੜਾ, ਉਹ ਭਾਸ਼ਾ ਦੇ ਵਿੱਚ ਜਦੋਂ ਪਰਿਵਰਤਨ ਹੁੰਦਾ ਹੈ, ਵਿਕਾਸ ਪਰਿਵਰਤਨ ਨੂੰ ਕਿਹਾ ਜਾਂਦਾ ਵੀ ਜੇ ਪਰਿਵਰਤਨ ਆਊਗਾ ਫਿਰ ਵਿਕਾਸ ਕਿਵੇਂ ਹੋ ਜਾਊਗਾ ਵੀ, ਹੈ ਨਾ। ਇਸ ਕਰਕੇ ਮੱਧਕਾਲ ਦੀ ਭਾਸ਼ਾ ਹੋਰ ਸੀ, ਆਧੁਨਿਕ ਕਾਲ ਦੀ ਥੋੜ੍ਹੀ ਜਿਹੀ ਹੋਰ ਵਧੀਆ ਹੋ ਗਈ, ਡਿਵੈਲਪ ਹੋ ਗਈ। ਨਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸ਼ਬਦ ਜੁੜ ਜਾਂਦੇ ਆ, ਕੁਝ ਸ਼ਬਦ ਹੈ ਜਿਹੜੇ ਇਹਦੇ ਨਾਲੋਂ ਅੱਡ ਹੋ ਜਾਂਦੇ ਆ ਭਾਸ਼ਾ ਦੇ ਨਾਲੋਂ। ਐਂ ਹੀ ਹੁੰਦਾ ਵਿਕਾਸ। ਹੁਣ ਭਾਸ਼ਾਈ ਪਰਿਵਰਤਨ ਪਹਿਲਾਂ ਉਚਾਰ ਵਿੱਚ ਵਾਪਰਦਾ ਹੈ। ਮੰਨ ਲਓ ਤੁਸੀਂ ਕਹੋ ਸਰ ਜੀ, ਮੱਧਕਾਲ ਤੋਂ ਲੈ ਕੇ ਆਧੁਨਿਕ ਕਾਲ ਦੇ ਵਿੱਚ ਜੋ ਪਰਿਵਰਤਨ ਹੋਇਆ, ਕੀ ਭਾਸ਼ਾ ਦੇ ਨਿਯਮਾਂ ਦੇ ਵਿੱਚ ਹੋਇਆ ਜਾਂ ਭਾਸ਼ਾ ਨੂੰ ਬੋਲਣ ਦੇ ਵਿੱਚ ਹੋਇਆ? ਬੋਲਣ ਵਾਲੇ ਲੋਕਾਂ ਨੇ ਪਰਿਵਰਤਨ ਕੀਤਾ ਜਾਂ ਜਿਹੜੇ ਨਿਯਮ ਨਿਰਧਾਰਿਤ ਕੀਤੇ ਆ ਉਹਨਾਂ ਦੇ ਵਿੱਚ ਪਰਿਵਰਤਨ ਹੋਇਆ? ਤਾਂ ਬੋਲਣ ਵਾਲਿਆਂ ਨੇ ਪਰਿਵਰਤਨ ਕੀਤਾ। ਇਹਨੂੰ ਕਹਿੰਦੇ ਵੀ ਉਚਾਰ ਦੇ ਵਿੱਚ ਵਾਪਰਦਾ ਪਹਿਲਾਂ। ਉਚਾਰ ਮਤਲਬ ਪੈਰੋਲ ਵਿੱਚ ਵਾਪਰਦਾ ਹੈ ਵੀ ਭਾਸ਼ਾ ਦੇ ਪਰਿਵਰਤਨ ਜੇ ਕੋਈ ਹੁੰਦਾ ਹੈ ਨਾ ਭਾਸ਼ਾ ਦੇ ਵਿੱਚ, ਮੰਨ ਲਓ ਕੋਈ ਸ਼ਬਦ ਹੈ ਜਿਹੜਾ ਕਿਸੇ ਟਾਈਮ ਪ੍ਰਚਲਨ ਦੇ ਵਿੱਚ ਸੀ, ਮੱਧਕਾਲ ਦੇ ਵਿੱਚ, ਆਧੁਨਿਕ ਕਾਲ ਦੇ ਵਿੱਚ ਪ੍ਰਚਲਨ ਦੇ ਵਿੱਚ ਨਹੀਂ ਰਿਹਾ। ਕਾਰਨ ਕਿਉਂਕਿ ਉਸ ਨੂੰ ਬੋਲਣ ਵਾਲਿਆਂ ਨੇ, ਉਚਾਰ ਕਰਨ ਵਾਲਿਆਂ ਨੇ ਛੱਡਤਾ ਬੋਲਣਾ। ਉਹ ਕਹਿੰਦੇ ਅਸੀਂ ਨਹੀਂ ਬੋਲਣਾ, ਅਤੇ ਉਹ ਬਾਅਦ ਦੇ ਵਿੱਚ ਨਿਯਮਾਂ ਤੋਂ ਵੀ ਬਾਹਰ ਹੋ ਗਿਆ। ਇਸ ਕਰਕੇ ਭਾਸ਼ਾ ਪਰਿਵਰਤਨ ਪਹਿਲਾਂ ਜੇ ਕਿਸੇ ਚੀਜ਼ ਦੇ ਵਿੱਚ ਹੁੰਦਾ, ਲੋਕਾਂ ਨੇ ਨਵਾਂ ਬੋਲਣਾ, ਸ਼ਬਦ ਬੋਲਣਾ ਕੋਈ ਸ਼ੁਰੂ ਕਰਤਾ, ਨਵਾਂ ਬੋਲਣਾ ਸ਼ਬਦ ਸ਼ੁਰੂ ਕੀਤਾ, ਤਾਂ ਉਹ ਕੀ ਹੋਇਆ? ਪੈਰੋਲ, ਉਚਾਰ, ਨਵਾਂ ਸ਼ਬਦ ਜੁੜਿਆ, ਅਤੇ ਉਹ ਬਾਅਦ ਵਿੱਚ ਜੁੜੂਗਾ ਜਾ ਕੇ ਸਿਧਾਂਤਾਂ ਦੇ ਵਿੱਚ, ਨਿਯਮਾਂ ਦੇ ਵਿੱਚ। ਕਹਿਣ ਦਾ ਮਤਲਬ ਭਾਸ਼ਾ ਪ੍ਰੈਕਟੀਕਲੀ ਪਹਿਲਾਂ ਹੁੰਦੀ ਆ, ਉਹਦੇ ਨਿਯਮ ਬਾਅਦ ਵਿੱਚ ਬਣਦੇ ਆ। ਇਹ ਗੱਲ ਸ਼ਸ਼ੀਰ ਦੀ ਕਹਿਣੀ ਹੈ ਵੀ ਪਰਿਵਰਤਨ, ਮੰਨ ਲਓ ਭਾਸ਼ਾ ਪਰਿਵਰਤਨ ਹੈ ਜਿਹੜਾ ਉਹ ਪਹਿਲਾਂ ਉਚਾਰ ਦੇ ਵਿੱਚ ਵਾਪਰਦਾ, ਪਹਿਲਾਂ ਪੈਰੋਲ ਦੇ ਵਿੱਚ ਵਾਪਰਦਾ। ਇਹ ਤੁਸੀਂ ਯਾਦ ਰੱਖਣੀ ਹੈ ਗੱਲ। ਮੈਂ ਤੁਹਾਨੂੰ ਗੱਲ ਦੱਸਦੀ ਹੈ ਨਾ, ਵਿਅਕਤੀਗਤ ਹੁੰਦਾ ਹੈ ਨਾ, ਵੀ ਵਿਅਕਤੀਗਤ ਰੂਪ ਦੇ ਵਿੱਚ ਮੰਨ ਲਓ ਕੋਈ ਆਪਾਂ ਬੋਲਣ ਲੱਗ ਗਏ, ਕੋਈ ਗੱਲ ਵਿਅਕਤੀਗਤ ਰੂਪ ਦੇ ਵਿੱਚ ਸ਼ਬਦ ਬੋਲਣ ਲੱਗੇ, ਹੌਲੀ ਹੌਲੀ ਸ਼ਬਦ ਲੋਕਾਂ ਨੂੰ ਐਕਸੈਪਟ ਆ ਗਿਆ, ਲੋਕਾਂ ਨੂੰ ਚੰਗਾ ਲੱਗਿਆ, ਲੋਕਾਂ ਨੇ ਅਪਣਾ ਲਿਆ, ਉਹ ਸਮਾਜ ਦੇ ਲੋਕਾਂ ਨੇ। ਅਤੇ ਉਹ ਕੀ ਕਰੂਗੇ? ਸਾਡੇ ਭਾਸ਼ਾ ਵਿਗਿਆਨੀ ਉਸ ਨੂੰ ਸਿਧਾਂਤਕ ਰੂਪ ਵਿੱਚ ਲਿਆਉਣਗੇ। ਫਿਰ ਬਾਅਦ ਵਿੱਚ ਉਹ ਬਾਅਦ ਵਿੱਚ ਇੱਥੇ ਆਊਗਾ, ਲਾਂਗ ਭਾਸ਼ਾ ਦੇ ਵਿੱਚ ਬਾਅਦ ਵਿੱਚ ਆਊਗਾ, ਪਹਿਲਾਂ ਉਹ ਪੈਰੋਲ ਉਚਾਰ ਦੇ ਵਿੱਚ ਰਹੂਗਾ। ਸਮਝ ਗਏ ਨਾ। ਦੇਸੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਇਹਦੇ ਵਿੱਚ ਹੀ ਹੁੰਦੇ ਆ, ਉਚਾਰ ਦੇ ਵਿੱਚ। ਹਾਂਜੀ, ਅੱਗੇ ਉਹਨੇ ਕਿਹਾ ਇਕਾਲਕ ਅਤੇ ਦੁਕਾਲਕ। ਅੱਗੇ ਦੋ ਵਿਰੋਧੀ ਜੁੱਟ ਉਹਨੇ ਹੋਰ ਦਿੱਤੇ ਆ। ਇੱਕ ਦਾ ਨਾਮ ਉਹਨੇ ਇਕਾਲਕ ਲਿਖਿਆ, ਇੱਕ ਦਾ ਨਾਮ ਉਹਨੇ ਦੁਕਾਲਕ ਲਿਖਿਆ। ਇਕਾਲਕ ਦਾ ਮਤਲਬ ਤਾਂ ਹੈਗਾ
ਭਾਸ਼ਾ ਦਾ ਵਰਤਮਾਨ ਜਾਂ ਸਮਕਾਲੀ ਅਧਿਐਨ। ਇਕਾਲਿਕ ਦਾ ਸ਼ਾਬਦਿਕ ਅਰਥ ਹੁੰਦਾ ਇੱਕ ਸਮੇਂ ਅਧਿਐਨ। ਇਕਾਲਿਕ ਦਾ ਮਤਲਬ ਹੁੰਦਾ ਇੱਕ ਸਮੇਂ 'ਤੇ ਅਧਿਐਨ ਕਰਨਾ ਭਾਸ਼ਾ ਦਾ, ਕਿਸੇ ਇੱਕ ਸਮੇਂ 'ਤੇ। 1700 ਈਸਵੀ ਵਿੱਚ, 1800 ਈਸਵੀ ਵਿੱਚ, 1900 ਈਸਵੀ ਵਿੱਚ, 1950 ਈਸਵੀ ਵਿੱਚ ਇੱਕ ਸਮੇਂ 'ਤੇ ਅਧਿਐਨ ਕਰਨਾ, ਇੱਕ ਸਦੀ 'ਤੇ ਅਧਿਐਨ ਕਰਨਾ, ਉਹਨੂੰ ਤਾਂ ਕਹਿਤਾ ਉਹਨੇ ਇਕਾਲਿਕ। ਅਤੇ ਦੁਕਾਲਿਕ ਜਾਂ ਕਾਲਕ੍ਰਮਿਕ, ਦੁਕਾਲਿਕ ਦਾ ਦੂਜਾ ਨਾਮ ਕਾਲਕ੍ਰਮਿਕ ਆ, ਧਿਆਨ ਰੱਖਣਾ। ਦੁਕਾਲਿਕ ਦਾ ਦੂਜਾ ਨਾਮ ਕਾਲਕ੍ਰਮਿਕ ਹੈ। ਇਹ ਹੈ ਜੀ ਭਾਸ਼ਾ ਦਾ ਇਤਿਹਾਸਿਕ ਅਧਿਐਨ ਹੈ। ਭਾਸ਼ਾ ਦੇ ਦੋ ਕਾਲ, ਆਦਿ ਕਾਲ ਅਤੇ ਮੱਧ ਕਾਲ, ਦੋਨਾਂ ਦਾ ਤੁਲਨਾਤਮਕ ਅਧਿਐਨ ਕਰ ਲਓ ਚਾਹੇ, ਉਹ ਇਤਿਹਾਸਕ ਭਾਸ਼ਾ ਵਿਗਿਆਨ ਦੇ ਵਿੱਚ ਆਊਗਾ। ਪਰ ਭਾਸ਼ਾ ਨੂੰ ਮੰਨ ਲਓ ਵਰਤਮਾਨ ਦੇ ਵਿੱਚ ਆਪਾਂ ਇਹਨੂੰ 2000 ਸਾਡਾ ਜਿਹੜਾ ਚੱਲ ਰਿਹਾ ਸਨ ਆ ਜਿਹੜਾ, ਇਹਦੇ ਵਿੱਚ ਜੇ ਮੰਨ ਲਓ ਦੇਖਣਾ ਹੋਵੇ ਤਾਂ ਇਸ ਸੰਨ ਦੇ ਵਿੱਚ ਜਦੋਂ ਆਪਾਂ ਦੇਖਾਂਗੇ ਤਾਂ ਇਸ ਸੰਨ ਦੇ ਵਿੱਚ ਜਦੋਂ ਆਪਾਂ ਭਾਸ਼ਾ ਦਾ ਅਧਿਐਨ ਕਰਾਂਗੇ ਤਾਂ ਉਹ ਇਕਾਲਕ ਦੀ ਸਥਿਤੀ ਵਿੱਚ ਆਊਗਾ। ਪਰ ਜੇ ਆਪਾਂ ਪਿੱਛੇ ਜਾ ਕੇ ਕਿਸੇ ਮੰਨ ਲਓ ਦੋ ਸਮੇਂ ਜਾਂ ਦੋ ਸਦੀਆਂ ਨੂੰ ਆਪਾਂ ਧਿਆਨ 'ਚ ਰੱਖ ਕੇ ਮੰਨ ਲਓ ਅਧਿਐਨ ਕਰਦੇ ਹਾਂ ਭਾਸ਼ਾ ਦਾ, ਤਾਂ ਉਹ ਦੁਕਾਲਕ ਜਾਂ ਕਾਲਕ੍ਰਮਕ ਆਊਗਾ। ਸ਼ੋਸ਼ਿਊਰ ਨੇ ਇਕਾਲਕ ਅਧਿਐਨ ਉੱਪਰ ਜ਼ੋਰ ਦਿੱਤਾ ਹੈ। ਧਿਆਨ ਰੱਖਣਾ ਤੁਸੀਂ, ਅਗਰ ਉਸ ਨੇ ਜਿਵੇਂ ਮੰਨ ਲਓ ਸਭ ਤੋਂ ਜ਼ਿਆਦਾ ਚੁਣਿਆ ਇਕਾਲਕ ਅਤੇ ਦੁਕਾਲਕ ਦੇ ਵਿੱਚੋਂ, ਕਿਉਂਕਿ ਇਤਿਹਾਸਕ ਭਾਸ਼ਾ ਵਿਗਿਆਨ ਨੂੰ ਤਾਂ ਉਹਨੇ ਖਾਰਜ ਹੀ ਕਰਤਾ ਸੀਗਾ। ਭਾਸ਼ਾ ਦੇ ਇਤਿਹਾਸਕ ਅਧਿਐਨ ਨਾਲ ਉਹ ਕਹਿੰਦਾ ਵੀ ਭਾਸ਼ਾ ਦਾ ਤੁਸੀਂ ਅਧਿਐਨ ਕਰ ਹੀ ਨਹੀਂ ਸਕਦੇ। ਉਹ ਕਹਿੰਦਾ ਭਾਸ਼ਾ ਨੂੰ ਇਤਿਹਾਸ ਦੇ ਵਿੱਚ ਜਿੰਨਾ ਵੀ ਲਿਖੀ ਜਾਓ ਇਹਦਾ ਕੋਈ ਮਤਲਬ ਨਹੀਂ। ਉਹ ਕਹਿੰਦਾ ਅੱਗੇ ਦੱਸਦਾ ਮੈਂ ਤੁਹਾਨੂੰ ਬੜੇ ਸ਼ਾਨਦਾਰ ਤਰੀਕੇ ਨਾਲ ਨਾ ਉਹਨੇ ਸ਼ਤਰੰਜ ਦੀ ਖੇਡ ਦੀ ਉਦਾਹਰਣ ਦਿੱਤੀ ਹੈ ਨਾ। ਸ਼ਤਰੰਜ ਦੀ ਖੇਡ ਜਿਹੜੀ ਉਹ ਜਿਹਦੇ ਵਿੱਚ ਘੋੜੇ ਹਾਥੀ ਹੁੰਦੇ ਆ, ਸ਼ਤਰੰਜ ਵਾਲੀ ਕਾਲੇ ਚਿੱਟੇ ਜਿਹੇ ਹੁੰਦੇ ਆ ਜਿਹੜੇ ਮੋਹਰੇ, ਹਾਂ ਉਹਦੀ ਉਦਾਹਰਣ ਦਿੱਤੀ ਹੈ ਉਹਨੇ। ਦੱਸਦਾ ਤੁਹਾਨੂੰ, ਸ਼ੋਸ਼ਿਊਰ ਨੇ ਇਕਾਲਿਕ ਅਧਿਐਨ ਦੇ ਉੱਪਰ ਜ਼ਿਆਦਾ ਜ਼ੋਰ ਦਿੱਤਾ ਹੈ, ਤੁਸੀਂ ਚੇਤੇ ਰੱਖਣਾ। ਉਹ ਕੀ ਕਹਿੰਦਾ, ਇਕਾਲਿਕ ਅਧਿਐਨ ਦੀ ਤੁਲਨਾ ਉਹ ਇਕਾਲਿਕ ਅਤੇ ਦੁਕਾਲਿਕ ਅਧਿਐਨ ਦੀ ਤੁਲਨਾ ਉਹ ਸ਼ਤਰੰਜ ਦੀ ਖੇਡ ਦੇ ਨਾਲ ਕਰਦਾ ਹੈ। ਸ਼ਤਰੰਜ ਦੀ ਖੇਡ ਦੇ ਨਾਲ ਕਰਦਾ ਹੈ। ਉਹ ਕਹਿੰਦਾ ਵੀ ਜਿਵੇਂ ਮੰਨ ਲਓ ਸ਼ਤਰੰਜ ਦੀ ਖੇਡ ਹੈ ਬਈ, ਮੈਨੂੰ ਤਾਂ ਵੀ ਧਿਆਨ ਨਹੀਂ ਕੋਈ ਜ਼ਿਆਦਾ ਇੰਨਾ, ਸਿਰਫ ਮੈਂ ਇੱਕ ਮੋਹਰੇ ਬਣਾਤੇ ਆ ਦੋਨਾਂ ਪਾਸੇ ਵਾਲੇ, ਆਹ ਦੋ ਇੱਧਰ ਇੱਕ ਬੈਠਾ ਅਤੇ ਇੱਕ ਭਾਈ ਸਾਹਿਬ ਇੱਧਰ ਬੈਠੇ ਖੇਡੀ ਜਾਂਦੇ ਹੈ ਨਾ, ਦੋ। ਇਸ ਸ਼ਤਰੰਜ ਦੀ ਖੇਡ ਨਾਲ ਤੁਲਨਾ ਕੀਤੀ ਹੈ। ਉਹ ਕਹਿੰਦਾ ਵੀ ਇਕਾਲਿਕ ਅਧਿਐਨ ਦਾ ਮਤਲਬ ਇਹ ਹੈ ਵੀ ਜੇ ਮੰਨ ਲਓ ਕੋਈ ਬਾਹਰੋਂ ਚੱਲ ਕੇ ਆ ਗਿਆ, ਉਹ ਆ ਕੇ ਦੋਨਾਂ ਦਾ ਮੈਚ ਵੇਖਣ ਲੱਗ ਗਿਆ। ਸ਼ਤਰੰਜ ਦਾ ਮੈਚ ਸ਼ੁਰੂ ਹੋਏ ਨੂੰ ਹੋ ਗਿਆ 4 ਘੰਟੇ ਹੋ ਗਏ ਆ, ਠੀਕ ਹੈ, 4 ਘੰਟੇ ਹੋ ਗਏ ਆ। ਉਹ ਕਹਿੰਦਾ 4 ਘੰਟੇ ਪਹਿਲਾਂ ਹੁਣ ਜਿਵੇਂ ਮੰਨ ਲਓ ਆਹ ਬੰਦਾ ਜਿਹੜਾ ਆਇਆ ਤੀਸਰਾ, ਇਹ ਦੋਨਾਂ ਦੀ ਬਾਜੀ ਜਾਣਨਾ ਚਾਹੁੰਦਾ ਵੀ ਆਹ ਕਿਹੜੀ ਬਾਜੀ 'ਤੇ ਫਿਰਦਾ, ਆਹ ਕਿਹੜੀ ਬਾਜੀ 'ਤੇ, ਜਾਂ ਅਗਲੀ ਬਾਜੀ ਕਿਹੜੀ ਚੱਲੀ ਜਾਊਗੀ, ਇਹ ਆਹ ਬੰਦਾ ਤੀਜਾ ਜਾਣਨਾ ਚਾਹੁੰਦਾ। ਅਤੇ ਉਹਦੇ ਵਾਸਤੇ ਇਹਨੂੰ ਪਿੱਛੇ ਜਾਣ ਦੀ ਲੋੜ ਨਹੀਂ ਗੀ ਸ਼ੁਰੂ 'ਚ, ਵੀ ਇਹ ਜਿਹੜੀ ਗੇਮ ਆ ਸ਼ੁਰੂ ਕਿੱਥੋਂ ਹੋਈ ਸੀਗੀ, ਉੱਥੇ ਜਾਣ ਦਾ ਕੋਈ ਮਤਲਬ ਨਹੀਂ। ਕਹਿੰਦਾ ਸਮਝੇ ਨਾ ਗੱਲ ਨੂੰ, ਵੀ ਉੱਥੇ ਜਾਣ ਦਾ ਨਹੀਂ ਮਤਲਬ। ਉਹਦੇ ਵਾਸਤੇ ਉਹਨੇ ਸਿਰਫ ਸਾਹਮਣੇ ਪਏ ਜਿਹੜੇ ਵਰਤਮਾਨ ਸਮਕਾਲ ਦੇ ਵਿੱਚ ਆ ਹੁਣ ਜਿਹੜੀਆਂ ਗੀਟੀਆਂ ਜਿਹੜੀ ਸਥਿਤੀ ਦੇ ਵਿੱਚ ਪਈਆਂ ਉਹਨੂੰ ਦੇਖਣਾ ਜਾ ਕੇ ਉਹਨੇ, ਅਤੇ ਉਹਨੂੰ ਪਤਾ ਲੱਗ ਜੂਗਾ ਵੀ ਕਿਹੜੇ ਨੇ ਕਿਹੜੀ ਚਾਲ ਚੱਲੀ ਹੈ। ਕਹਿੰਦਾ ਉਹਨੂੰ ਆਪੇ ਪਤਾ ਲੱਗ ਜੂਗਾ। ਅਤੇ ਉਵੇਂ ਹੀ ਉਹ ਕਹਿੰਦਾ ਵੀ ਭਾਸ਼ਾ ਦਾ ਅਧਿਐਨ ਕਰਨਾ, ਜਿਵੇਂ ਤੁਸੀਂ ਮੰਨ ਲਓ ਜਿਵੇਂ ਮੰਨ ਲਓ ਐਂ ਹੀ ਸਮਝੋ ਵੀ ਸ਼ਤਰੰਜ ਦੀ ਬਾਜੀ ਪੂਰੀ ਦੀ ਪੂਰੀ ਇੱਕ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਦਾ ਅਧਿਐਨ ਕਰਨ ਗਿਆ ਇਹ ਬੰਦਾ, ਤਾਂ ਇਹਨੂੰ ਪਿੱਛੇ ਜਾਣ ਦੀ ਲੋੜ ਨਹੀਂ ਗੀ ਉਹਦੇ ਵਾਸਤੇ। 4 ਘੰਟੇ ਮਤਲਬ ਪਿਛਲੇ ਸਮੇਂ, ਮਤਲਬ ਇਤਿਹਾਸ ਦੇ ਵਿੱਚ ਜਾਣ ਦਾ ਕੋਈ ਮਤਲਬ ਨਹੀਂ ਇਹਦਾ, ਵੀ ਇਹ ਇਤਿਹਾਸ ਦੇ ਵਿੱਚ ਜਾਵੇ ਵੀ ਪਹਿਲਾਂ ਕੀ ਹੋਇਆ ਸੀ, ਜਾਣ ਦਾ ਕੋਈ ਮਤਲਬ ਨਹੀਂ ਇਹਦਾ। ਇਹਨਾਂ ਤਾਂ ਸਿਰਫ ਸਮਕਾਲੀਨ ਸਥਿਤੀ ਦੇ ਵਿੱਚ ਵੇਖਣਾ ਵੀ ਭਾਸ਼ਾ ਦੀ ਸਥਿਤੀ ਕੀ ਹੈ, ਉਹਦੇ ਆਧਾਰ 'ਤੇ ਉਹ ਵਿਕਾਸ ਨੂੰ ਦੇਖ ਸਕੂਗਾ। ਜਿਵੇਂ ਕਿ ਇੱਕ ਸ਼ਤਰੰਜ ਨੂੰ ਵੇਖਣ ਵਾਲਾ ਬੰਦਾ ਇਹ ਜਾਣ ਸਕਦਾ ਹੈ ਉਹਦੇ ਵਰਤਮਾਨ ਜਿਹੜੇ ਉਹ ਮੋਹਰੇ ਆ, ਜਿਹੜੀ ਸਥਿਤੀ 'ਚ ਪਏ ਆ, ਉਹਨੂੰ ਵੇਖ ਕੇ ਉਹ ਪਤਾ ਲੱਗ ਜੂਗਾ ਉਹਨੂੰ ਵੀ ਕਿਹੜੇ ਨੇ ਕਿਹੜੀ ਚਾਲ ਚੱਲੀ ਹੈ। ਇਸ ਕਰਕੇ ਉਹ ਕਹਿੰਦਾ ਭਾਸ਼ਾ ਨੂੰ ਸਮਕਾਲੀਨ ਸਥਿਤੀ ਦੇ ਵਿੱਚ ਹੀ ਵਾਚਿਆ ਜਾਣਾ ਚਾਹੀਦਾ ਹੈ। ਇਕਾਲਕ ਜਿਹਨੂੰ ਉਹਨੇ ਕਿਹਾ ਤਾਂ ਭਾਸ਼ਾ ਦੇ ਇਕਾਲਿਕ ਅਧਿਐਨ ਦੇ ਉੱਪਰ ਉਸਨੇ ਜ਼ਿਆਦਾ ਜ਼ੋਰ ਦਿੱਤਾ ਹੈ। ਇਕਾਲਿਕ ਦਾ ਮਤਲਬ ਭਾਸ਼ਾ ਦਾ ਵਰਤਮਾਨ ਜਾਂ ਸਮਕਾਲੀ ਅਧਿਐਨ। ਕਿਵੇਂ ਲੱਗੀ ਗੱਲ ਜ਼ਰੂਰ ਦੱਸਿਓ ਮੈਨੂੰ। ਇਹ ਇਕਾਲਿਕ ਅਤੇ ਦੁਕਾਲਿਕ ਦੋਨਾਂ ਦੇ ਵਿੱਚ ਅੰਤਰ ਦੇਖ ਲਓ। ਭਾਸ਼ਾ ਦੀ ਇੱਕ ਕਾਲੀਨ ਸਥਿਤੀ ਨਾਲ ਸੰਬੰਧਿਤ ਹੈ, ਇਹ ਸਥਿਰ ਹੁੰਦਾ ਹੈ, ਵੀ ਧਿਆਨ ਰੱਖਿਓ, ਸਥਿਰ ਹੁੰਦਾ ਇੱਕ ਜਗ੍ਹਾ 'ਤੇ ਟਿਕਿਆ ਹੋਇਆ, ਜਿਹੜਾ ਉਹਨੂੰ ਕਹਿ ਦਿੰਦੇ ਆਪਾਂ ਸਥਿਰ। ਇਕਾਲਿਕ ਅਧਿਐਨ ਸਥਿਰ ਹੁੰਦਾ ਹੈ, ਪਰ ਦੁਕਾਲਿਕ ਅਧਿਐਨ ਹੁੰਦਾ ਗਤੀਸ਼ੀਲ। ਆਹ ਦੇਖੋ, ਗਤੀਸ਼ੀਲ ਦਾ ਵਿਕਾਸ ਦੀ ਅਵਸਥਾ ਦੇ ਵਿੱਚ ਹੁੰਦਾ ਦੁਕਾਲਿਕ ਅਧਿਐਨ। ਇਹਨੂੰ ਭਾਸ਼ਾ ਦਾ ਇੱਕ ਕਾਲੀਨ ਸਥਿਤੀ ਨਾਲ ਸੰਬੰਧਿਤ ਕਿਹਾ ਜਾਂਦਾ ਹੈ। ਇਹਨੂੰ ਭਾਸ਼ਾ ਦਾ ਦੁਕਾਲਿਕ ਅਧਿਐਨ ਨੂੰ ਕਾਲਕ੍ਰਮਿਕ ਬਹੁਕਾਲਿਕ ਸਥਿਤੀ ਨਾਲ ਸੰਬੰਧਿਤ ਕੀਤਾ ਜਾਂਦਾ ਹੈ। ਅਗਰ ਅਜੇ ਵੀ ਭਾਸ਼ਾ ਦੀ ਬਹੁਕਾਲਿਕ ਸਥਿਤੀ ਨਾਲ ਸੰਬੰਧਿਤ ਅਧਿਐਨ ਨੂੰ ਕੀ ਆਖਦੇ ਆ, ਦੁਕਾਲਿਕ ਅਧਿਐਨ ਕਹਿੰਦੇ ਆ। ਭਾਸ਼ਾ ਦੀ ਕਾਲਕ੍ਰਮਿਕ ਸਥਿਤੀ ਨਾਲ ਸੰਬੰਧਿਤ ਅਧਿਐਨ ਨੂੰ ਕੀ ਕਹਿੰਦੇ ਆ, ਦੁਕਾਲਿਕ ਕਹਿੰਦੇ ਆ। ਪਰ ਅਜੇ ਵੀ ਭਾਸ਼ਾ ਦੀ ਇੱਕ ਕਾਲੀਨ ਸਥਿਤੀ ਨਾਲ ਤਾਂ ਇਕਾਲਿਕ ਸੌਖਾ ਹੀ ਹੈ। ਸਥਿਰ ਕਿਹੜਾ ਹੁੰਦਾ ਇਹਦੇ ਵਿੱਚੋਂ, ਸਥਿਰ ਇਕਾਲਿਕ ਹੁੰਦਾ ਹੈ। ਗਤੀਸ਼ੀਲ ਜਾਂ ਵਿਕਾਸਸ਼ੀਲ ਕਿਹੜਾ ਹੁੰਦਾ, ਇਹ ਹੁੰਦਾ ਦੁਕਾਲਿਕ। ਗਤੀਸ਼ੀਲ ਮਤਲਬ ਵਿਕਾਸ ਦੀ ਅਵਸਥਾ।
ਜੌਨ ਲਾਇਨਜ ਭਾਸ਼ਾ ਵਿਗਿਆਨੀ ਆ, ਉਹਨੇ ਦੋ ਗੱਲਾਂ ਲਿਖੀਆਂ। ਹਾਲਾਂਕਿ ਪੜ੍ਹਤਾ ਆਪਾਂ ਸ਼ਸ਼ੀਓਰ ਨੂੰ ਰਹੇ ਹਾਂ, ਪਰ ਜੌਨ ਲਾਇਨਜ ਨੇ ਇਹਨੂੰ ਥੋੜ੍ਹਾ ਜਿਹਾ ਕਲੀਅਰ ਕੀਤਾ ਇਸ ਸਥਿਤੀ ਨੂੰ, ਇਕਾਲਿਕ ਅਤੇ ਦੁਕਾਲਿਕ ਨੂੰ ਦੋਨਾਂ ਨੂੰ ਕਲੀਅਰ ਕਿਵੇਂ ਕੀਤਾ। ਉਹ ਕਹਿੰਦਾ ਵੀ ਕਾਲ ਦੇ ਕਿਸੇ ਵਿਸ਼ੇਸ਼ ਬਿੰਦੂ ਉੱਪਰ ਸਥਿਤੀ ਭਾਸ਼ਾ ਦੇ ਵੇਰਵੇ ਪੇਸ਼ ਕਰਦਾ ਹੈ। ਮੰਨ ਲਓ ਆਹ ਭਾਸ਼ਾ ਆਦਿ ਕਾਲ ਤੋਂ ਸ਼ੁਰੂ ਹੋਈ, ਇੱਥੋਂ ਆਦਿ ਕਾਲ ਤੋਂ ਸ਼ੁਰੂ ਹੋਈ, ਇਸ ਤਰ੍ਹਾਂ ਭਾਸ਼ਾ ਵਿਕਾਸ ਕਰ ਗਈ, ਆ ਵਰਤਮਾਨ ਕਾਲ ਤੇ ਆ ਗਈ। ਇਹ ਲਾਈਨੇਜ ਕਹਿੰਦਾ ਵੀ ਕਿਸੇ ਇੱਕ ਕਾਲ ਦੇ ਕਿਸੇ ਇੱਕ ਵਿਸ਼ੇਸ਼ ਬਿੰਦੂ ਤੇ ਉਹਦਾ ਅਧਿਐਨ ਕਰਨਾ, ਇਹਨੂੰ ਤਾਂ ਉਹਨੇ ਇਕਾਲਿਕ ਭਾਸ਼ਾ ਵਿਗਿਆਨ ਕਿਹਾ ਲਾਈਨੇਜ ਨੇ। ਵਿਕਾਸ ਦੇ ਭਿੰਨ ਭਿੰਨ ਪੜਾਵਾਂ ਵਿੱਚ ਆਈਆਂ ਤਬਦੀਲੀਆਂ ਨੂੰ ਪੇਸ਼ ਕਰਨਾ, ਜਿਵੇਂ ਮੰਨ ਲਓ ਅਧਿਐਨ ਇੱਥੇ ਕਰ ਲਿਆ, ਇੱਕ ਅਧਿਐਨ ਇੱਥੇ ਕਰ ਲਿਆ, ਇੱਕ ਅਧਿਐਨ ਇੱਥੇ ਕਰ ਲਿਆ, ਇੱਕ ਅਧਿਐਨ ਇੱਥੇ ਕਰ ਲਿਆ, ਇਹਨੂੰ ਉਹਨੇ ਕਾਲਕ੍ਰਮਿਕ ਕਿਹਾ ਹੈ ਲਾਈਨੇਜ ਨੇ। ਸਮਝ ਆ ਗਈ ਗੱਲ ਦੀ? ਹਾਂਜੀ, ਅੱਗੇ ਚੱਲਦੇ ਹਾਂ। ਕੜੀਦਾਰ ਤੇ ਲੜੀਦਾਰ ਸੰਬੰਧ। ਇੱਕ ਵਾਕ ਦੇ ਵਿੱਚ ਜੋ ਸ਼ਬਦ ਹੁੰਦੇ ਆ ਉਹ ਖਾਸ ਤਰਤੀਬ ਜਾਂ ਯੋਜਨਾ ਦੇ ਤਹਿਤ ਵਿਚਰਦੇ ਆ। ਕਿਸੇ ਵਾਕ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਸ਼ਬਦ ਹੈ ਜਿਹੜੇ ਕਰਤਾ ਪਲੱਸ ਕਰਮ ਪਲੱਸ ਕਿਰਿਆ ਵਾਲਾ ਸਿਧਾਂਤ ਜਿਹੜਾ ਲਾਗੂ ਹੁੰਦਾ, ਇੱਕ ਆਮ ਜਿਹੜਾ ਵਾਕ ਸਧਾਰਨ ਵਾਕ ਦੇ ਵਿੱਚ ਹੈ ਨਾ, ਇੱਕ ਯੋਜਨਾ ਇੱਕ ਤਰਤੀਬ ਹੈ ਨਾ, ਉਹਨੂੰ ਆਪਾਂ ਤਰਤੀਬ ਨੂੰ ਵਿਗਾੜ ਨਹੀਂ ਸਕਦੇ। ਇੱਕ ਯੋਜਨਾ ਜਿਹੜੀ ਨਿਯਮ ਹੈ ਇੱਕ ਉਹ। ਹਾਂਜੀ, ਅੱਗੇ ਦੇਖੋ। ਅੱਛਾ, ਮੱਖੀ ਨੇ ਕਰਤਾ ਕਿ ਐਵੇਂ? ਹਾਂ, ਠੀਕ ਹੈ। ਵਾਕ ਵਿੱਚ ਜੋ ਸ਼ਬਦ ਕਿਸੇ ਖਾਸ ਤਰਤੀਬ ਜਾਂ ਯੋਜਨਾ ਤਹਿਤ ਵਿਚਰਦੇ ਹਨ ਉਹ ਹੈਗੇ ਆ ਕੜੀਦਾਰ ਸੰਬੰਧ। ਜਿਵੇਂ ਦੇਖੋ ਦੋ ਉਦਾਹਰਨਾਂ ਦਿੱਤੀਆਂ ਮੈਂ, ਮੁੰਡਾ ਹਾਕੀ ਖੇਡਦਾ ਹੈ, ਸ਼ਾਮ ਰੋਟੀ ਖਾਂਦਾ ਹੈ। ਇਸ ਵਾਕ ਵਿੱਚ ਸ਼ਬਦਾਂ ਦੇ ਜਿਹੜੇ ਆਪਸੀ ਸੰਬੰਧ ਹੈ ਜਿਹੜੇ ਉਹ ਹਾਜ਼ਰ ਹਨ, ਸਾਰਥਕ ਵਾਕ ਦੀ ਸਿਰਜਣਾ ਕਰ ਰਹੇ ਹਨ। ਇਹ ਹਾਜ਼ਰੀ ਦੇ ਸੰਬੰਧ ਹੈ। ਜਿਵੇਂ ਮੰਨ ਲਓ ਆਹ ਉਦਾਹਰਣ ਹੈ, ਹੁਣ ਤੁਹਾਨੂੰ ਇੱਕ ਵਾਰੀ ਤਾਂ ਸਮਝ ਨਹੀਂ ਆਈਆਂ ਹੋਣੀਆਂ ਗੱਲਾਂ, ਮੈਂ ਦੱਸਦਾ ਤੁਹਾਨੂੰ। ਮੁੰਡਾ ਹਾਕੀ ਖੇਡਦਾ ਹੈ, ਇਹ ਹੈ ਜਿਹੜਾ ਇਹਨਾਂ ਦੀ ਕਹਿੰਦਾ ਵੀ ਇਹ ਤਰਤੀਬ ਜਾਂ ਯੋਜਨਾ ਹੈ ਵੀ ਨਾਮ ਆ ਗਿਆ ਹੈ ਨਾ, ਫਿਰ ਉਸ ਤੋਂ ਬਾਅਦ ਇੱਕ ਮੰਨ ਲਓ ਕਰਮ ਆ ਗਿਆ, ਫਿਰ ਉਸ ਤੋਂ ਬਾਅਦ ਕਿਰਿਆ ਆ ਗਈਆਂ ਹੈ ਨਾ, ਕਰਤਾ ਕਰਮ ਕਿਰਿਆ ਹੈ ਨਾ। ਇਹ ਹੈ ਜਿਹੜੇ ਆਪਸ ਤਰਤੀਬ ਜਾਂ ਯੋਜਨਾ ਹੈ। ਵਾਕ ਵਿੱਚ ਇਹਨਾਂ ਸ਼ਬਦਾਂ ਦੇ ਆਪਸੀ ਸੰਬੰਧ ਹਾਜ਼ਰ ਹੈ ਇੱਥੇ, ਮਤਲਬ ਕਿ ਆਪਸੀ ਸੰਬੰਧ ਇਹਨਾਂ ਦੇ ਹਾਜ਼ਰ ਹੈ ਕਿਉਂਕਿ ਵਾਕ ਇੱਕ ਹੈ, ਇੱਕ ਵਾਕ ਦੇ ਵਿੱਚ ਇਹ ਹਾਜ਼ਰ ਹੈ। ਇਹਨੂੰ ਤਾਂ ਉਸਨੇ ਕਹਿਤਾ ਕੜੀਦਾਰ ਸੰਬੰਧ। ਦੂਸਰਾ ਉਦਾਹਰਣ ਮੈਂ ਕਿਹਾ ਵੀ ਸ਼ਾਮ ਰੋਟੀ ਖਾਂਦਾ। ਹੁਣ ਜਿਵੇਂ ਮੰਨ ਲਓ ਇੱਕ ਤਾਂ ਮੈਂ ਉਦਾਹਰਣ ਦਿੱਤੀ ਹੈ ਮੁੰਡਾ, ਸਮਝੋ ਇਸ ਚੀਜ਼ ਨੂੰ, ਮੁੰਡਾ ਹਾਕੀ ਖੇਡਦਾ ਹੈ, ਠੀਕ ਹੈ, ਖੇਡਦਾ ਹੈ। ਇੱਕ ਮੈਂ ਲਿਖਿਆ ਸ਼ਾਮ ਰੋਟੀ ਖਾਂਦਾ ਹੈ। ਦੋ ਉਦਾਹਰਨਾਂ ਹੈ। ਕੜੀਦਾਰ ਤੇ ਲੜੀਦਾਰ ਕਿਹਨੂੰ ਕਿਹਾ ਜਾਂਦਾ, ਇਸ ਗੱਲ ਨੂੰ ਥੋੜ੍ਹਾ ਜਿਹਾ ਸਮਝਣਾ ਤੁਸੀਂ ਬਸ। ਇਹ ਆ ਉੱਪਰ ਵਾਲੇ ਆ ਜਿਹੜੇ ਇਹ ਵਾਕ ਦੇ ਵਿੱਚ ਜਿਹੜੇ ਸ਼ਬਦ ਦੇ ਰੱਖੇ ਆ, ਮੁੰਡਾ ਹਾਕੀ ਖੇਡਦਾ ਤੇ ਹੈ, ਇਹ ਤਾਂ ਹੈਗੇ ਆ ਹਾਜ਼ਰੀ ਦੇ ਪ੍ਰਤੀਕ। ਅਗਰ ਇਹ ਹਾਜ਼ਰ ਨਾ ਹੋਣ, ਇਹਨਾਂ ਦੇ ਵਿੱਚੋਂ ਇੱਕ ਅੱਧਾ ਵੀ ਹਾਜ਼ਰ ਆਪਾਂ ਇੱਕ ਅੱਧੇ ਨੂੰ ਵੀ ਖਾਰਜ ਕਰ ਦਈਏ, ਗੈਰ ਹਾਜ਼ਰ ਕਰ ਦਈਏ, ਤਾਂ ਇਹ ਜਿਹੜਾ ਵਾਕ ਦਾ ਕੋਈ ਅਰਥ ਨਹੀਂ ਰਹਿ ਜਾਊਗਾ। ਪਰ ਇਹ ਜਿਹੜੇ ਮੰਨ ਲਓ ਇਹ ਆਪਸ ਦੇ ਵਿੱਚ ਵੀ ਤਾਂ ਇਹਨਾਂ ਦੇ ਦੋ ਵਾਕਾਂ ਦੇ ਵਿੱਚ ਵੀ ਤਾਂ ਹੈ, ਇਹ ਤਾਂ ਹੈ ਕੜੀਦਾਰ, ਇੱਕ ਕੜੀ ਦੇ ਨਾਲ, ਕੜੀ ਦੇ ਥਰੂ, ਇੱਕ ਕੜੀ ਦੇ ਵਾਂਗੂ ਆਪਸ ਦੇ ਵਿੱਚ ਜੁੜੇ ਹੋਏ ਆ। ਜਿਵੇਂ ਕੜੀਆਂ ਨਹੀਂ ਜੁੜੀਆਂ ਹੁੰਦੀਆਂ, ਸੰਗਲ ਸਮਝੋ, ਜਿਵੇਂ ਸੰਗਲ ਹੈ ਨਾ, ਕੜੀ ਜਿਹੜੀ ਆਪਸ ਦੇ ਵਿੱਚ ਉਹਦੀਆਂ ਜੁੜੀਆਂ ਹੁੰਦੀਆਂ ਕੜੀਆਂ, ਇਹ ਕੜੀ ਦੇ ਦੁਆਰਾ ਆਪਸ ਦੇ ਵਿੱਚ ਜੁੜੇ ਹੋਏ ਆ। ਇਹਨਾਂ ਦੇ ਵਿੱਚੋਂ ਕਿਸੇ ਨੂੰ ਖਾਰਜ ਨਹੀਂ ਕਰ ਸਕਦੇ। ਇਹ ਸਾਰਿਆਂ ਦਾ ਹਾਜ਼ਰ ਰਹਿਣਾ ਬਹੁਤ ਜ਼ਰੂਰੀ ਹੈ, ਹਾਜ਼ਰੀ ਹੈ। ਹੁਣ ਦੇਖ ਲਓ ਲੜੀਦਾਰ ਸੰਬੰਧ ਉਹਨੇ ਕਿਹਨੂੰ ਕਿਹਾ, ਆ ਜਿਹੜੇ ਆਪਸੀ ਸੰਬੰਧ ਆ, ਮੁੰਡਾ ਤੇ ਸ਼ਾਮ ਸ਼ਬਦ ਦੇ, ਹਾਕੀ ਤੇ ਰੋਟੀ ਸ਼ਬਦ ਦੇ, ਖੇਡਦਾ ਤੇ ਖਾਂਦਾ ਸ਼ਬਦ ਦੇ, ਹੈ ਤੇ ਹੈ ਦੋਨੇ, ਇਹਨਾਂ ਸ਼ਬਦਾਂ ਦੇ ਆਪਸੀ ਸੰਬੰਧਾਂ ਨੂੰ ਉਹ ਲੜੀਦਾਰ ਸੰਬੰਧ ਕਹਿੰਦਾ ਹੈ, ਜੋ ਕਿ ਗੈਰ ਹਾਜ਼ਰੀ ਦੇ ਪ੍ਰਤੀਕ ਹਨ। ਇਹ ਗੈਰ ਹਾਜ਼ਰ ਇੱਕ ਦੂਸਰੇ ਤੋਂ, ਮੰਨ ਲਓ ਇਹ ਗੈਰ ਹਾਜ਼ਰ ਆ ਕਿਉਂਕਿ ਜਦੋਂ ਆਪਾਂ ਮੁੰਡਾ ਹਾਕੀ ਖੇਡਦਾ ਹੈ, ਇਹਦੇ ਵਿੱਚ ਮੁੰਡਾ ਸ਼ਬਦ ਜਦੋਂ ਆਪਾਂ ਹਾਜ਼ਰ ਕਰਦੇ ਹਾਂ ਤਾਂ ਇਹ ਹੋ ਜਾਊਗਾ ਕੜੀਦਾਰ। ਹੁਣ ਦੂਸਰਾ ਮੁੰਡਾ ਤੇ ਸ਼ਾਮ ਹੈ ਜਿਹੜੇ ਇਹ ਹੈਗੇ ਆ ਲੜੀਦਾਰ, ਜੋ ਕਿ ਗੈਰ ਹਾਜ਼ਰੀ ਹਨ। ਇਹ ਗੈਰ ਹਾਜ਼ਰੀ ਦੇ ਸੰਬੰਧ ਹੈ, ਇੱਕ ਲੜੀ ਦੇ ਵਿੱਚ ਬੱਝੇ ਹੋਏ ਆ। ਮੁੰਡਾ ਤੇ ਸ਼ਾਮ, ਖੇਡਦਾ ਅਤੇ ਜਾਂਦਾ, ਇਹ ਸ਼ਬਦ ਹੈ ਜਿਹੜੇ ਦੋ ਵਾਕਾਂ ਦੇ ਯੂਨਿਟ ਹਨ। ਇਹ ਦੋ ਵਾਕਾਂ ਦੇ ਯੂਨਿਟ ਹੈ। ਦੋ ਵਾਕਾਂ ਦੇ ਮੈਂ ਕੰਪੈਰੀਜ਼ਨ ਤੁਲਨਾ ਕੀਤੀ ਹੈ ਜੋ ਲੜੀ ਦੇ ਵਿੱਚ ਬਣਦੇ ਹਨ ਤੇ ਗੈਰ ਹਾਜ਼ਰੀ ਦੇ ਸੰਬੰਧ ਹਨ। ਧਿਆਨ ਰੱਖਣਾ ਤੁਸੀਂ, ਸਭ ਤੋਂ ਵੱਡੀ ਗੱਲ ਮੇਨ ਇਹਦੇ ਵਿੱਚ ਹੈ, ਕੜੀਦਾਰ ਤਾਂ ਹੈਗੇ ਆ ਹਾਜ਼ਰੀ ਦੇ ਸੰਬੰਧ। ਕੜੀਦਾਰ ਹਾਜ਼ਰੀ ਪ੍ਰੈਜ਼ੈਂਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਲੜੀਦਾਰ ਗੈਰ ਹਾਜ਼ਰੀ ਆ। ਆਹ ਸਭ ਤੋਂ ਵੱਡੀ ਗੱਲ ਹੈ, ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਲਓ ਬੇਟਾ ਜੀ, ਇਹ ਗੱਲ ਹੋ ਗਈ ਆਪਣੀ ਕਲੀਅਰ। ਕੜੀਦਾਰ ਤੇ ਲੜੀਦਾਰ ਸੰਬੰਧ ਹੋ ਗਏ ਕਲੀਅਰ। ਹਾਂ ਲਓ, ਖਤਮ ਹੋ ਗਿਆ। ਵਾਹ ਜੀ ਵਾਹ, ਕਿਆ ਬਾਤ ਕਰਾਤੀ ਆਪਾਂ। ਲਓ ਵੀ ਸ਼ਸ਼ਿਊਰ ਦਾ ਭਾਸ਼ਾ ਸੰਕਲਪ ਦੇ ਵਿੱਚ ਆਪਾਂ ਚਾਰ ਜਿਹੜੇ ਸੰਕਲਪ ਪੜ੍ਹੇ ਆ, ਚਿਹਨਕ ਤੇ ਚਿਹਨਤ, ਲਾਂਗ ਤੇ ਪੈਰੋਲ, ਇਕਾਲਕ ਤੇ ਦੁਕਾਲਕ, ਕੜੀਦਾਰ ਤੇ ਲੜੀਦਾਰ, ਇਹ ਆਪਣੇ ਹੋ ਗਏ ਜੀ ਕਲੀਅਰ। ਅਗਲੀ ਜਿਹੜੀ ਹੈਗੀ ਆ ਤੁਹਾਡੀ ਕਲਾਸ, ਉਹ ਤੁਹਾਡੇ ਦੇ ਰੱਖਿਆ ਨੋਆਮ ਚੋਮਸਕੀ। ਅੱਛਾ, ਆ ਵੀ ਥੋੜ੍ਹਾ ਜਿਹਾ ਨਾ ਹੋਰ ਤਰ੍ਹਾਂ ਦੇ ਮੇਰੇ ਤੋਂ ਖਿੱਚੀ ਗਈ ਫੋਟੋ, ਇਹ ਸੋਹਣੀ ਖਿੱਚਦੇ ਇਹਦੀ ਫੋਟੋ ਵੀ। ਹਾਂ, ਸੋ ਨੋਆਮ ਚੋਮਸਕੀ ਬਾਰੇ ਪੜ੍ਹਾਂਗੇ।
ਪ੍ਰਸਿੱਧ ਵਿਆਕਰਨਕਾਰ ਨੌਮ ਚਮਸਕੀ ਜਾਂ ਨੁਆਮ ਚਮਸਕੀ। ਇਹਦੇ ਬਾਰੇ ਅਗਲੀ ਜਮਾਤ ਲੈ ਕੇ ਜਲਦੀ ਮਿਲਦੇ ਹਾਂ ਜੀ। ਸਤਿ ਸ੍ਰੀ ਅਕਾਲ, ਰੱਬ ਰਾਖਾ।